ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਹਾਂਜੀ ਨਿਜਾ ਸਾਹਿਬ। ਹਾਂਜੀ ਸ਼ੁਰੂ ਕਰੀਏ ਜੀ। ਅੱਜ ਹਾਂਜੀ ਆਪਾਂ ਹਾਂਜੀ ਮਾਈਕ ਬੰਦ ਕਰ ਦਿਓ ਸਾਧ ਸੰਗਤ ਜੀ ਸਾਰੇ ਜਣੇ। ਅੱਜ ਆਪਾਂ ਜਿਹੜੇ ਧੰਨਾ ਜੀ ਦਾ ਸ਼ਬਦ ਲੈ ਰਹੇ ਹਾਂ ਜੀ, ਇਹ ਤਨਾਸੀ ਰਾਗ ਦੇ ਵਿੱਚ ਧੰਨਾ ਜੀ ਦਾ ਆਖਰੀ ਸ਼ਬਦ ਹੈਗਾ, ਰਾਗ ਦਾ ਆਖਰੀ ਹੈਗਾ। ਇਸ ਤੋਂ ਬਾਅਦ ਇਹ ਤਨਾਸੀ ਰਾਗ ਖਤਮ ਹੋ ਜਾਂਦਾ ਹੈ। ਇਹ 695 ਅੰਗ ਤੋਂ ਅਸੀਂ ਸ਼ੁਰੂ ਕਰਾਂਗੇ ਜੀ। ਧੰਨਾ, ਇਹਦਾ ਟਾਈਟਲ ਹੀ ਧੰਨਾ ਲਿਖਿਆ ਹੋਇਆ। ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਕਹਿੰਦੇ ਹੈ ਮੇਰੇ ਮਾਲਕਾ, ਇਹ ਧਰਤੀ ਦੇ ਪਾਲਨਹਾਰ, ਤੇਰਾ ਆਸਰਾ ਹੈ ਮੈਨੂੰ, ਮੈਂ ਤੇਰਾ ਆਸਰਾ ਲਿਆ, ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ। ਕਿਉਂਕਿ ਮੈਨੂੰ ਇਹ ਪਤਾ ਲੱਗਿਆ ਹੈ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਤੂੰ ਜਿਹੜਾ ਹੈਗਾ, ਜਿਹੜੇ ਤੇਰੀ ਭਗਤੀ ਕਰਦੇ ਆ ਉਹਨਾਂ ਦੇ ਕਾਜ ਤਾਂ ਫਟਾਫਟ ਸਵਾਰ ਦਿੰਦਾ ਹੈ ਤੂੰ। ਇਸ ਕਰਕੇ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ। ਆਰਤਾ ਮਤਲਬ ਮੈਂ ਤੇਰਾ ਆਸਰਾ ਲੈ ਲਿਆ ਹੈ। ਗੋਪਾਲ ਤੇਰਾ ਆਰਤਾ, ਇਹ ਕਹਿੰਦੇ ਜੀ ਉਹ ਹਿੰਦੂ ਆਰਤੀ ਕਰਦੇ ਆ ਅਤੇ ਅਸੀਂ ਆਰਤਾ ਕਰਦੇ ਹਾਂ। ਦੇਖੋ ਸਾਡਾ ਆਰਤਾ ਲਿਖਿਆ। ਆਰਤਾ ਦਾ ਮਤਲਬ ਆ ਬਈ ਸ਼ਰਨ 'ਚ ਆਉਣਾ, ਆਸਰਾ ਲੈਣਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਕਹਿੰਦੇ ਜੋ ਵੀ ਤੇਰੀ ਭਗਤੀ ਕਰਦੇ ਆ ਉਹਨਾਂ ਦੇ ਤੂੰ ਕਾਜ ਸਵਾਰ ਦਿੰਦਾ ਹੈ। ਇਸ ਕਰਕੇ ਮੈਂ ਤੇਰਾ ਆਸਰਾ ਲਿਆ, ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ, ਦੇਖਦੇ ਹਾਂ ਧੰਨਾ ਜੀ ਸਾਨੂੰ ਕੀ ਸਮਝਾ ਰਹੇ ਨੇ। ਤੇ ਇੱਥੇ ਨਿੱਜਰ ਸਾਹਿਬ ਜੀ ਪਹਿਲਾਂ ਹੀ ਸਮਝਾ ਰਹੇ ਨੇ ਕਿ ਗੋਪਾਲ ਤੇਰਾ ਆਰਤਾ, ਪਰ ਉਹ ਕੀ ਕਰਦੇ ਆ ਕਿ ਆਪਣੇ ਵੇਖੋ, ਕਹਿੰਦੇ ਕਿ ਉਹਨਾਂ ਦੀ ਆਰਤੀ ਹੈ ਤੇ ਸਾਡਾ ਆਰਤਾ। ਦੇਖੋ ਜਿੱਦਾਂ ਉਹਨਾਂ ਦੀ ਹੋਲੀ ਤੇ ਸਾਡਾ ਹੋਲਾ ਮਹੱਲਾ ਨਾ, ਤੇ ਇਹ ਵੀ ਆਪਣੇ ਵੱਲੋਂ ਕੋਈ ਲਾਤਾ ਇਹਨਾਂ ਨੇ ਤੁੱਕਾ। ਠੀਕ ਹੈ ਜੀ। ਹੁਣ ਇਹ ਕਹਿ ਰਹੇ ਨੇ ਨਿੱਜਰ ਸਾਹਿਬ ਕਿ ਗੋਪਾਲ ਤੇਰਾ ਆਰਤਾ ਮਤਲਬ ਕਿ ਮੈਂ ਤੇਰੀ ਸ਼ਰਨ ਚ, ਹਾਂ ਮੈਨੂੰ ਤੇਰਾ ਹੀ ਆਸਰਾ ਹੈਗਾ। ਕਿਉਂਕਿ ਮੈਨੂੰ ਪਤਾ ਹੈ ਬਈ ਤੂੰ ਜਿਹੜਾ ਹੈਗਾ, ਜਿਹੜੇ ਵੀ ਤੇਰੀ ਭਗਤੀ ਕਰਦੇ ਆ ਤੇ ਤੂੰ ਉਹਨਾਂ ਦੇ ਕਾਜ ਸਵਾਰ ਦਿੰਦਾ ਹੈ। ਤੇ ਮੇਰੇ ਵੀ ਬਥੇਰੇ ਕਾਜ ਹੈਗੇ ਸਵਾਰਨੇ, ਮੈਂ ਵੀ ਤੇਰੀ ਸ਼ਰਨ ਚ ਆ ਗਿਆ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਤੁਸੀਂ ਮੇਰਾ ਕੰਮ ਕਰੋ। ਹਾਂ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਵੀ ਮੇਰੇ ਜੀਵਨ ਦੇ ਜੋ ਮਸਲੇ ਹੈਗੇ ਨੇ ਉਹ ਮੇਰੇ ਹੱਲ ਕਰੋ। ਜਿੱਦਾਂ ਆਪਾਂ ਕਿਸੇ ਕੋਲ ਚੱਲ ਜਾਂਦੇ ਨਾ ਕਿ ਸਾਡੇ ਕੋਲ ਕਈ ਜ਼ਿੰਦਗੀ ਦੇ ਮਸਲੇ ਨਹੀਂ ਹੱਲ ਹੁੰਦੇ, ਤੇ ਅਸੀਂ ਚੱਲ ਜਾਂਦੇ ਹਾਂ, ਕੋਈ ਸਿਆਣਾ ਆਪਣੇ ਫੈਮਿਲੀ ਚ ਹੁੰਦਾ ਵਾ, ਉਹਨੂੰ ਦੱਸੀਦਾ ਬਈ ਕਿ ਘਰ ਚ ਇੱਕ ਮਸਲਾ ਆ ਗਿਆ ਵਾ ਤੇ ਮੈਨੂੰ ਇਹਦਾ ਕੋਈ ਨਾ ਹੱਲ ਨਹੀਂ ਲੱਭ ਰਿਹਾ। ਤੇ ਉਹ ਵੀ ਜਿਹੜਾ ਅਗਲਾ ਬੰਦਾ ਹੁੰਦਾ ਵਾ ਉਹ ਪੂਰੀ ਕੋਸ਼ਿਸ਼ ਕਰਦਾ ਕਿ ਕਿਸੇ ਤਰੀਕੇ ਨਾਲ ਸਾਡੀ ਉਹ ਸਮੱਸਿਆ ਜਿਹੜੀ ਆ ਉਹਨੂੰ ਡਾਇਗਨੋਸਿਸ ਕੀਤਾ ਜਾਵੇ। ਫਿਰ ਸਾਰੀਆਂ ਗੱਲਾਂ ਸੁਣਦਾ, ਫਿਰ ਉਹਦਾ ਹੱਲ ਕਰਦਾ। ਠੀਕ ਹੈ। ਤੇ ਫਿਰ ਸਾਨੂੰ ਐਡਵਾਈਸ ਵੀ ਕਰਦੇ ਨੇ ਕਈ ਕਿ ਬਈ ਏਦਾਂ ਕਰ ਲਓ ਤੇ ਹੋ ਸਕਦਾ ਕਿ ਤੁਹਾਡਾ ਜੀਵਨ ਥੋੜਾ ਸੌਖਾ ਹੋ ਜਾਏ। ਇੱਥੇ ਵੀ ਆਪਾਂ ਨੂੰ ਸਮਝਾ ਰਹੇ ਨੇ, ਕਹਿੰਦੇ ਨੇ ਕਿ ਮੈਂ ਪ੍ਰਮਾਤਮਾ ਤੇਰੀ ਸ਼ਰਨ ਚ ਆਉਣਾ ਹੈ ਤੇ ਮੈਂ ਤੇਰੀ ਹੀ ਸ਼ਰਨ ਚ ਰਵਾਂਗਾ ਤੇ ਮੇਰੇ ਜਿਹੜੇ ਮਸਲੇ ਹੈਗੇ ਆ ਤੁਸੀਂ ਹੱਲ ਕਰੋ। ਹੁਣ ਸਾਡੇ ਕਈ ਮਸਲੇ ਏਦਾਂ ਦੇ ਨੇ, ਜਿੱਦਾਂ ਅਧਿਆਤਮਿਕ ਜੀਵਨ ਹੈ, ਇਹਦਾ ਮਸਲੇ ਦਾ ਹੱਲ ਪ੍ਰਮਾਤਮਾ ਦੇ ਕੋਲ ਹੀ ਆ। ਇਸ ਲਈ ਸਾਨੂੰ ਪ੍ਰਮਾਤਮਾ ਕੋਲ ਹੀ ਜਾਣਾ ਪਵੇਗਾ। ਜੇ ਦੇਖੀਏ ਪਤਾ ਕੀ ਹੁੰਦਾ ਕਿ ਆਖਰ ਤੇ ਜਿਹੜੀ ਸਾਡੀ ਇੱਛਾ ਦੀ ਪੂਰਤੀ ਹੋਣੀ ਹੈ ਨਾ, ਉਹ ਪ੍ਰਮਾਤਮਾ ਨੇ ਹੀ ਕਰਨੀ ਹੈ। ਜੋ ਆਪਾਂ ਕਰਦੇ ਪਏ ਆ ਇਹ ਜਸਟ ਤਿਆਰੀ ਹੈ, ਛੋਟੀ ਤਿਆਰੀ। ਕੇਵਲ ਆਪਣੇ ਅੰਦਰ ਜਿਗਿਆਸਾ ਪੈਦਾ ਕੀਤੀ ਜਾਵੇ ਜਾਂ
ਥੋੜੀ ਜਿਹੀ ਚੇਤਨਾ ਆਵੇ, ਸਾਨੂੰ ਗਿਆਨ ਹੋਵੇ ਕਿ ਗ੍ਰੰਥਾਂ 'ਚ ਲਿਖਿਆ ਕੀ ਹੈ, ਗ੍ਰੰਥ ਕਹਿਣਾ ਕੀ ਚਾਹੁੰਦੇ ਆ। ਗ੍ਰੰਥਾਂ ਦੇ ਵਿੱਚ ਜੋ ਲਿਖਿਆ ਹੈ ਉਹ ਸਾਡੇ ਲਈ ਲੈਂਡਮਾਰਕ ਹੈ। ਜਿੱਦਾਂ ਕੋਈ ਮੈਪ ਬਣਾ ਗਏ ਨੇ ਤੇ ਮੈਪ ਨੂੰ ਪੜ੍ਹ ਕੇ ਤੇ ਆਪਾਂ ਅਸਲੀ ਮੰਜ਼ਿਲ ਤੇ ਪਹੁੰਚਣਾ। ਫਿਰ ਉਹ ਦੱਸਦੇ ਨੇ ਕਿ ਉਹਨਾਂ ਨੇ ਜੀਵਨ 'ਚ ਕੀ ਕੀ ਪ੍ਰਮਾਤਮਾ ਕੋਲੋਂ ਮੰਗਿਆ ਔਰ ਕਿੱਦਾਂ ਉਹ ਚੀਜ਼ਾਂ ਉਹਨਾਂ ਨੂੰ ਮਿਲੀਆਂ, ਉਹ ਦੱਸਦੇ ਨੇ। ਇੱਥੇ ਆਪਾਂ ਨੂੰ ਉਹ ਸਮਝਾ ਰਹੇ ਨੇ। ਠੀਕ ਹੈ ਜੀ, ਅਗਲੀ ਤੋਂ ਬੋਲੋ ਨਜੇ ਸਾਹਿਬ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਨਜੇ ਤੁਹਾਡਾ ਮਾਈਕ ਬੰਦ ਜੇ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਇਹ ਹੋ ਗਿਆ ਜੀ ਰਹਾਓ। ਹੁਣ ਜਿਹੜਾ ਹੈਗਾ ਅੱਗੇ ਮੰਗ ਰਿਹਾ ਕਿ ਦਾਲ ਸੀਧਾ ਮਾਂਗੋ ਘਿਓ ਹਮਰਾ ਖੁਸ਼ੀ ਕਰੈ ਨਿਤ ਜਿਓ। ਹੁਣ ਕਹਿੰਦੇ ਜੱਟ ਸੀਗਾ, ਜੱਟ ਨੇ ਜੱਟ ਦੀ ਦਾਲ ਸੀ, ਜੱਟ ਦੀ ਜਿਹੜੀ ਹੈਗੀ ਘਰ ਗ੍ਰਸਤੀ ਦਾ ਸਮਾਨ ਜਿਹੜਾ ਹੈਗਾ ਉਹੀ ਮੰਗ ਲਿਆ। ਬਸ ਉੱਪਰੋਂ ਦੇਖਾਂਗੇ ਤੇ ਆਹੀ ਨਜ਼ਰ ਆਉਂਦਾ ਹੈ। ਦਾਲ ਸੀਧਾ ਮੰਗੋ ਘਿਓ, ਦਾਲ ਮੰਗ ਲਈ, ਸੀਧਾ ਮੰਗ ਲਿਆ ਬਾਈ ਸਾਰਾ ਸਮਾਨ ਜਿਹੜਾ ਹੈਗਾ ਇਹ, ਤੇ ਘਿਓ ਵੀ ਮੰਗ ਲਿਆ। ਹਮਰਾ ਖੁਸ਼ੀ ਕਰੇ ਨਿਤ ਜਿਓ, ਮੇਰਾ ਜਿਓ ਜਿਹੜਾ ਹੈਗਾ ਹਮੇਸ਼ਾ ਹੀ ਖੁਸ਼ ਰਹੇ। ਫਿਰ ਪਨੀਆਂ ਛਾਦਨ ਨੀਕਾ, ਪਨੀਆਂ ਮੰਗ ਲਈ, ਛਾਦਨ ਮੰਗ ਲਿਆ ਜਿਹੜਾ ਹੈਗਾ ਜਿਹੜਾ ਕੱਪੜਾ ਲੱਤਾ, ਪਨੀਆਂ ਛਾਦਨ ਨੀਕਾ। ਤੇ ਅਨਾਜ ਮੰਗੋ ਸੱਤ ਸੀਕਾ, ਅਨਾਜ ਵੀ ਮੈਨੂੰ ਦੇ ਦੇ ਜਿਹੜਾ ਹੈਗਾ 10 ਦੀ ਕਮਾਈ ਦਾ ਅਨਾਜ ਦੇ ਦੇ। ਗਊ ਭੈਂਸ ਮੰਗੋ ਲਵੇਰੀ, ਗਊ ਭੈਂਸ ਵੀ ਲਵੇਰੀ ਵੀ ਚਾਹੀਦੀ ਹੈ ਮੈਨੂੰ, ਗਊ ਤੇ ਮੱਝ। ਬਈ ਧੰਨਾ ਜੀ ਨੇ ਜਿਹੜੀ ਹੈਗੀ ਡੇਅਰੀ ਫਾਰਮ ਖੋਲ੍ਹਣਾ ਹੈ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਲਓ ਘੋੜੀ ਵੀ ਚਾਹੀਦੀ ਆ ਔਰ ਵਧੀਆ ਤੁਰਨ ਵਾਲੀ ਘੋੜੀ ਚਾਹੀਦੀ ਆ, ਐਵੇਂ ਜਿਹੜੀ ਹੈਗੀ ਖੜਕੀ ਦੜਕੀ ਘੋੜੀ ਨਹੀਂ ਚਾਹੀਦੀ। ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੇ ਮੰਗੀ, ਘਰ ਦੀ ਇਸਤਰੀ ਵੀ ਚਾਹੀਦੀ ਆ ਔਰ ਉਹ ਵੀ ਵਧੀਆ ਚਾਹੀਦੀ ਆ, ਐਵੇਂ ਖੜਕਾ ਦੜਕਾ ਕਰਨ ਵਾਲੀ ਨਹੀਂ ਚਾਹੀਦੀ। ਜਨ ਧੰਨਾ ਲੈਵੇ ਮੰਗੀ, ਕਹਿੰਦੇ ਆਹ ਮੇਰੀਆਂ ਡਿਮਾਂਡਾਂ ਹੈਗੀਆਂ। ਹੁਣ ਆਹ ਡਿਮਾਂਡਾਂ ਦੇਖੀਆਂ ਤੇ ਇਹ ਡਿਮਾਂਡਾਂ ਤੇ ਇਹ ਗੁਰਬਾਣੀ ਜਿਹੜੀ ਹੈਗੀ ਆ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਆ। ਇਹਦਾ ਕੀ ਭੇਤ ਹੈਗਾ? ਧੰਨਾ ਜੀ ਜਿਹੜੇ ਹੈਗੇ ਆ ਉਹਨਾਂ ਦਾ ਇੱਕ ਸ਼ਬਦ ਹੋਰ ਆਉਂਦਾ ਹੈ ਉਹਦੇ ਵਿੱਚ ਜਿਹੜਾ ਹੈਗਾ ਉਹ ਸਾਰਾ ਦੱਸਦੇ ਆ ਬਈ ਜਿਹੜਾ ਹੈਗਾ ਇਹ ਵੀ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਉਹਨਾਂ ਨੇ ਸਾਰੀ ਸਟੱਡੀ ਕੀਤੀ ਸੀ, ਕਬੀਰ ਜੀ ਹੋਰ ਜਿਹੜੇ ਆ ਰਵਿਦਾਸ ਜੀ ਸਾਰੇ ਭਗਤਾਂ ਦੇ ਬਾਰੇ ਜਾਣਕਾਰੀ ਦੇ ਕੇ ਜਿਹੜੇ ਹੈਗੇ ਆ ਫਿਰ ਜਿਹੜੇ ਹੈਗੇ ਆ ਆਖਰੀ ਦੇ ਵਿੱਚ ਕਹਿੰਦੇ ਆ ਇਸ ਤਰੀਕੇ ਦੇ ਨਾਲ ਇਹਨਾਂ ਨੇ ਭਗਤ ਜੀ ਨੇ ਸਾਰੇ ਭਗਤਾਂ ਦੀ ਸਟੱਡੀ ਕੀਤੀ। ਧੰਨਾ ਜੀ ਨੇ ਬਈ ਇਹ ਜਿਹੜੇ ਨੀਵੀਂ ਜਾਤ ਦੇ ਜਿਹੜੇ ਇਹ ਮਾਲਕ ਪਰਮਾਤਮਾ ਨੂੰ ਮਿਲ ਗਏ ਆ ਤੇ ਮੈਂ ਕਿਉਂ ਨਹੀਂ ਮਿਲ ਸਕਦਾ। ਇਹ ਬਿਧ ਸੁਣ ਕੇ ਜਾਟੜੋ ਉੱਠ ਭਗਤੀ ਲਾਗਾ, ਭਗਤੀ ਕਰਨ ਲੱਗ ਪਏ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ, ਮਾਲਕ ਪਰਮਾਤਮਾ ਪ੍ਰਤੱਖ ਹੋ ਗਏ, ਧੰਨਾ ਵਡ ਭਾਗਾ ਕਹਿੰਦੇ। ਹੁਣ ਇੱਥੇ ਕੀ ਭੇਤ ਹੈਗਾ? ਇਹ ਦਾਲ ਸੀਧਾ ਕੀ ਮੰਗ ਰਹੇ ਆ? ਇਹ ਗੁਰਬਾਣੀ ਦੇ ਵਿੱਚ ਹੀ ਆਪਾਂ ਦੇਖੀਏ ਤੇ ਸਾਰਾ ਦਾ ਸਾਰਾ ਭੇਤ ਆਪਾਂ ਨੂੰ ਖੁੱਲ੍ਹ ਜਾਏਗਾ। ਇਹ ਦਾਲ ਸੀਧਾ ਮੰਗੋ ਘਿਓ, ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਜਿਹੜੇ ਹੈਗੇ ਸੀਧਾ ਕੀ ਮੰਗ ਰਹੇ? ਅਨਾਜ ਇੱਕ ਜਗ੍ਹਾ ਦਿੱਤਾ ਹੈ ਮਹਾਰਾਜ ਨੇ, ਜਤ ਸਤ ਚਾਵਲ ਦਇਆ ਕਣਕ ਤੇ ਸੰਤੋਖ ਘਿਓ। ਘਿਓ ਸੰਤੋਖ ਇੱਕ ਜਿਹੜੇ ਹੈਗੇ ਇੱਕ ਤੁਕ ਆਉਂਦੀ ਹੈ ਗੁਰਬਾਣੀ ਦੇ ਵਿੱਚ ਹੀ ਆਉਂਦਾ ਹੈ। ਉਹਦੇ 'ਚ ਆਉਂਦਾ ਪਹਿਲੀ ਪਾਤਸ਼ਾਹੀ ਨੇ ਦੱਸਿਆ ਹੈ ਭਾਈ ਕਿ ਉਹਦੇ 'ਚ ਹੈਗਾ ਕਿ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ੍ਹ ਪਾਵੇ ਮਾਨ, ਆਪਾ ਮਦੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ। ਇਹ 1329 ਅੰਗ ਦੇ ਉੱਤੇ ਤੇ ਉਹਦੇ ਵਿੱਚ ਆਉਂਦਾ ਹੈ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ। ਜਤ ਸਤ ਚਾਵਲ ਦਇਆ ਕਣਕ ਆਹ ਚੀਜ਼ ਮੰਗ ਰਹੇ ਹੋ। ਕਰ ਪ੍ਰਾਪਤ ਪਾਤੀ ਧਾਨ, ਮੈਨੂੰ ਆਹ ਧਾਨ ਚਾਹੀਦਾ ਆ, ਤੇਰੀ ਇੱਜ਼ਤ ਦਾ ਧਾਨ ਚਾਹੀਦਾ ਹੈ ਮੈਨੂੰ। ਦੁੱਧ ਕਰਮ ਸੰਤੋਖ ਘਿਓ, ਦੁੱਧ ਕਰਮ ਸੰਤੋਖ ਘਿਓ ਕਰ ਐਸਾ ਮੰਗੋ ਦਾਨ, ਆਹ ਮੈਨੂੰ ਦਾਨ ਚਾਹੀਦਾ ਹੈ। ਜਤ ਸਤ ਚਾਵਲ ਦਇਆ ਕਣਕ, ਦਇਆ ਚਾਹੀਦੀ, ਕਣਕ ਦਇਆ ਦੀ ਚਾਹੀਦੀ ਹੈ। ਦਇਆ ਆ ਗਈ, ਕਣਕ ਆ ਗਈ ਮੇਰੇ, ਜਤ ਸਤ ਆ ਗਿਆ, ਚਾਵਲ ਆ ਗਏ ਸਾਰੇ। ਦੁੱਧ ਕਰਮ ਤੇਰੀ ਬਖਸ਼ਿਸ਼, ਦੁੱਧ ਚਾਹੀਦਾ ਹੈ।
ਸੰਤੋਖ ਘਿਓ, ਸੰਤੋਖ ਆ ਗਿਆ ਤੇ ਘਿਓ ਆ ਗਿਆ। ਸੰਤੋਖ ਘਿਓ ਕਰ ਐਸਾ ਮੰਗੋ ਦਾਨ, ਖਿਮਾ ਧੀਰਜ, ਮੈਨੂੰ ਖਿਮਾ ਇਹ ਧੀਰਜ ਕਰ ਗਊ ਲਵੇਰੀ। ਖਿਮਾ ਔਰ ਧੀਰਜ ਜਿਹੜੀ ਹੈ ਗਊ ਲਵੇਰੀ ਹੈਗੀ। ਇਹ ਧੰਨਾ ਜੀ ਕਹਿੰਦੇ ਸੀ ਬਈ ਮੈਨੂੰ ਜਿਹੜਾ ਹੈਗਾ ਚਾਹੀਦੀ ਹੈ ਗਊ ਭੈਂਸ ਮੰਗੋ ਲਵੇਰੀ, ਖਿਮਾ ਧੀਰਜ ਕਰ ਗਊ ਲਵੇਰੀ, ਸਹਜੇ ਬਛੜਾ ਖੀਰ ਪੀਏ। ਤੇ ਕੱਪੜਾ ਸੀ, ਕੱਪੜਾ ਮੰਗਿਆ ਸੀ ਉਹਨਾਂ ਨੇ। ਉਹ ਕੱਪੜਾ ਕਾਹਦਾ ਸੀਗਾ? ਕਹਿੰਦੇ ਕਿਉਂਕਿ ਉੱਥੇ ਪਨੀਆਂ ਮੰਗਿਆ, ਛਾਦਨ, ਛਾਦਨ ਕਹਿੰਦੇ ਆ ਕੱਪੜੇ ਨੂੰ, ਪਨੀਆਂ ਛਾਦਨ। ਕਹਿੰਦੇ ਖਿਮਾ ਆਪਣੇ ਸਿਫਤ ਸ਼ਰਮ ਕਾ ਕੱਪੜਾ ਮੰਗੋ, ਹਰ ਗੁਣ ਨਾਨਕ ਰਵਤ ਰਹੇ। ਕਹਿੰਦੇ ਮੈਨੂੰ ਸਿਫਤ ਸ਼ਰਮ ਦਾ ਕੱਪੜਾ ਚਾਹੀਦਾ ਹੈ। ਫਿਰ ਇੱਕ ਜਗ੍ਹਾ ਤੇ ਬਾਣੀ ਦੇ ਵਿੱਚ ਆਉਂਦਾ ਹੈ ਕਿ ਪ੍ਰੇਮ ਪਟੋਲਾ ਤੈਂ ਸੇ ਦਿੱਤਾ, ਢੱਕਣ ਕੂ ਪੱਤ ਮੇਰੀ। ਮੈਨੂੰ ਪ੍ਰੇਮ ਪਟੋਲਾ ਚਾਹੀਦਾ, ਤੇਰਾ ਪ੍ਰੇਮ ਚਾਹੀਦਾ, ਉਹ ਕੱਪੜਾ ਚਾਹੀਦਾ ਹੈ ਮੈਨੂੰ, ਮੇਰੀ ਪੱਤ ਲੋਕ ਪਰਲੋਕ ਦੇ ਵਿੱਚ ਕੱਜਣ ਵਾਸਤੇ। ਤੇ ਔਰ ਘੋੜੀ ਅੱਗੇ ਜਿਹੜਾ ਹੈਗਾ ਉਹ ਵੀ ਖੋਲੀਏ ਆਪਾਂ ਕਿ ਗਊ ਭੈਂਸ ਮੰਗੋ ਲਾਵੇਰੀ। ਤੇ ਇਹ ਹੋ ਗਿਆ ਇੱਕ ਤਾਜਨ ਤੁਰੀ ਚੰਗੇਰੀ। ਹਾਂ ਘੋੜੀ ਕਿਹੜੀ ਚਾਹੀਦੀ ਆ? ਤਾਜਨ ਜਿਹੜੀ ਹੈ ਘੋੜੀ ਹੈਗੀ ਆਪਣੀ ਦੇਹ। ਦੇਹ ਇਹ ਜਿਹੜੇ ਹੈਗੇ 575 ਅੰਗ ਦੇ ਉੱਤੇ ਹੈਗਾ। ਵਡਹੰਸ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦਾ ਸ਼ਬਦ ਆ, ਉਹਨਾਂ ਨੇ ਘੋੜੀ ਖੋਲੀ ਆ ਪਾਈ। ਦੇਹ ਤੇਜਣ ਜੀ ਰਾਮ ਉਪਾਈ ਆਰਾਮ। ਕਹਿੰਦੇ ਦੇਹ ਹੈ, ਸਰੀਰ ਮਿਲਿਆ ਨਾ, ਇਹ ਘੋੜੀ ਹੈਗੀ ਆ, ਇਹ ਤੇਜਣ ਹੈਗੀ ਆ। ਦੇਹ ਤੇਜਣ ਜੀ ਰਾਮ ਉਪਾਈ ਆਰਾਮ, ਧਨ ਮਾਨਸ ਜਨਮ ਪੁੰਨ ਪਾਈ ਆਰਾਮ। ਕਹਿੰਦੇ ਮਨੁੱਖਾ ਜੂਨ ਦੇ ਵਿੱਚ ਇਹ ਦੇਹ ਮਿਲ ਗਈ, ਘੋੜੀ ਮਿਲ ਗਈ। ਕਹਿੰਦੇ ਬੜੇ ਪੁੰਨ ਕੀਤੇ ਹੋਏ ਆ ਤਾਂ ਇਹ ਘੋੜੀ ਮਿਲੀ ਹੈ। ਮਾਨਸ ਜਨਮ ਵੱਡ ਪੁੰਨੇ ਪਾਇਆ, ਦੇ ਸੋ ਕੰਚਨ ਚੰਗੜੀਆ। ਇੰਨੀ ਸੋਹਣੀ ਕੰਚਨ ਵਰਗੀ ਦੇ ਵੱਡੇ ਪੁੰਨਾਂ ਦੇ ਨਾਲ ਜਿਹੜਾ ਹੈਗਾ ਮਾਨਸ ਜਨਮ ਲੱਭਿਆ ਹੈ ਆਪਾਂ ਨੂੰ। ਇਸ ਤੋਂ ਬਾਅਦ ਆਖਰੀ ਦੇ ਵਿੱਚ ਕਹਿੰਦੇ ਘਰ ਕੀ ਗੀਹਨ ਚੰਗੀ। ਹੁਣ ਜਿਹੜਾ ਹੈਗਾ ਗੀਹਨ ਕਿਹੜੀ ਹੋ ਗਈ? ਘਰ ਦੀ ਗੀਹਨ ਕਿਹੜੀ ਹੈਗੀ ਆ? ਇਹ ਗੀਹਨ ਵੀ ਜਿਹੜਾ ਹੈਗਾ ਮਹਾਰਾਜ ਨੇ ਇੱਕ ਜਗ੍ਹਾ ਤੇ ਖੋਲਿਆ 370 ਅੰਗ ਦੇ ਉੱਤੇ, ਪੰਜਵੀਂ ਪਾਤਸ਼ਾਹੀ ਨੇ। ਕਹਿੰਦੇ ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ। ਕਹਿੰਦੇ ਨਿਜ ਭਗਤੀ, ਪ੍ਰੇਮਾ ਭਗਤੀ ਕਹਿੰਦੇ ਆ, ਇਹ ਹੈਗੀ ਨਾਰ। ਇਹ ਨਾਰ ਚਾਹੀਦੀ ਹੈ ਮੈਨੂੰ। ਘਰ ਕੀ ਗੀਹਨ ਆ ਹੋਣੀ ਚਾਹੀਦੀ ਹੈ। ਕਹਿੰਦੇ ਮੇਰੀ ਨਿਜ ਭਗਤੀ ਸੀਲਵੰਤੀ ਨਾਰ, ਇੰਨੀ ਸੋਹਣੀ ਸੀਲਵਾਨ, ਰੂਪ ਅਨੂਪ ਪੂਰੀ ਆਚਾਰ। ਕਹਿੰਦੇ ਇੰਨਾ ਸੋਹਣਾ ਰੂਪ ਹੈ ਉਹਦਾ, ਪੂਰਾ ਆਚਾਰ ਹੈਗਾ। ਮੈਨੂੰ ਭਗਤੀ ਨਾਰ ਚਾਹੀਦੀ ਆ। ਜੀ ਸਾਰੇ ਦੇ ਸਾਰੇ ਦੇਖ ਲਓ, ਆਹ ਡਿਮਾਂਡ ਹੈਗੀ ਧੰਨਾ ਜੀ ਦੀ। ਹੁਣ ਆਪਾਂ ਇਹਨੂੰ ਸ਼ਬਦ ਨੂੰ ਲੈਂਦੇ ਹਾਂ। ਗੋਪਾਲ ਤੇਰਾ ਆਰਤਾ, ਜੋਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾ ਸਵਾਰਤਾ ਰਹਾਓ। ਦਾਲ ਸੀਦਾ ਮਾਂਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਆ ਡਿਮਾਂਡ ਆ ਜੀ ਧੰਨਾ ਜੀ ਦੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਦੇਖਦੇ ਹਾਂ ਕਿ ਉਹ ਕਹਿ ਰਹੇ ਨੇ, ਪਹਿਲਾਂ ਤਾਂ ਉਹਨਾਂ ਨੇ ਕਲੀਅਰ ਹੀ ਕਰਤਾ ਕਿ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤੀ ਕਰਨ ਤੇ ਤਿਨਕੇ ਕਾਰਜ ਸਵਾਰਤਾ। ਹਾਂਜੀ ਵੀਰ ਜੀ। ਕਾਜ ਦਾ ਮਤਲਬ ਕਾਰਜ ਹੀ ਹੋ ਗਿਆ ਨਾ। ਬਿਲਕੁਲ ਠੀਕ ਹੈ। ਸਾਧ ਸੰਗਤ ਜੀ ਦੇਖੋ, ਇਹ ਗੱਲ ਬਿਲਕੁਲ ਸੱਚੀ ਆ। ਜਦੋਂ ਆਪਾਂ ਪ੍ਰਮਾਤਮਾ ਦੀ ਸ਼ਰਨ ਚ ਜਾਂਦੇ ਆ ਨਾ, ਬਾਣੀ ਚ ਲਿਖਿਆ ਇੱਕ ਜਗ੍ਹਾ ਤੋਂ ਕਹਿੰਦੀ, ਠਾਕੁਰ ਤੁਮ ਸਰਨਾਈ ਆਇਆ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਸੇ ਦਰਸ਼ਨ ਪਾਇਆ, ਮੇਰੇ ਸੰਸੇ ਖਤਮ ਹੋ ਗਏ। ਮੇਰੀਆਂ ਜਿਹੜੀਆਂ ਗਲਤ ਫਹਿਮੀਆਂ ਸਨ ਉਹ ਦੂਰ ਹੋ ਗਈਆਂ। ਪਰ ਦੂਰ ਤੇ ਉਹਦੀਆਂ ਹੀ ਹੋਣਗੀਆਂ ਜਿਹੜਾ ਸ਼ਰਨ ਚ ਜਾਊਗਾ ਨਾ। ਠਾਕੁਰ ਦਾ ਮਤਲਬ ਪ੍ਰਮਾਤਮਾ। ਠੀਕ ਹੈ। ਹੁਣ ਇਹ ਦੇਖੋ, ਵਿਚਾਰ ਆਪਾਂ ਕਰਦੇ ਹਾਂ। ਪਹਿਲਾਂ 1 ਮਿੰਟ ਮੈਂ ਥੋੜਾ ਜਿਹਾ ਟੌਪਿਕ ਦੇ ਵਿੱਚ ਹੀ ਚੱਲਦਾ, ਨਾਲ ਤੇ ਇਕੱਠਾ ਜੁੜਿਆ ਹੀ ਹੈ। ਅਧਿਆਤਮਿਕ ਬਹੁਤ ਵਿਚਾਰੀ ਜਿਹੜੀ ਵਿਚਾਰਧਾਰਾ ਹੁੰਦੀ ਨਾ, ਬੜੀ ਲੰਮੀ ਚੌੜੀ ਹੁੰਦੀ ਹੈ। ਇਹ ਐਂਡਲੈਸ ਆ, ਇਹਨੂੰ ਕਹਿੰਦੇ ਫਿਲਾਸਫੀ। ਇਹ ਮਤਲਬ ਇਹ ਆਪਾਂ ਜਿੰਨੀ ਵੀ ਗੱਲ ਕਰਦੇ ਹਾਂ ਨਾ, ਦੇਖੋ ਫਿਲਾਸਫੀ ਦਾ ਮਤਲਬ ਹੁੰਦਾ ਹੈ ਕਿ ਇੱਕ ਮਨੁੱਖ ਕਿੰਨਾ ਗਹਿਰਾ ਸੋਚ ਸਕਦਾ, ਉਸ ਚੀਜ਼ ਨੂੰ ਦੇਖਣਾ ਜਿਹੜੀ ਚੀਜ਼ ਮਸ਼ੀਨਾਂ ਇਕਵਿਪਮੈਂਟ ਦੀ ਪਹੁੰਚ ਤੋਂ ਪਰੇ ਹੈ। ਇਹ ਗ੍ਰੰਥਾਂ ਦੇ ਵਿੱਚ ਜਿੰਨਾ ਵੀ ਲਿਖਿਆ ਸਭ ਫਿਲਾਸਫੀ ਹੈ। ਇਹ ਕੀ ਵੇਖ ਰਹੇ ਨੇ, ਇਹ ਧਰਤੀ ਕਿੱਦਾਂ ਬਣੀ, ਇਹ
ਧਰਤੀ ਕਿੱਥੋਂ ਆਈ, ਫਿਰ ਇਹ ਡਿਜ਼ਾਈਨਿੰਗ ਕਿੱਥੋਂ ਹੋਈ, ਇਹ ਪ੍ਰਕਿਰਤੀ, ਫਿਰ ਇੰਨੀਆਂ ਸਬਜ਼ੀਆਂ, ਫਿਰ ਇਹ ਸਬਜ਼ੀਆਂ ਆ ਗਈਆਂ, ਫਿਰ ਫਰੂਟ, ਇਹਨਾਂ ਦੇ ਰੰਗ, ਤਿਤਲੀਆਂ, ਇੰਨੇ ਪੌਦੇ, ਇੰਨੇ ਪੰਛੀ, ਖਾਣ ਦੇ ਲਈ ਇੰਨਾ ਸਮਾਨ। ਤੇ ਜਿਸ ਪਤਾ ਨਹੀਂ ਤੁਹਾਡੀ ਆਵਾਜ਼ ਨਾ ਬਾਉਂਸ ਹੋ ਰਹੀ ਹੈ। ਇੱਕ ਸੈਕਿੰਡ ਜੀ, ਮੈਂ ਮਾਈਕ ਬੰਦ ਕਰਦਾ ਜੀ ਆਪਣਾ। ਹਾਂਜੀ ਵੀਰ ਜੀ। ਹਾਂ, ਜਿਹੜੀ ਵੀ ਚੀਜ਼ ਤੁਹਾਨੂੰ ਦਿਖਦੀ ਆ, ਉਸ ਜਿਹੜੇ ਗੁਰੂ ਨੇ, ਸੰਤ ਨੇ, ਬ੍ਰਹਮ ਗਿਆਨੀ ਨੇ, ਇਹ ਬਹੁਤ ਪਿੱਛੇ ਜਾਂਦੇ ਨੇ, ਇਹ ਮੁੱਢ 'ਚ ਵੜ ਜਾਂਦੇ ਨੇ। ਇਹ ਬੀਜ ਆਏ ਕਿੱਥੋਂ ਆ, ਕੌਣ ਹੈ ਇਹਦੇ ਪਿੱਛੇ, ਇਹ ਡਿਜ਼ਾਈਨਿੰਗ ਕੌਣ ਕਰ ਰਿਹਾ ਹੈ? ਸਾਇੰਸ ਨੂੰ ਤਾਂ ਪਤਾ ਹੀ ਨਹੀਂ, ਸਾਇੰਸ ਕੋਈ ਨਾ ਕਿਉਂ ਬਟਾਂਗਾ, ਉਹ ਬਸ ਐਨਰਜੀ ਕਹੀ ਜਾਂਦੇ ਆ। ਐਨਰਜੀ ਸੁੱਟ ਦੋ ਇੱਥੇ ਬੰਬ ਦੀ, ਉਹ ਕਿਉਂ ਨਹੀਂ ਕੰਮ ਕਰਦੀ? ਇਸਨੂੰ ਉਹਨੂੰ ਕੋਈ ਕੰਟਰੋਲ ਕਰਨ ਵਾਲਾ ਤੇ ਚਾਹੀਦਾ ਨਾ। ਇਹ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ, ਇਹਨਾਂ ਨੇ ਬਹੁਤ ਜ਼ਿਆਦਾ ਬਰੀਕ ਬੁੱਧੀ ਤੋਂ ਕੰਮ ਲਿਆ। ਕੁਲਵੰਤ ਕੌਰ ਜੀ, ਮਾਈਕ ਤੁਹਾਡਾ ਕੈਮਰਾ ਬੰਦ ਕਰ ਦਿਓ, ਤੁਹਾਡਾ ਕੈਮਰਾ ਆਨ। ਹਾਂਜੀ, ਥੈਂਕ ਯੂ। ਇਹ ਜਿਹੜਾ ਬੰਦਾ ਜੰਮਿਆ, ਕੰਮ ਕੀਤਾ, ਬੱਚੇ ਪਾਲੇ, ਵਿਆਹ ਕੀਤਾ, ਤੇ ਬਾਅਦ ਚ ਬੁੱਢਾ ਹੋ ਗਿਆ, ਮਰ ਗਿਆ, ਉਹਨੂੰ ਕੀ ਪਤਾ ਲੱਗਾ ਜੀਵਨ ਕੀ ਹੈ? ਨਜਰ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਹੈ। ਜੀਵਨ ਨੂੰ ਜੇਕਰ ਆਪ ਇੱਕ ਮਨੁੱਖਾ ਜੀਵਨ ਮਿਲਿਆ ਤੁਹਾਨੂੰ, ਗੋਲਡਨ ਚਾਂਸ, ਤੁਸੀਂ ਸਭ ਤੋਂ ਜਿਹੜਾ ਇੰਪੋਰਟੈਂਟ ਕੰਮ ਆ ਤੁਸੀਂ ਉਹ ਨਹੀਂ ਕੀਤਾ। ਜਿਹੜਾ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ, ਜਿਹਦਾ ਸਵਾਲ ਸਾਡੇ ਤੋਂ ਕਰਨਾ ਹੈ ਪ੍ਰਕਿਰਤੀ ਨੇ, ਆਪਾਂ ਉਹ ਨਹੀਂ ਕੰਮ ਕੀਤਾ। ਬਾਕੀ ਆਪਾਂ ਸਾਰਾ ਕੁਝ ਕੀਤਾ ਨੇ ਜਦਾ, ਉਸ ਤੇ ਧਿਆਨ ਹੀ ਨਹੀਂ ਹੈ ਕਿਸੇ ਦਾ। ਬਿਲਕੁਲ। ਬਾਣੀ ਬਾਰ-ਬਾਰ ਰੌਲਾ ਕਰ ਰਹੀ ਆ ਕਿ ਬਈ ਏਦਾਂ ਕਰੋ, ਆਪਣੇ ਜੀਵਨ ਨੂੰ ਵੇਖੋ, ਕੁਝ ਸੋਚੋ, ਕੁਝ ਵਿਚਾਰੋ, ਸਮਾਂ ਤੁਹਾਡਾ ਲੰਘੀ ਜਾਂਦਿਆ। ਬਾਣੀ ਕਹਿਣ ਕੀ ਦਈ ਹੈ, ਉਹ ਤਾਂ ਕਹਿੰਦੀ ਹੈ ਸਾਰੀ, ਪਰ ਉਧਰ ਬੰਦੇ ਦਾ ਧਿਆਨ ਨਹੀਂ। ਫਿਰ ਉਹ ਕਹਿੰਦੇ ਆ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਵੇ, ਕਿਉਂਕਿ ਰਾਮ ਨੂੰ ਪਾਉਣ ਵਾਸਤੇ ਕਿਤੇ ਕੋਈ ਕਰ ਹੀ ਨਹੀਂ ਰਿਹਾ। ਉੱਥੇ ਜੇ ਕੋਈ ਜਾਣ ਵੀ ਦਿਆ ਤੇ ਉਹਨੂੰ ਦੁਨਿਆਵੀ ਪਦਾਰਥ ਚਾਹੀਦੇ ਨੇ। ਪਰ ਇੱਥੇ ਉਹ ਧੰਨਾ ਜੀ ਸਾਨੂੰ ਸਮਝਾ ਰਹੇ ਨੇ, ਤੁਸੀਂ ਪ੍ਰਮਾਤਮਾ ਦੇ ਚਰਨਾਂ 'ਚ ਜਾਓ, ਉਹਦੇ ਕੋਲ ਉਹਦਾ ਨਾਮ ਮੰਗੋਗੇ ਨਾ ਤੇ ਦੂਜਾ ਨਾਲ ਫਰੀ 'ਚ ਮਿਲ ਜਾਣਾ। ਜੇ ਤੁਹਾਡੇ ਮਨ 'ਚ ਇੱਛਾ ਹੈਗੀ ਆ ਕੋਈ ਵੱਡੀ, ਕਿਉਂਕਿ ਹਾਲੇ ਤੇ ਪਹਿਲਾਂ ਤਾਂ ਦੋਨੋਂ ਸਵਾਰਦਾ ਹੈ ਪਰਮਾਤਮਾ। ਅੱਛਾ, ਇੱਥੇ ਆਪਾਂ ਇੱਕ ਚੀਜ਼ ਨੂੰ ਸਮਝੀਏ, ਇਹ ਭਵ ਸਾਗਰ 'ਚ ਡੁੱਬਦਾ ਕੌਣ ਹੈ? ਨਿੱਜਰ ਸਾਹਿਬ। ਅੱਛਾ ਨਿੱਜਰ ਸਾਹਿਬ, ਜਿਹੜਾ ਨਦੀ 'ਚ ਬੰਦਾ ਕੌਣ ਡੁੱਬਦਾ? ਜਿਹੜਾ ਤੈਰਨਾ ਜਾਣਦਾ ਉਹ ਡੁੱਬਦਾ, ਜਾਂ ਜਿਹੜਾ ਤੈਰਨਾ ਨਹੀਂ ਜਾਣਦਾ ਉਹ ਡੁੱਬਦਾ? ਜਿਹੜਾ ਨਹੀਂ ਜਾਣਦਾ ਉਹ ਡੁੱਬਦਾ ਹੈ। ਅੱਛਾ ਠੀਕ ਹੈ, ਇਹਦਾ ਮਤਲਬ ਕਿ ਉਸ ਬੰਦੇ ਨੇ ਸਕਿੱਲ ਸਿੱਖ ਲਿਆ, ਕੋਈ ਚੀਜ਼ ਸਿੱਖ ਲਈ, ਤੇ ਉਹਦੇ ਕੋਲ ਆਰਟ ਆ ਗਿਆ, ਉਹਦੇ ਕੋਲ ਜੁਗਤੀ ਆ ਗਈ, ਉਹ ਨਹਿਰ ਦੇ ਵਿੱਚੋਂ ਪਾਰ ਹੋ ਜਾਂਦਾ। ਹਾਂ, ਜਿੰਨੀ ਵਾਰੀ ਮਰਜ਼ੀ ਪਾਰ ਹੋ ਜਾਏ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨੇ ਪਾਣੀ ਨੂੰ ਅੰਡਰਸਟੈਂਡ ਕਰ ਲਿਆ ਹੈ। ਉਹਨੂੰ ਪਤਾ ਹੈ ਕਿ ਪਾਣੀ ਦੇ ਵਿੱਚੋਂ ਤੈਰ ਕੇ ਲੰਘਿਆ ਜਾ ਸਕਦਾ ਹੈ। ਇਹ ਗੱਲ ਤੇ ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਦੂਜਾ ਬੰਦਾ ਵੀ ਬੰਦਾ ਵਾ, ਉਹਨੇ ਸਿੱਖਿਆ ਹੀ ਨਹੀਂ। ਹੁਣ ਜਦੋਂ ਇਹ ਦੋਵੇਂ ਸੁੱਟਾਂਗੇ ਤੇ ਡੁੱਬਣਾ ਕਿਨੇ ਆ? ਜਿਹਨੂੰ ਨਹੀਂ ਆਉਂਦਾ ਨਹੀਂ। ਬਿਲਕੁਲ, ਉਹ ਤੇ ਮਿੰਟ 'ਚ ਡੁੱਬ ਜਾਣਾ। ਹਾਂ, ਵਿਨੇ ਤਾਂ ਡੁੱਬੂਗਾ। ਹੁਣ ਇੱਕ ਨਹਿਰ 'ਚ ਬੰਦਾ ਨਹੀਂ ਲੰਘ ਸਕਦਾ ਤੇ ਆਪ ਭਵ ਸਾਗਰ ਤੋਂ ਲੰਘ ਜਾਓਗੇ ਬਿਨਾਂ ਟ੍ਰੇਨਿੰਗ ਦੇ? ਆਪ ਜਸਟ ਸੋਚੋ, ਕਿੱਦਾਂ ਲੰਘ ਜਾਓਗੇ? ਇਹ ਨਕਸ਼ੇ ਆ, ਇਹ ਉਹ ਸਿੱਖਣਾ ਪੈਣਾ, ਕਰਨਾ ਪੈਣਾ। ਗੱਲਾਂ ਦੇ ਕੜਾ, ਬਾਣੀ ਕਹਿੰਦੀ ਗੱਲੀ ਜੋਗ ਨਾ ਹੋਈ, ਕਿਤੇ ਗੱਲਾਂ ਦਾ ਜੋਗ ਨਹੀਂ ਹੁੰਦਾ। ਇੱਥੇ ਬੜੇ ਫਿਲਾਸਫਰ ਬੈਠੇ ਆ ਟੀਵੀ ਤੇ, ਪਤਾ ਨੀ ਕੀ ਬੋਲੀ ਜਾਂਦੇ ਆ, ਪਤਾ ਹੀ ਕੁਛ ਨਹੀਂ, ਬੋਲੀ ਜਾਂਦੇ ਆ। ਸਿੰਪਲ ਜੀ ਗੱਲ ਆ, ਸਿੰਪਲ ਕਰੋ, ਲੋਕਾਂ ਨੂੰ ਪਤਾ ਲੱਗੇ। ਉਹ ਦੱਸੋ ਕਿ ਧਰਮ ਦਾ ਮਤਲਬ ਪਤਾ ਕੀ ਆ? ਜੇ ਤੇ ਪ੍ਰਕਿਰਤੀ ਦੇ ਨਿਯਮ ਅਨੁਸਾਰ ਤੁਸੀਂ ਚੱਲਦੇ ਜੋ ਤੇ ਤੁਹਾਨੂੰ ਪ੍ਰਕਿਰਤੀ ਕੁਛ ਨਹੀਂ ਕਹਿੰਦੀ। ਤੇ ਜਦੋਂ ਤੁਸੀਂ ਆਪਣਾ ਉਹ ਸ਼ਾਰਟਕਟ ਮਾਰੀ ਜਾਂਦੇ ਜੋ, ਹੁਣ ਜਿੱਦਾਂ ਸੜਕ ਆ, ਉਹਦਾ ਡਿਵਾਈਡਰ ਲੱਗੇ ਆ, ਉੱਥੇ ਦੂਰੇ ਤੁਸੀਂ, ਉੱਥੇ ਰਾਹ ਹੈਗਾ ਸਾਫ਼ ਸੁਥਰਾ, ਉਹ ਕਹਿੰਦਾ ਇੱਥੋਂ ਲੰਘ ਜਾ, ਇੱਥੇ ਜੈਬਰਾ ਲਾਈਨ ਬਣੀ ਆ, ਤੇ ਕੋਈ ਗੱਲ ਹੀ ਨਹੀਂ, ਲਾਈਟ ਲੱਗੀ ਆ, ਤੁਹਾਡੀ ਲਾਈਟ ਆਨ ਹੋ ਗਈ, ਲੰਘ ਜਾਓ। ਤੇ ਜਦੋਂ ਤੁਸੀਂ ਇੱਧਰੋਂ ਭਜਾ ਲਿਆ, ਉੱਧਰੋਂ ਕੱਢ ਲਿਆ, ਤੇ ਅੱਜ ਨਹੀਂ ਤੇ ਕੱਲ ਨੂੰ ਠੋਕੋਗੇ ਨਾ। ਬਿਲਕੁਲ ਸਹੀ ਗੱਲ, ਐਕਸੀਡੈਂਟ ਹੋ ਜਾਊਗਾ। ਹਾਂ, ਠੁਕਾਂਗੇ ਜਾਂ ਠੋਕਾਂਗੇ, ਗੱਲ ਤਾਂ ਇੱਕੋ ਹੀ ਆ। ਹਾਂ, ਰੋਟੀ ਟਾਈਮ ਨਾਲ ਖਾਓ, ਕੋਈ ਗੱਲ ਨਹੀਂ, ਪ੍ਰਕਿਰਤੀ ਕਹਿੰਦੀ ਆ ਰੋਟੀ ਖਾ ਸਵੇਰੇ, ਮੁੜ ਕੇ ਸ਼ਾਮੀ ਖਾ ਲਾ। ਹੁਣ ਸਾਰਾ ਦਿਨ ਹੀ ਜ਼ਬਾਨ ਚਲਾਈ ਜਾਓਗੇ, ਕੀ ਹੋਊਗਾ?
ਇੱਕ ਸਮਾਂ ਆਉਣਾ ਢਿੱਡ ਨੇ ਕਹਿਣਾ ਭਰਾਵਾ ਬਸ ਕਰ, ਮੈਨੂੰ ਹੁਣ ਹਸਪੀਟਲ ਲੈ ਕੇ ਚੱਲ। ਤੂੰ ਕਿਉਂਕਿ ਤੂੰ ਤੇ ਵਿਹਲਾ, ਤੈਨੂੰ ਤੇਰਾ ਤੇ ਬੱਕਰੀ ਨੂੰ ਮੂੰਹ ਚੱਲੀ ਜਾਂਦਾ। ਬਿਲਕੁਲ। ਇਹ ਦੇਖੋ ਇਹੋ ਹੀ ਆ। ਹਸਪੀਟਲ ਜ਼ਿਆਦਾ ਬੰਦੇ ਕਿਹੜੇ ਜਾਂਦੇ ਨੇ? ਜਿਹੜੇ ਬੰਦੇ ਐਕਸਰਸਾਈਜ਼ ਨਹੀਂ ਕਰਦੇ, ਵੱਧ ਖਾਂਦੇ ਆ। ਤੇ ਉਹ ਮੁੜ ਕੇ ਫਿਰ ਉੱਥੇ ਜਾ ਕੇ ਬੋਡੀ ਮੁਲਖਾ, ਫਿਰ ਰੱਬ ਚੇਤੇ ਆਉਂਦਾ ਬਾਕੀ ਇਹ ਤੇ ਸਰੀਰ ਬਹੁਤ ਵਧੀਆ ਸੀ ਤੇ ਮੈਂ ਡੈਮੇਜ ਕਰ ਲਿਆ। ਹੁਣ ਡਾਕਟਰ ਵੀ ਕਹਿੰਦੇ ਭਰਾਵਾ ਤੇਰੀ ਸਰਜਰੀ ਕਰਨੀ ਪੈਣੀ ਆ, ਤੂੰ ਤੇ ਸਾਰਾ ਪੁਰਜੇ ਹੀ ਖਰਾਬ ਕਰ ਲਈ। ਤੂੰ ਤੇ ਪਿਓ ਦੇ ਪੁੱਤਾਂ ਟਿਕਿਆ ਨਹੀਂ ਉਹਨਾਂ ਚਿਰ ਜਦ ਤੱਕ ਤੂੰ ਇਹਨੂੰ ਸਾੜ ਨਹੀਂ ਲਿਆ। ਤੇ ਹੁਣ ਤੂੰ ਮੁੜ ਕੇ ਕਹਿੰਦਾ ਕਿ ਮੇਰੇ ਪਿਤਾ ਮੇਰ ਕਰ। ਪਿਤਾ ਕਹਿੰਦਾ ਭਰਾਵਾ ਤੈਨੂੰ ਮੈਂ ਬੁੱਧੀ ਦਿੱਤੀ, ਤੂੰ ਕਿਹੜਾ ਜਾਨਵਰ ਸੀ? ਬਿਲਕੁਲ। ਦੇਖੋ ਬਾਣੀ ਜਿਹੜੀ ਹੈਗੀ ਆ, ਆਪਾਂ ਜਿਹੜੇ ਬਿਮਾਰੀ ਜਿਹੜੀ ਹੈਗੀ ਆ, ਉਹ ਬਿਮਾਰੀ ਜਿਹੜੀ ਹੈਗੀ ਗੋਰਖੀ ਸਾਹਿਬ, ਬੰਦਾ ਨਾ 95% 90% ਜੇ ਅੰਦਰ ਬਿਮਾਰੀ ਹੈਗੀ ਤਾਂ ਵੀ ਉਹ ਬੰਦੇ ਨੇ ਬੇਫਿਕਰ ਰਹਿਣਾ ਹੈ। 99% ਤੱਕ ਵੀ ਬੇਫਿਕਰ ਰਹਿਣਾ, 99.9 ਤੱਕ ਵੀ ਬੇਫਿਕਰ ਰਹੂਗਾ। ਜਦ 100% ਤੇ ਪ੍ਰਗਟ ਹੋ ਗਈ ਬਸ ਫਿਰ ਜਿਹੜਾ ਹੈਗਾ ਫਿਰ ਕੁਝ ਨਹੀਂ ਕਰ ਸਕਦੇ, ਫਿਰ ਤਾਂ ਬਸ ਖਤਮ ਹੈ। ਨਹੀਂ ਫਿਰ ਉਦੋਂ ਜਦੋਂ ਬੈੱਡ ਤੇ ਲੰਮੇ ਪੈਂਦਾ ਫਿਰ ਜਾਂਦਾ ਹਸਪੀਟਲ। ਉਹ ਕਹਿੰਦਾ ਹਾਂ ਵੀ ਬਹੁਤ ਵਧੀਆ, ਲੀਵਰ ਪੂਰਾ ਖਰਾਬ ਕਰ ਲਿਆ, ਹੁਣ ਸਾਡੇ ਕੋਲ ਆ ਗਏ ਆ, ਹੁਣ ਕਹਿੰਦੇ ਇਹਨੂੰ ਸਹੀ ਕਰ ਦੋ। ਉਹ ਕਿੱਥੋਂ ਨਾ, ਅੱਜ ਮੈਂ ਨਾ ਨਿੱਜਰ ਸਾਹਿਬ ਪਤਾ ਨਹੀਂ ਕਿਹੜੇ ਗਰੁੱਪ 'ਚ ਇੱਕ ਪੋਸਟ ਪਾਈ ਸੀ, ਬੜੀ ਵਧੀਆ ਪੋਸਟ। ਉਹ ਕਹਿੰਦਾ ਸਾਡੇ ਤੋਂ ਇੱਕ ਮਿੰਟ ਰੁਕੋ, ਮੈਨੂੰ ਬੜੀ ਸ਼ਾਨਦਾਰ ਲੱਗੀਆਂ ਗੱਲਾਂ। ਕਈ ਵਾਰੀ ਨਾ ਕੁਝ ਲੋਕ ਲਿਖ ਜਾਂਦੇ ਨੇ, ਉਹਦੇ ਉਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਬੜੀਆਂ ਕੰਮ ਦੀਆਂ। ਇੱਕ ਪਰਿੰਦਿਆਂ ਤੋਂ ਸਿੱਖਣ ਨੂੰ ਕਈ ਕੁਝ ਆ। ਨਿੱਜਰ ਸਾਹਿਬ ਜਦੋਂ ਬੰਦਾ ਕੋਈ ਵੇਖਦਾ ਨਾ ਪਰਿੰਦਿਆਂ ਦੇ ਵਿੱਚ ਵੀ, ਤੇ ਉਹ ਵੀ ਉਹਨਾਂ ਤੋਂ ਗਿਆਨ ਪ੍ਰਾਪਤ ਕਰ ਲੈਂਦਾ। ਬਿਲਕੁਲ। ਹਾਂ। ਤੇ ਉਹ ਕਹਿੰਦੇ ਆ ਕਿ ਜਿਹੜੇ ਪਰਿੰਦੇ ਹੁੰਦੇ ਆ, ਇੱਕ ਸੈਕਿੰਡ, ਹਾਂਜੀ ਨਿੱਜਰ ਸਾਹਿਬ ਤੁਸੀਂ ਬੋਲੋ, ਇੱਕ ਮਿੰਟ ਮੈਂ ਲੱਭਣਾ। ਹਾਂਜੀ। ਤੇ ਇਹਦੇ ਵਿੱਚ ਜਿਹੜਾ ਹੈਗਾ ਜੇ ਸਿੰਪਲ ਗੁਰਬਾਣੀ ਜਿਹੜੀ ਹੈਗੀ, ਗੁਰਬਾਣੀ ਦੇ ਮੀਨਿੰਗ ਜਿਹੜੇ ਹੁੰਦੇ ਆ ਬੜੇ ਜਿਹੜੇ ਹੈਗੇ ਗਹਿਰੇ ਹੁੰਦੇ ਆ। ਗੁਰਬਾਣੀ ਦੇ ਉੱਪਰੋਂ ਜਿਹੜੇ ਆ ਆਪਾਂ ਜਿਹੜੇ ਹੈਗੇ ਗ੍ਰਾਮੈਟੀਕਲ ਜਾਂ ਅੱਖਰਾਂ ਦੇ ਅਰਥ ਕਰਾਂਗੇ ਤੇ ਗੁਰਬਾਣੀ ਜਿਹੜੀ ਹੈਗੀ ਚੌਥੇ ਪਦ ਦੀ ਬਾਣੀ ਆ, ਉਹਦਾ ਭੇਤ ਨਹੀਂ ਲੱਭੂਗਾ ਆਪਾਂ ਨੂੰ। ਇਹਦੇ ਵਾਸਤੇ ਜਿਹੜਾ ਹੈਗਾ ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਖੋਲਾਂਗੇ, ਔਰ ਗੁਰਬਾਣੀ ਨੂੰ ਇਸ ਪਰਪਸ ਦੇ ਨਾਲ ਜਿਹੜਾ ਖੋਲਾਂਗੇ। ਮੈਨੂੰ ਅਧਿਆਤਮਿਕ ਸਫ਼ਰ ਦੇ ਵਿੱਚ ਜਿਹੜਾ ਹੈ ਸਹਾਇਤਾ ਕਰਨੀ ਹੈ ਇਸ ਗੁਰਬਾਣੀ ਨੇ, ਤਾਂ ਜਿਹੜੀ ਹੈ ਗੁਰਬਾਣੀ ਜਿਹੜੀ ਹੈਗੀ ਆਪਾਂ ਨੂੰ ਰਾਹ ਦਿੰਦੀ ਹੈ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਬਾਣੀ, ਹਾਂ ਬਾਣੀ ਜਿਹੜੀ ਹੈ ਨਾ, ਆਪਾਂ ਨੂੰ ਬਾਣੀ ਨੂੰ ਸਮਝਣ ਦੇ ਲਈ ਪਹਿਲਾਂ ਬਾਣੀ ਨੂੰ ਸਰਲ ਕਰਨਾ ਪੈਣਾ, ਫਿਰ ਆਪਾਂ ਬਾਣੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਜੇਕਰ ਆਪਾਂ ਬਾਣੀ ਨੂੰ ਸਰਲ ਨਹੀਂ ਕਰਦੇ ਤੇ ਸਾਨੂੰ ਬਾਣੀ 'ਚ ਕੀ ਲਿਖਿਆ ਨਹੀਂ ਸਮਝ ਆਵੇਗਾ। ਤੋ ਇੱਥੇ ਆਪਾਂ ਫਿਰ ਆਪਾਂ ਧੰਨੇ ਭਗਤ ਦੀ ਗੱਲ ਕਰੋ ਜੀ ਨਿੱਜਰ ਸਾਹਿਬ, ਤਦ ਤੱਕ ਮੈਂ ਲੱਭ ਲੈਣਾ ਪੋਸਟ। ਹਾਂਜੀ। ਤੇ ਉਹਨਾਂ ਨੇ ਜਿਹੜਾ ਹੈਗਾ ਇਹ ਜਿਹੜੀ ਵੀ ਉਹਨਾਂ ਦੀ ਮੰਗ ਹੈਗੀ ਹੈ ਧੰਨਾ ਜੀ ਦੀ, ਉਹਨਾਂ ਨੇ ਜੇ ਸਿਰਫ ਭਗਤੀ ਵਾਸਤੇ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਮੰਗੀਆਂ ਆ ਉਹਨਾਂ ਧੰਨਾ ਜੀ ਨੇ। ਦਾਲ ਸੀਦਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਇਹ ਭਗਤੀ ਦੀ ਸਹਾਇਕ ਚੀਜ਼ਾਂ ਮੰਗੀਆਂ ਇਹ ਸਾਰੀਆਂ ਦੀਆਂ ਸਾਰੀਆਂ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਕਿਉਂਕਿ ਜੇ ਆਪਣੀ ਜਿਹੜੇ ਹੈਗੇ ਸਰੀਰ ਜਿਹੜਾ ਹੈਗਾ ਉਹੀ ਜਿਹੜਾ ਹੈਗਾ ਬਿਮਾਰ ਹੋਊਗਾ ਤੇ ਆਪਾਂ ਕਿਹੜੇ ਪਾਸੇ ਨੂੰ ਕਿਵੇਂ ਭਗਤੀ ਕਰ ਸਕਦੇ ਹਾਂ? ਕਿਉਂਕਿ ਇਹ ਸਰੀਰ ਦੇ ਨਾਲ ਹੀ ਜਿਹੜਾ ਇਹ ਵਹੀਕਲ ਹੈਗੀ ਆ, ਇਹਦੇ ਨਾਲ ਹੀ ਆਪਾਂ ਨੇ ਜਿਹੜਾ ਹੈਗਾ ਇਹ ਅਧਿਆਤਮਿਕ ਸਫ਼ਰ ਕਰਨਾ ਹੈ। ਇਹ ਦੁਨਿਆਵੀ ਸਫ਼ਰ ਵੀ ਕਰਨਾ ਹੈ ਤੇ ਅਧਿਆਤਮਿਕ ਸਫ਼ਰ ਵੀ ਕਰਨਾ ਹੈ। ਤੇ ਘਰ ਕੀ ਗੀਹਨ ਚੰਗੀ, ਕਹਿੰਦੇ ਘਰ ਦੀ ਜਿਹੜੀ ਹੈਗੀ ਆ ਘਰ ਵਾਲੀ, ਉਹ ਕਿਹੜੀ ਘਰ ਵਾਲੀ ਮੰਗ ਰਹੇ ਆ? ਕਹਿੰਦੇ ਉਹ ਮੰਗ ਰਹੇ ਆ ਭਗਤੀ ਸੀਲਵੰਤੀ ਜਿਹੜੀ ਹੈਗੀ, ਨਿਜ ਭਗਤੀ ਸੀਲਵੰਤੀ ਨਾਰ। ਨਿਜ ਭਗਤੀ ਹੈ ਹਰੇਕ ਦੀ, ਇੰਡੀਵਿਜੂਅਲ ਹੈਗੀ ਆ। ਆਹ ਜਿਹੜੀ ਨਿਜ ਭਗਤੀ ਹੈਗੀ ਆ ਘਰ ਕੀ ਗੀਹਨ, ਇਹ ਔਰਤ ਨੂੰ ਵੀ ਚਾਹੀਦੀ ਆ ਭਾਈ। ਇਹ ਔਰਤ ਮਰਦ ਜਿਹੜੇ ਹੈਗੇ ਇਹ ਦੋਨਾਂ ਨੂੰ ਚਾਹੀਦੀ ਹੈ ਘਰ ਕੀ ਗੀਹਨ। ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੈ ਮੰਗੀ। ਇਹ ਆਹ ਜਿਹੜੀ ਹੈਗੀ ਆ ਕਹਿੰਦੇ ਮੰਗ ਕੇ ਮਾਲਕਾ, ਜੇ ਤੂੰ ਹੁਣ ਮਨੁੱਖ ਸਰੀਰ ਦਿੱਤਾ ਆ ਤੇ ਮੈਨੂੰ ਜਿਹੜਾ ਹੈਗਾ ਆਹ ਵੀ ਦੇ ਦੇ, ਹੁਣ ਤੂੰ ਭਗਤੀ ਵੀ ਦੇ ਮੈਨੂੰ, ਆਹ ਵੀ ਦੇ ਮੈਨੂੰ। ਹਾਂਜੀ ਵੀਰ। ਹਾਂਜੀ ਠੀਕ ਹੈ ਨਿੱਜਰ ਸਾਹਿਬ। ਆ ਵੇਖੋ ਲਿਖਦਾ ਕੀ ਹੈ ਬੰਦਾ। ਪੰਛੀਆਂ ਤੋਂ ਸਿੱਖਿਆ ਲੈਣੀ ਆਪਾਂ, ਇੱਥੋਂ ਇੱਕ ਲਾਈਨ ਵੀ ਤੁਸੀਂ ਫੜ ਲਈ ਨਾ ਤੇ ਕਾਫੀ ਕੁਝ ਚੰਗਾ। ਉਹ ਕਹਿੰਦਾ ਹੈ ਕਿ ਉਹ ਰਾਤ ਨੂੰ ਕੁਝ ਨਹੀਂ ਖਾਂਦੇ, ਰਾਤ ਨੂੰ ਘੁੰਮਦੇ ਨਹੀਂ ਆ। ਉਹ ਤੁੰਨ ਕੇ ਨਹੀਂ ਖਾਂਦੇ, ਭਾਵੇਂ ਦਾਣੇ ਭਾਵੇਂ ਕੁਇੰਟਲ ਪਏ ਆ ਓਨੇ ਖਾਂਦੇ ਜਿੰਨਾ ਉਹਨਾਂ ਨੂੰ ਭੁੱਖ ਆ। ਨਿੱਜਰ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਥੋੜੇ ਜਿਹੇ ਦਾਣੇ ਖਾ ਕੇ ਉੱਡ ਜਾਂਦੇ ਆ, ਕੱਲ ਦੀ ਨਹੀਂ ਸੋਚਦੇ
ਕਹਿੰਦੇ ਫੇਰ ਆ ਕੇ ਲੱਭ ਲਾਂਗੇ, ਕੋਈ ਗੱਲ ਨਹੀਂ। ਹੂੰ ਰਾਤ ਹੁੰਦਿਆਂ ਹੀ ਸੌ ਜਾਣਗੇ, ਹਾਂ ਫੇਰ ਹੁੰਦਿਆਂ ਹੀ ਉੱਠ ਜਾਣਗੇ। ਆਪ ਜਸਟ ਦੇਖੋ ਸਾਡੇ ਤੋਂ ਤੇ ਆ ਪੰਛੀ ਚੰਗੇ ਆ, ਕਈ ਗੁਣ ਬਹੁਤ ਜ਼ਿਆਦਾ ਚੰਗੇ ਆ ਜੀ, ਬਹੁਤ ਜ਼ਿਆਦਾ ਚੰਗੇ ਆ। ਜੇ ਕੋਈ ਪ੍ਰਕਿਰਤੀ ਤੇ ਬੈਠੇ ਆ ਤਾਈਓ ਤੇ ਬਿਮਾਰ ਨਹੀਂ ਆ ਨਾ, ਉਹਨਾਂ ਦਾ ਕੋਈ ਹਸਪੀਟਲ ਹੈਗਾ ਕਿਤੇ ਵੇਖਿਆ ਕੋਈ ਚੂਹਾ ਬਿਮਾਰ ਹੋਇਆ ਉਹਦਾ BP ਵਧਿਆ ਜਾਂ ਬਲੱਡ ਪ੍ਰੈਸ਼ਰ ਘਟਿਆ? ਉਹ ਯਾਰ ਪ੍ਰਕਿਰਤੀ ਦੇ ਅਧੀਨ ਚ ਬੈਠੇ ਆ, ਪ੍ਰਮਾਤਮਾ ਨੇ ਦਿਮਾਗ ਦਿੱਤਾ ਉਹਨਾਂ ਨੂੰ। ਹੁਣ ਅੱਗੇ ਬੰਨੇ ਵੇਖੋ ਕੀ ਲਿਖਿਆ, ਕਹਿੰਦੇ ਰਾਤ ਹੁੰਦੇ ਹੀ ਸੌ ਜਾਂਦੇ ਨੇ, ਸਵੇਰ ਹੋਈ ਤੇ ਉੱਠ ਜਾਣਗੇ। ਉਹ ਆਪਣਾ ਆਹਾਰ ਕਦੇ ਨਹੀਂ ਬਦਲਦੇ, ਜੋ ਖਾਣਾ ਨਾ ਉਹੀ ਖਾਣਾ ਵਾ, ਆਪਣੇ ਸਰੀਰ ਤੋਂ ਪੂਰਾ ਕੰਮ ਲੈਂਦੇ ਨੇ। ਠੀਕ ਹੈ, ਬਿਮਾਰੀ ਆਈ ਤਾਂ ਸਭ ਤੋਂ ਪਹਿਲਾਂ ਖਾਣਾ ਛੱਡ ਦਿੰਦੇ ਆ। ਨਿੱਜਰ ਸਾਹਿਬ ਬਿਲਕੁਲ ਕੁੱਤੇ ਚ ਵੀ ਗੁਣ ਹੈਗਾ ਜੀ। ਹਾਂ ਉਦੋਂ ਖਾਣਗੇ ਜਦੋਂ ਠੀਕ ਹੋ ਜਾਂਦੇ ਆ, ਕਿਉਂਕਿ ਬੋਡੀ ਨੂੰ ਰੈਸਟ ਦੀ ਲੋੜ ਹੈ, ਬੋਡੀ ਤੇ ਫਾਈਟ ਕਰ ਰਹੀ ਆ। ਕੁੱਤਿਆਂ ਚ ਜਾਨਵਰਾਂ ਚ ਸਾਡੇ ਤੋਂ ਜ਼ਿਆਦਾ ਸੈਂਸ ਹੈ। ਅੱਛਾ, ਕਹਿੰਦੇ ਆ ਸਭ ਤੋਂ ਕੰਮ ਦੀ ਚੀਜ਼ ਹੈ ਨਿੱਜਰ ਸਾਹਿਬ, ਹਾਂਜੀ, ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਦਿੰਦੇ ਆ। ਠੀਕ ਹੈ, ਤੇ ਫਿਰ ਉਹਨਾਂ ਨੂੰ ਪਿਆਰ ਦਿੰਦੇ ਆ, ਉਹਨਾਂ ਦੀ ਕਹਿੰਦੇ ਆ ਕਿ ਉਹਨਾਂ ਦੀ ਪਰਵਰਿਸ਼ ਬਹੁਤ ਵਧੀਆ ਕਰਦੇ, ਬਹੁਤ ਵਧੀਆ ਪਰਵਰਿਸ਼ ਕਰਦੇ, ਉਹਨਾਂ ਨੂੰ ਇੰਡੀਪੈਂਡੈਂਟ ਕਰ ਦਿੰਦੇ ਆ। ਫਿਰ ਥੋੜੇ ਬੱਚੇ ਵੱਡੇ ਹੁੰਦੇ ਆ ਤੇ ਫਿਰ ਉਹਨਾਂ ਨੂੰ ਛੱਡ ਦਿੰਦੇ ਆ। ਵੀ ਤੁਹਾਡੀ ਟ੍ਰੇਨਿੰਗ ਪੂਰੀ ਹੋ ਗਈ, ਹੁਣ ਸੰਸਾਰ ਤੁਹਾਡਾ ਹੈ ਤੇ ਤੁਸੀਂ ਏਦਾਂ ਕਰੋ ਕਿ ਆਪਣਾ ਜੀਵਨ ਬਤੀਤ ਕਰੋ ਜਿੱਦਾਂ ਤੁਹਾਡਾ ਦਿਲ ਕਰਦਾ। ਬਾਕੀ ਸਾਡਾ ਪਾਰਟ ਅਸੀਂ ਡਨ ਕਰਤਾ। ਵੇਖੋ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਗੁਣ ਜੇ ਆਪਾਂ ਲੈ ਲਈਏ ਤੇ ਆਪਾਂ ਤਾਂ ਫਿਰ ਜਿਹੜਾ ਹੈਗਾ ਪਾਰ ਉਤਾਰਾ ਹੋ ਜਾਏ ਆਪਣਾ। ਫਿਰ ਕਹਿੰਦੇ ਉਹ ਹਮੇਸ਼ਾ ਰਲ ਮਿਲ ਕੇ ਰਹਿੰਦੇ ਆ। ਉਹ ਕਹਿੰਦੇ ਕੁਦਰਤ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋ। ਉਹ ਆਪਣੇ ਘਰ ਇਕੋ ਫਰੈਂਡਲੀ ਬਣਾਉਂਦੇ ਆ, ਆਰਾਮ ਵਾਸਤੇ, ਦਿਖਾਵੇ ਵਾਸਤੇ ਨਹੀਂ, ਸਾਡੇ ਵਾਂਗੂ ਨਹੀਂ ਅਸੀਂ ਕੁਛ ਹੋਰ ਬਣਾ ਲੈਂਦੇ। ਕਹਿੰਦੇ ਜੇਕਰ ਅਸੀਂ ਇਹਨਾਂ ਪੰਛੀਆਂ ਤੋਂ ਵੀ ਸਿੱਖ ਲੈਂਦੇ ਹਾਂ ਨਾ ਤਾਂ ਸਾਡਾ ਜੀਵਨ ਸੁਖੀ ਹੋ ਜਾਊਗਾ ਤੇ ਸੁਥਰਾ ਹੋ ਜਾਊਗਾ, ਤੇ ਸਾਡਾ ਧਰਤੀ ਤੇ ਆਇਆ ਵੀ ਸਫਲ ਹੋ ਜਾਊਗਾ। ਆਪ ਜਸਟ ਸੋਚੋ, ਦੇਖੋ ਇੱਕ ਛੋਟਾ ਜਿਹਾ ਪਰਿੰਦਾ ਹੈ, ਕਿੰਨੀ ਸਾਇੰਸ ਰੱਖਦਾ ਹੈ, ਔਰ ਸਾਡੇ ਤੋਂ ਵਧੀਆ ਲਾਈਫ ਜਿਉਂਦੀਆਂ ਨੇ। ਅੱਛਾ, ਹੁਣ ਆਪਾਂ ਕਥਾ ਤੇ ਵਾਪਸ ਆ ਜਾਂਦੇ ਹਾਂ। ਕਹਿੰਦੇ ਕਿ ਦਾਲ ਸੀਤਾ ਮੰਗੋ ਘਿਓ, ਉਹ ਮੰਗ ਰਹੇ ਨੇ, ਡਿਮਾਂਡ ਕਰ ਰਹੇ ਨੇ ਖਾਣ ਪਾਣ ਦੀਆਂ ਚੀਜ਼ਾਂ। ਕਹਿੰਦੇ ਦਾਲ ਚਾਹੀਦੀ ਹੈ, ਸੀਤਾ ਚਾਹੀਦਾ, ਆਟਾ ਚਾਹੀਦਾ, ਮੰਗੋ ਘਿਓ, ਮੈਨੂੰ ਘਿਓ ਵੀ ਚਾਹੀਦਾ ਜੀ। ਫਿਰ ਕਹਿੰਦੇ ਹਮਰਾ ਖੁਸ਼ੀ ਕਰੇ ਨਿਤ ਜੀਓ। ਕਹਿੰਦੇ ਰੱਖੋ ਕਿ ਮੈਨੂੰ ਏਦਾਂ ਰੱਖੋ ਕਿ ਮੈਂ ਖੁਸ਼ ਰਹਾਂ। ਠੀਕ ਹੈ, ਖੁਸ਼। ਉਹਨਾਂ ਇਹ ਨਹੀਂ ਕਿਹਾ ਮੈਨੂੰ ਮਹਿਲ ਦੇ ਦੋ, ਉਹ ਕਹਿੰਦੇ ਮੈਨੂੰ ਖੁਸ਼ੀ ਦੋ ਕਿ ਮੇਰਾ ਮਨ ਜਿਹੜਾ ਖੁਸ਼ ਰਵੇ, ਮੈਂ ਮਤਲਬ ਕਲਪਨਾ ਚ ਨਾ ਜੀਵਨ ਮੇਰਾ ਬਤੀਤ ਕਰੇ, ਔਰ ਉਹ ਜੋ ਵੀ ਹੈਗਾ ਉਹ ਉਸ ਹਿਸਾਬ ਨਾਲ ਵੀ ਅਰੇਂਜ ਕਰੋ। ਠੀਕ ਹੈ, ਜੇ ਕਹਿੰਦੇ ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਛਾਦਨ ਨੀਕਾ। ਨਹੀਂ ਜਦੋਂ ਤੁਹਾਡੀ ਅੱਜ ਨਾ ਪਤਾ ਨਹੀਂ ਕੀ ਗੱਲ, ਮੇਰੀ ਆਵਾਜ਼ ਨਾ ਤੁਹਾਡੀ ਮਾਈਕ ਚ ਆ ਜਾਂਦੀ, ਕੋਈ ਗੱਲ ਨਹੀਂ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਤੇ ਸਤ ਸੀਕਾ ਮਤਲਬ ਕੀ ਹੈ? ਸੱਤ ਦਾ ਬਈ ਮੈਂ ਮਿਹਨਤ ਕਰਕੇ ਜਿਹੜਾ ਹੈਗਾ, ਮਿਹਨਤ ਕਰਾਂ ਇਸ ਰਸਤੇ ਦੇ ਉੱਤੇ, ਪਰਮਾਤਮਾ ਦੀ ਭਗਤੀ ਇਹਦੇ ਉੱਤੇ ਮੈਂ ਜਿਹੜਾ ਹੈਗਾ ਉਦਮ ਕਰਾਂ। ਸਤ ਸੀਕਾ ਦਾ ਮਤਲਬ ਹੈ ਸੱਤ ਦੇ ਨਾਲ। ਹਾਂ ਬਿਲਕੁਲ ਠੀਕ ਹੈ ਜੀ। ਹਾਂਜੀ, ਕਹਿੰਦਾ ਮੈਂ ਸੱਚਾ ਜੀਵਨ ਬਤੀਤ ਕਰਾਂ, ਮੇਰੇ ਜੀਵਨ ਚ ਧਰਮ ਹੋਵੇ। ਹਾਂ, ਇਹ ਚੀਜ਼ਾਂ ਵੀ ਚਾਹੀਦੀਆਂ ਨੇ, ਪਰ ਇਹ ਚੀਜ਼ਾਂ ਮੈਂ ਇਸ ਤਰੀਕੇ ਨਾਲ ਕਮਾਵਾਂ ਕਿ ਸੱਚ ਨਾ ਮੇਰੇ ਤੋਂ ਦੂਰ ਹੋ ਜੇ। ਉਹ ਕੱਲਾ ਸਮਾਨ ਨਹੀਂ ਮੰਗ ਰਹੇ, ਫਿਰ ਵੀ ਕਹਿੰਦੇ ਨੇ ਕਿ ਬਾਕੀ ਆਹ ਸਾਰਾ ਕੁਝ ਤੇ ਮੈਨੂੰ ਮਿਲ ਜੇ, ਪਰ ਮੇਰਾ ਜੀਵਨ ਦੇ ਵਿੱਚ ਸੱਚ ਬੜਾ ਜ਼ਰੂਰੀ ਹੈ, ਮੈਨੂੰ ਸੱਚ ਵੀ ਨਾਲ ਚਾਹੀਦਾ। ਇਹ ਜੋ ਵੀ ਉੱਤੇ ਖਾਣ ਪੀਣ ਦਾ ਮਤਲਬ ਕੀ ਮੰਗ ਰਹੇ ਨੇ, ਉਹਦੇ ਨਾਲ ਸੱਚ ਵੀ ਲੈ ਕੇ ਆ ਰਹੇ ਨੇ। ਉਹ ਸਾਨੂੰ ਇਹ ਸਮਝਾ ਰਹੇ ਨੇ ਕਿ ਇਹ ਨਾ ਹੋਵੇ ਕਿ ਤੁਸੀਂ ਇਕੱਲੇ ਪਦਾਰਥ ਹੀ ਮੰਗ ਲਿਓ ਤੇ ਸੱਚ ਨੂੰ ਨਾ ਮੰਗਿਓ। ਨਾਲ ਹੀ ਸਮਝਾਤਾ ਹੈ। ਅੱਜ ਅੱਗੇ ਬੋਲੋ ਨਿੱਜਰ ਸਾਹਿਬ। ਅਨਾਜ ਮੰਗੋ ਸਸੀ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੇ ਗਊ ਭੈਂਸ ਲਵੇਰੀ ਵੀ ਚਾਹੀਦੀ ਆ ਕਹਿੰਦੇ, ਔਰ ਇੱਕ ਘੋੜੀ ਵੀ ਜਿਹੜੀ ਹੈ ਮੈਨੂੰ ਚਾਹੀਦੀ ਆ। ਇਹ ਗਊ ਭੈਂਸ ਦੇ ਨਾਲ ਨਾਲ ਮੈਨੂੰ ਇੱਕ ਘੋੜੀ ਚਾਹੀਦੀ ਆ। ਗਊ ਭੈਂਸ ਮੰਗੋ ਲਾਵੇਰੀ। ਠੀਕ ਹੈ ਸਾਸ। ਹਾਂਜੀ ਦੱਸ ਸਕਦੇ ਜੀ, ਉਦੋਂ ਸਮੇਂ ਚ ਘੋੜੇ ਘਾੜੇ ਮੱਝਾਂ ਗਾਵਾਂ ਇਹ ਇੱਕ ਅਮੀਰ ਬੰਦੇ ਦੀ ਪਛਾਣ ਸੀ, ਤੇ ਉਸ ਹਿਸਾਬ ਨਾਲ ਉਹ ਚੀਜ਼ਾਂ ਉਹਨਾਂ ਨੇ ਮੰਗ ਰਹੇ ਨੇ, ਜਿਹੜੀਆਂ ਚੀਜ਼ਾਂ ਉਦੋਂ ਉਹਨਾਂ ਦੀ ਕੀਮਤ ਸੀ। ਹੁਣ ਸਮਾਂ ਜਿਵੇਂ ਜਿਵੇਂ ਬਦਲਦਾ ਜਾਂਦਾ ਹੈ ਔਰ ਬੰਦੇ ਦੀਆਂ ਜ਼ਰੂਰਤਾਂ ਵੀ ਬਦਲ ਜਾਂਦੀਆਂ ਨੇ, ਤੇ ਹੁਣ ਆਪਣੀਆਂ ਰਿਕੁਆਇਰਮੈਂਟਾਂ ਕੁਝ ਹੋਰ ਹੋ ਗਈਆਂ, ਆਪਾਂ ਕੁਝ ਹੋਰ ਮੰਗ ਰਹੇ ਹਾਂ। ਪਰ ਇੱਕ ਸਮਾਂ ਸੀ ਇਹ ਚੀਜ਼ਾਂ ਬੜੀ ਵੱਡੀ ਕੀਮਤ ਰੱਖਦੀਆਂ ਸਨ। ਠੀਕ ਹੈ ਜੀ। ਨਹੀਂ ਗੋਰਕੀ ਸਾਹਿਬ, ਮੈਨੂੰ ਇਹ ਵੀ ਨਾਲ ਸਮਾਨ
ਗੋਰਖੀ ਸਾਹਿਬ ਇਹ ਨਾ ਗਊ ਭੈਂਸ ਜਿਹੜਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੰਕੇਤਕ ਚੀਜ਼ਾਂ ਹੈਗੀਆਂ, ਮੰਗ ਹੋ ਰਹੇ ਆ, ਉਹਨਾਂ ਦੀ ਡਿਮਾਂਡ ਹੋ ਰਿਹਾ। ਹਾਂਜੀ ਦੱਸੋ, ਖੋਲੋ ਬਾਣੀ ਨੂੰ ਫਿਰ ਥੋੜਾ ਜਿਹਾ। ਹਾਂ ਉਹੀ ਤਾਂ ਮੈਂ ਕਹਿ ਰਿਹਾ, ਗਊ ਭੈਂਸ ਮੰਗੋ ਲਾਵੇਰੀ, ਕਹਿੰਦੇ ਖਿਮਾ ਤੇ ਧੀਰਜ ਕਰ ਗਊ ਲਵੇਰੀ, ਖਿਮਾ ਧੀਰਜ ਕਰ ਗਊ ਲਵੇਰੀ, ਆ ਸ਼ਬਦ ਹੈਗਾ ਖਿਮਾ ਧੀਰਜ ਕਰ ਗਊ ਲਵੇਰੀ। ਇਹ ਜਿਹੜਾ ਹੈਗਾ ਪਹਿਲੀ ਪਾਤਸ਼ਾਹੀ ਦਾ 1329 ਅੰਗ ਦੇ ਉੱਤੇ ਸ਼ਬਦ ਹੈਗਾ। ਉਹਦੇ ਵਿੱਚ ਆਉਂਦਾ ਹੈ ਕਿ ਜਿਹਦੇ ਵਿੱਚ ਆਉਂਦਾ ਦ੍ਰਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ, ਉਹਦੇ ਵਿੱਚ ਆਉਂਦਾ ਹੈ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀਐ। ਕਹਿੰਦੇ ਸਹਿਜ ਦੇ ਵਿੱਚ ਮੇਰਾ ਮਨ ਜਿਹੜਾ ਹੈ ਅੰਮ੍ਰਿਤ ਨੂੰ ਪੀਏ, ਮੇਰਾ ਮਨ ਬਛਰਾ ਅੰਮ੍ਰਿਤ ਪੀ ਲੈ। ਖਿਮਾ ਧੀਰਜ ਕਰ ਗਊ ਲਵੇਰੀ, ਆ ਗਊ ਲਵੇਰੀ ਚਾਹੀਦੀ ਆ, ਖਿਮਾ ਔਰ ਧੀਰਜ। ਔਰ ਕੱਪੜਾ ਆ ਚਾਹੀਦਾ, ਸਿਫਤ ਸ਼ਰਮ ਕਾ ਕੱਪੜਾ ਮੰਗੋ, ਸਿਫਤ ਸ਼ਰਮ ਦਾ ਕੱਪੜਾ ਚਾਹੀਦਾ ਮੈਨੂੰ ਜਿਹੜੀ ਹੈਗੀ ਮਿਹਨਤ, ਸ਼ਰਮ ਮਿਹਨਤ ਤੇ ਤੇਰੀ ਸਿਫਤ ਤੇ ਤੇਰਾ ਧਿਆਨ ਸਿਮਰਨ, ਤੇਰੀ ਭਗਤੀ, ਪ੍ਰੇਮ ਦਾ ਪ੍ਰੇਮ ਪਟੋਲਾ ਤੈ ਸ਼ੈ ਦਿੱਤਾ ਢੱਕਣ ਕੂ ਪਤ ਮੇਰੀ, ਆ ਮੈਨੂੰ ਕੱਪੜਾ ਚਾਹੀਦਾ ਹੈ। ਔਰ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ, ਆ ਮੈਨੂੰ ਚੌਲ ਚਾਹੀਦੇ ਆ ਜਤ ਔਰ ਸਤ ਦੇ, ਕਣਕ ਦਇਆ ਦੀ ਚਾਹੀਦੀ ਹੈ ਮੈਨੂੰ। ਦੁੱਧ ਕਰਮ ਸੰਤੋਖ ਘਿਓ, ਦੁੱਧ ਮੈਨੂੰ ਕਰਮ ਦਾ ਚਾਹੀਦਾ ਹੈ, ਤੇਰੀ ਬਖਸ਼ਿਸ਼ ਦਾ, ਸੰਤੋਖ ਦਾ ਘਿਓ ਚਾਹੀਦਾ ਹੈ ਮੈਨੂੰ। ਆਹ ਡਿਮਾਂਡ ਹੈਗੀ ਗੁਰਕੀ ਸਾਹਿਬ। ਠੀਕ ਹੈ ਜੀ। ਹਾਂਜੀ ਅਗਲੀ ਤੁਕ ਬੋਲੋ ਨਿੱਜਰ ਸਾਹਿਬ। दाल सीधा मांगो कि हमारा खुशी या खुशी करनी जो पनिया छादन का अनाज मंगो सत सीका। ਕਹਿੰਦੇ ਮੈਂ ਮਿਹਨਤ ਦਾ ਅਨਾਜ ਜਿਹੜਾ ਹੈਗਾ ਚਾਹੀਦਾ ਹੈ ਮੈਨੂੰ, ਮਿਹਨਤ ਦਾ ਅਨਾਜ ਚਾਹੀਦਾ ਹੈ। ਕਾਹਦਾ ਅਨਾਜ ਚਾਹੀਦਾ ਹੈ? ਅਨਾਜ ਜਿਹੜਾ ਚਾਹੀਦਾ ਮੈਨੂੰ ਆਤਮਾ ਦਾ ਅਨਾਜ ਚਾਹੀਦਾ ਹੈ। ਮੇਰੀ ਆਤਮਾ ਕਿਵੇਂ ਰੱਜੇ, ਆਤਮਾ ਦਾ ਭੋਜਨ ਚਾਹੀਦਾ ਹੈ ਮੈਨੂੰ। ਉਹ ਜਿਹੜਾ ਹੈਗਾ ਮੈਂ ਭਗਤੀ ਕਰਕੇ ਜਿਹੜੀ ਹੈਗੀ ਹੈ ਆਤਮਾ ਨੂੰ ਆਪਣੀ ਨੂੰ ਰਜਾਵਾਂ। ਹਾਂਜੀ ਵੀਰ ਜੀ। ਅਗਲੀ ਤੁਕ ਬੋਲੋ। ਗਊ ਭੈਂਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ। ਹੁਣ ਘੋੜੀ ਵੀ ਚਾਹੀਦੀ ਆ। ਹੁਣ ਜਿਹੜੀ ਹੈਗੀ ਤਾਜਨ ਕਹਿੰਦੇ ਆ ਘੋੜੀ, ਇਹ ਘੋੜੀ ਜਿਹੜੀ ਹੈਗੀ ਆ ਇਹ ਚੌਥੀ ਪਾਤਸ਼ਾਹੀ ਨੇ ਖੋਲ੍ਹੀ ਆ ਘੋੜੀ ਦੀ। ਘੋੜੀ ਕਿਹਨੂੰ ਕਿਹਾ ਆ? ਉਹ ਹੈਗਾ ਜਿਉਂ ਉਹ ਹੈਗਾ ਆਪਣੇ ਇੱਕ ਸੈਕਿੰਡ ਜੀ, ਕੋਈ ਨਹੀਂ ਤੁਸੀਂ ਆਪਣੇ ਹਿਸਾਬ ਨਾਲ ਕਰ ਦਿਓ ਅਰਥ, ਕੋਈ ਗੱਲ ਨਹੀਂ। ਹਾਂ ਘੋੜੀ ਜਿਹੜੀ ਉਹਨਾਂ ਨੇ ਕਿਹਾ ਹੈ, ਘੋੜੀ ਜਿਹੜੀ ਤੇਜਨ ਜੀ ਰਾਮ ਪਾਈਆ ਰਾਮ, ਹਾਂ ਦੇ ਸਰੀਰ ਮੈਨੂੰ ਜਿਹੜਾ ਹੈਗਾ ਇਹ ਵਧੀਆ ਘੋੜੀ ਚਾਹੀਦੀ ਹੈ। ਸਰੀਰ ਮੇਰਾ ਜਿਹੜਾ ਹੈ ਨਿਰੋਗ ਰਹੇ, ਮੈਂ ਤੇਰੀ ਭਗਤੀ ਕਰ ਸਕਾਂ, ਇਹ ਚਾਹੀਦੀ ਹੈ ਘੋੜੀ। ਇੱਕ ਤਾਜਨ ਤੁਰੀ ਚੰਗੇਰੀ, ਚੰਗੀ ਜਿਹੜੀ ਚੰਗੀ ਮੈਂ ਯਾਤਰਾ ਅਧਿਆਤਮਿਕ ਕਰਨੀ ਹੈ, ਅਧਿਆਤਮਿਕ ਸਫ਼ਰ 'ਤੇ ਮੈਨੂੰ ਵਧੀਆ ਲੈ ਕੇ ਚੱਲੇ। ਅਤੇ ਘਰ ਕੀ ਗੀਹਨ ਚੰਗੀ, ਔਰ ਘਰ ਕੀ ਗੀਹਨ ਕਹਿੰਦੇ ਆ ਘਰ ਵਾਲੀ ਮੈਨੂੰ ਚੰਗੀ ਚਾਹੀਦੀ ਆ। ਔਰ ਘਰ ਕੀ ਗੀਹਨ ਵੀ ਮਹਾਰਾਜ ਨੇ ਖੋਲ੍ਹੀ ਆ, ਨਿਜ ਭਗਤੀ ਸੀਲਵੰਤੀ ਨਾਰ, ਮੈਨੂੰ ਘਰ ਕੀ ਗੀਹਨ ਚਾਹੀਦੀ ਆ। ਜੇ ਇੱਕ ਹੋਰ ਆਉਂਦਾ ਹੈ, ਜਿਉਂ ਪੁਰਖੇ ਕਰ ਭਗਤੀ ਨਾਰ ਹੈ ਅਤ ਲੋਚੇ ਭਗਤੀ ਪਾਏ, ਬਹੁ ਰਸ ਸਾਲਣੇ ਸਵਾਰ ਦੀ ਖਟ ਰਸ ਮੀਠੇ ਪਾਏ, ਤਿਉਂ ਬਾਣੀ ਭਗਤ ਸਲਾਹੁੰਦੇ ਹਰ ਨਾਮੇ ਚਿੱਤ ਲਾਏ। ਮੈਨੂੰ ਆਹ ਭਗਤੀ ਚਾਹੀਦੀ ਆ। ਇਹ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ, ਇਹ ਆਹ ਵਾਲੀ ਭਗਤੀ ਚਾਹੀਦੀ ਹੈ। ਭਗਤੀ ਨਾਰ ਚਾਹੀਦੀ ਆ। ਇਹ ਜਿਹੜੀ ਹੈ ਬੰਦੇ ਨੂੰ ਵੀ ਚਾਹੀਦੀ ਹੈ ਅਤੇ ਔਰਤ ਨੂੰ ਵੀ ਚਾਹੀਦੀ ਹੈ, ਦੋਨਾਂ ਨੂੰ ਇਹ ਭਗਤੀ ਨਾਰ ਚਾਹੀਦੀ ਹੈ ਭਾਈ। ਹਾਂਜੀ ਵੀਰ ਜੀ। ਠੀਕ ਹੈ ਜੀ। ਅਗਲੀ ਤੁਕ ਬੋਲੋ। ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੈ ਮੰਗੀ ਮਾਲਕਾ, ਮੈਂ ਤਾਂ ਮੰਗ ਕੇ ਲਊਂਗਾ, ਮੈਨੂੰ ਕੋਈ ਸ਼ਰਮ ਨਹੀਂ ਆ। ਆਹ ਚੀਜ਼ਾਂ ਤਾਂ ਮੈਨੂੰ ਚਾਹੀਦੀਆਂ ਹੈ। ਹਾਂਜੀ ਵੀਰ ਜੀ। ਠੀਕ ਹੈ। ਸਾਧ ਸੰਗਤ ਜੀ, ਸਾਰੀਆਂ ਡਿਮਾਂਡਾਂ ਉਹਨਾਂ ਪਰਮਾਤਮਾ ਦੇ ਗੜੀ ਰੱਖੀਆਂ ਨੇ ਕਿ ਇਹ ਜਿਹੜੀਆਂ ਡਿਮਾਂਡਾਂ ਨੇ ਮੈਨੂੰ ਪੂਰੀਆਂ ਕੀਤੀਆਂ ਜਾਣ। ਪਰ ਉਹ ਚਾਹੁੰਦੇ ਨੇ ਕਿ ਮੈਨੂੰ ਇਹ ਸਭ ਅਧਿਆਤਮਿਕ ਚੀਜ਼ਾਂ ਪ੍ਰਾਪਤ ਹੋਣ। ਹਾਂ ਠੀਕ ਹੈ ਨਿੱਜਰ ਸਾਹਿਬ, ਅੱਗੇ ਚੱਲੀਏ। ਕਿਉਂਕਿ ਅਧਿਆਤਮਿਕ ਯਾਤਰਾ ਕਰਨੀ ਹੈ। ਅੱਗੇ ਤਾਂ ਡਿਮਾਂਡ ਖਤਮ ਹੋ ਗਈ ਉਹਨਾਂ ਦੀ ਜਿਹੜੀ ਹੈਗੀ ਡਿਮਾਂਡ, ਸ਼ਬਦ ਵੀ ਖਤਮ ਹੋ ਗਿਆ। ਇਸ ਤੋਂ ਅੱਗੇ ਸਾਡੀ ਆਵਾਜ਼ ਬੰਦ ਹੋ ਗਈ ਨਿੱਜਰ ਸਾਹਿਬ। ਮੈਂ ਕਿਹਾ ਵੀ ਸ਼ਬਦ ਇਸ ਪੂਰਾ ਹੋ ਗਿਆ ਜੀ ਧੰਨਾ ਜੀ ਦਾ, ਜਨ ਧੰਨਾ ਲੈਵੇ ਮੰਗੀ। ਨਹੀਂ ਤੇ ਅੱਜ ਲਾਸਟ ਹੈ, ਹੋਰ ਜਾਣਾ ਨਹੀਂ ਆਪਾਂ। ਹਾਂ ਹੋਰ ਸ਼ਬਦ ਹੈਗਾ ਉਹ, ਇਹ ਰਾਗ ਦੇ ਵਿੱਚ ਇਹੀ ਸ਼ਬਦ ਆਖਰੀ ਸੀਗਾ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਅਗਲਾ ਸ਼ਬਦ ਲੈ ਰਹੇ ਹਾਂ। ਉਹ ਹਾਂਜੀ ਉਹ ਹੈਗਾ ਜੈਤ ਸ੍ਰੀ ਰਾਗ ਦੇ ਵਿੱਚ। ਜੈਤ ਸ੍ਰੀ ਰਾਗ ਦੇ ਵਿੱਚ ਉਹ ਹੈ ਸ਼ਬਦ ਹੈਗਾ 710 ਅੰਗ ਦੇ ਉੱਤੇ। ਉਹ ਸ਼ਬਦ ਹੈ, ਉਹ ਵੀ ਆਖਰੀ ਸ਼ਬਦ ਹੈ, ਇੱਕੋ ਹੀ ਸ਼ਬਦ ਹੈ ਭਗਤਾਂ ਦਾ ਪੂਰੇ ਜੈਤਸਰੀ ਰਾਗ ਦੇ ਵਿੱਚ। ਅਤੇ ਰਵਿਦਾਸ ਜੀ ਦਾ ਸ਼ਬਦ ਹੈਗਾ
जयश्री बाणी भगतां की एक ओंकार सतगुर प्रसाद नाथ कछु ना जानो मन माया के हाथ बिकानो रहाओ। हे मेरे मालका, मैं अनाथ है मालका, मैं कुछ भी मेरी पेश नहीं चल रही, मैं कुछ मैनू कुछ आ ही नहीं रहा भी मैं किस तरह जिहड़ा हैगा ये जिहड़ी तू गेम पाई हुई आ इन्हां दा मुकाबला मैं किस तरीके दे नाल करां। ये काम क्रोध लोभ मोह हंकार जिहड़े तू पाए आ मैं किस तरह इन्हां दे नाल जिहड़ा हैगा इन्हां तो जित्तां, मैं किस तरह अपने मन नूं जिहड़ा हैगा बचावां इन्हां तो। नाथ कछु ना जानो, मैं मेरी पेश नहीं चल रही, मन माया के हाथ बिकानो रहो। कहते मेरा मन तो पूरा बिक गया है माया के हाथ, पूरा तो पूरा माया ने खरीद लिया है। जिमें दी चाहती है, जिमें काम क्रोध लोभ मोह हंकार चाहते उवें नचाई फिरदे आ मेरे मन नूं। रहाओ नाथ कछु ना जानो मन माया के हाथ बिकानो रहाओ। तुम कहियत हो जगत गुर स्वामी, हम कहियत कलयुग के कामी। मालका तू तो जिहड़ा हैगा तैनूं दुनिया कहती है तू सारी दुनिया का मालक हैगा आ, स्वामी हैगा सारे जगत का, तू तो स्वामी हैगा। पर मैं तो जिहड़ा हैगा असी कौन है, कहते असी तो कलयुग के कामी है, मैं तो कलयुग का कामी हैगा आ। मेरे तो डिमांडा ही डिमांडा आउंदियां आ, मेरे तो वासना ही भरियां पईयां मेरे अंदर। तुम कहियत हो जगत गुर स्वामी, हम कहियत कलयुग के कामी। इन पंचन मेरो मन जो बिगाड़ियो, पल पल हर जीते अंतर पारियो। कहते काम क्रोध लोभ मोह हंकार इन्होंने मेरे मन नूं ऐसा बिगाड़ दिता है, ऐसा बिगाड़ दिता है कि हरेक सेकंड दे विच अवगुण कर करके जिहड़ा हैगा तेरे नालों दूरी ਵਧਾਈ जा रहे है, गेम नूं होर हार्ड करी जा रहे हैं। हाँ जी वीर जी। नाथ कछु ना जानो मन माया के हाथ बिकानो, मेरी पेश नहीं चल रही, मैं कुछ नहीं जानता मालका, मेरा जिहड़ा हैगा मेरा मन तो पूरी तरह बिक गया है माया दे हाथ। रहाओ। हाँ जी ठीक है जी। हुण आपां नूं समझा रहे ने कि भगत बाणी है ना। हाँ जी। भगत किहड़े भगत दी बाणी है? ये जी रविदास जी दी हैगी आ। रविदास जी दी। कहते नाथ कछु ना जानो, परमात्मा नूं कहंदे ने कि मैं ते कुछ नहीं जानदा। हाँ जी हाँ जी। देखो एक तो अपना ज्ञान हुंदा है ना कि मैनूं थोड़ा बहुता पता है, वो बिल्कुल ही सिलेंडर करके बह गए ने, कहंदे मैनूं कुछ नहीं पता, कुछ नहीं पता मैनूं, क्योंकि बुझारती इन्नी औखी है, सूखम हैगी है ते ओनूं ਉਹ ਕਹਿੰਦੇ नहीं पता लगन दिया मैं कुछ नहीं जान। ठीक है। अगली तुक फिर लिख रहे ने मन माया के हाथ बिकानो। कहते जिहड़ा मेरा मन है वो माया दे हत्थी विक चुकिया ਜਾਂ विक ਰਿਹਾ, विक गया बस, वो माया ने खरीद लिया। जिधर माया कहती है, जिधर काम क्रोध लोभ मोह अहंकार कहते हैं मजा लिया चूं कर जाए, बिल्कुल उसी तरह कर विक गया। मन का मतलब ही है कि अवगुण, हाँ अवगुण पावरफुल है, ਤੁਹਾਡਾ कंट्रोल नहीं है। मन का मतलब पता की, देखो मन का मतलब कि ਤੁਸੀਂ ਸ਼ਕਤੀਹੀਨ ਜੋ, ਜਿੱਦਾਂ ਇੱਕ ਟਾਂਗੇ ਨੂੰ ਘੋੜਾ ਖਿੱਚੀ ਜਾਂਦਾ ਨਾ, ਬਸ ਉਹ ਹਿਸਾਬ ਜੋ। ਹੁਣ ਟਾਂਗੇ ਦੀ ਕੀ ਪਾਵਰ ਹੈ, ਟਾਂਗੇ ਚ ਵਿਚਾਰਾ ਤੇ ਟਾਂਗਾ ਤੇ ਉਹ ਤੇ ਫੋਲੋ ਕਰਦਾ ਘੋੜੇ ਨੂੰ। ਜਦੋਂ ਘੋੜਾ ਰੁਕ ਗਿਆ, ਜਦੋਂ ਤੁਰ ਪਿਆ ਤੇ ਘੋੜੇ ਦੇ ਮਗਰੇ ਤੁਰ ਪਿਆ। ਸੋ ਉਹ ਕਹਿੰਦੇ ਨੇ ਕਿ ਮੇਰਾ ਮਨ ਹੈ ਜਿਹੜਾ ਉਹ ਮਤਲਬ ਮਾਇਆ ਦੇ ਹੱਥ ਚ ਆ ਗਿਆ ਤੇ ਹੁਣ ਮਤਲਬ ਉਹ ਮਾਇਆ ਦਾ ਰੰਗ ਉੱਤੇ ਬਹੁਤ ਚੜ ਗਿਆ। रंग ਤੁਹਾਨੂੰ पता ही है, रंग किहड़े काम क्रोध लोभ मोह हंकार राग ते द्वेष, ਜਿਹੜੀ ਆਪਾਂ ਈਰਖਾ ਕਰਦੇ ਹਾਂ, ਜੈਲਸੀ ਕਰਦੇ ਹਾਂ, ਜਾਂ ਆਪਣੇ ਬੰਦਿਆਂ ਨੂੰ ਆਪਾਂ ਉੱਪਰ ਚੁੱਕਣਾ ਚਾਹੁੰਦੇ ਹਾਂ, ਦੂਜੇ ਨੂੰ ਥੱਲੇ ਕਰਦੇ ਹਾਂ, ਇਹ द्वेष ਚ ਆਉਂਦਾ। ਰਾਗ ਚ ਆਉਂਦਾ ਹੈ ਆਪਣਾ ਬੰਦਾ ਗਲਤ ਵੀ ਹੋਵੇ ਉਹਦੇ ਲਈ ਕੁਛ ਨਹੀਂ ਬੋਲਣਾ, ਤੇ ਜਿਹੜਾ ਦੂਜਾ ਬੰਦਾ ਸਹੀ ਆ ਉਹ ਤੇ ਕੀੜੇ ਪਾਈ ਜਾਣੇ। ਇਹ ਰਾਗ ਚ ਆਉਂਦਾ। ਇਹ ਬਹੁਤ ਮਾੜਾ ਔਗਣ ਹੈ। ਇਹ ਵੀ ਔਗਣ ਸਾਨੂੰ ਕਹਿੰਦੇ ਆ ਕਿ ਇਹ ਵੀ ਉਹਦੇ ਚ ਹੀ ਲੈ ਕੇ ਆਉਂਦਾ ਹੈ। ਅਗਲੀ ਤੋਂ ਕੋਲ ਨੇ ਜੈਸਾ तुम कहियत हो जगत गुर स्वामी, हम कहियत कलयुग के कामी। कहते मालका तू तो जगत का सारे संसार का गुरु हैगा आ, मालक हैगा आ सारे संसार का, ते असी जिहड़े मैं जिहड़ा हैगा मैं तो कलयुग का कामी हैगा आ, मैनू तो कलयुगी जीव हैगा आ। मेरे अंदर तो कामनावां छाई पईयां आ। मेरे अंदर जिहड़ी हैगियां हर डिमांड, हरेक जिहड़ी माया दे पंजां तत्तां दियां जिहड़ियां हैगियां इन्हां दे विच ही मेरा मन जिहड़ा हैगा घूमी जा रहा है। हाँ जी वीर जी। हाँ जी। वो कहंदे ने कि तुसीं जिहड़े जगत दे स्वामी जो, स्वामी दा मतलब मालक, हेड, मालक।
ਤੇ ਕਹਿੰਦੇ ਮੈਂ ਜਿਹੜਾ ਦੂਜੀ ਤਰਫ ਆ, ਅਸੀਂ ਜਿਹੜੇ ਆ ਅਸੀਂ ਕਲਯੁਗ ਦੇ ਕਾਮੀ ਆ। ਕਾਮਨਾਵਾਂ ਭਰੀਆਂ ਨੇ ਸਾਡੇ ਅੰਦਰ, ਵਾਸ਼ਨਾਵਾਂ ਭਰੀਆਂ ਨੇ, ਇੱਛਾਵਾਂ ਭਰੀਆਂ ਨੇ। ਆਪ ਜਸਟ ਦੇਖੋ, ਜਿਹੜੀਆਂ ਇੱਛਾ ਆਪਾਂ ਕਰਕੇ ਬੈਠੇ ਆ ਨਾ, ਉਹਨੂੰ ਪੂਰਾ ਕਰਨ ਦੇ ਲਈ ਪਤਾ ਨਹੀਂ ਕਿੰਨੇ ਜਨਮ ਲੱਗ ਜਾਣੇ ਆ। ਇਹ ਜਨਮ ਤੇ ਪੋਸੀਬਲ ਹੀ ਨਹੀਂ ਹੈਗਾ। ਬਿਲਕੁਲ। ਬੰਦੇ ਦੇ ਅੰਦਰ ਜਿਹੜੀ ਇੱਛਾ ਸ਼ਕਤੀ ਆ ਬੜੀ ਪਾਵਰਫੁਲ ਆ, ਪ੍ਰਚੰਡ ਆ। ਬੈਠਾ ਬੈਠਾ ਪਤਾ ਨਹੀਂ ਕੀ ਬਣਨ ਨੂੰ ਫਿਰਦਾ, ਬਿਲ ਗ੍ਰੇਟ ਉਹ ਕੀਮਤਾ ਕੀ ਬਣਨ, ਵੈਰਨ ਬ੍ਰਦਰ ਬਣਨ ਨੂੰ ਫਿਰਦਾ, ਜਾਂ ਐਲਨ ਮਸਕ ਬਣਨ ਨੂੰ ਫਿਰਦਾ ਵਾ। ਬੰਦਾ ਬੈਠਾ ਬੈਠਾ ਇਹਦੀਆਂ ਇੱਛਾਵਾਂ ਦੀ ਕੋਈ ਸੀਮਾ ਨਹੀਂ ਹੈਗੀ। ਇੱਕ ਟਾਈਮ ਆਉਂਦਾ ਫਿਰ ਦੁਨੀਆ ਦਾ ਮਾਲਕ ਵੀ ਬਣਨ ਨੂੰ ਫਿਰਦਾ। ਬਾਣੀ ਚ ਪਹਿਲਾਂ ਹੀ ਕਿਹਾ ਕਿ ਸਰਬ ਜਗਤ ਦਾ ਰਾਜਾ ਤੂੰ ਕਿਹਾ, ਤੂੰ ਭਾਵੇਂ ਤੂੰ ਸਾਰੇ ਸੰਸਾਰ ਦਾ ਰਾਜਾ ਵੀ ਬਣ ਜਾਏਗਾ, ਤੂੰ ਸੁਖੀ ਨਹੀਂ ਹੋ ਸਕਦਾ, ਤੂੰ ਦੁਖੀ ਰਹੇਂਗਾ। ਕਿਉਂਕਿ ਜਿਹੜੀ ਚੀਜ਼ ਤੈਨੂੰ ਚਾਹੀਦੀ ਆ ਉਹ ਜੜ ਪਦਾਰਥ ਚ ਨਹੀਂ ਹੈਗੀ। ਉਹ ਤੇ ਕੇਵਲ ਇਸ ਕਰਕੇ ਤੈਨੂੰ ਚੀਜ਼ਾਂ ਅਟਰੈਕਟ ਕਰਦੀਆਂ ਨੇ ਕਿਉਂਕਿ ਤੇਰਾ ਮਨ ਜੜ ਹੈ, ਪਰ ਤੂੰ ਜੜ ਨਹੀਂ ਆ, ਤੂੰ ਦਰਪਣ ਆ, ਤੇਰੇ ਅੰਦਰ ਰਿਫਲੈਕਟ ਹੁੰਦਾ ਵਾ। ਇਸ ਕਰਕੇ ਇੱਕ ਚੀਜ਼ ਮੈਂ ਇਹ ਵੇਖੀ ਸਾਧ ਸੰਗਤ ਜੀ, 2 ਕੁ ਦਿਨ ਪਹਿਲਾਂ ਮੈਨੂੰ ਬੁਖਾਰ ਚੜਿਆ ਤੇ ਮੈਨੂੰ ਵਿਮਲ ਕੀਰਤੀ ਦੀ ਗੱਲ ਚੇਤੇ ਆ ਗਈ। ਤੇ ਵਿਮਲ ਕੀਰਤੀ ਨੂੰ ਜਦੋਂ ਪੁੱਛਣ ਨਹੀਂ ਗਿਆ ਸੀ, ਜਿਹੜਾ ਇੱਕ ਸਾਧਕ ਹੈਗਾ ਤੇ ਉਹ ਸ਼ਰਾਬਾ ਕੇ ਗਿਆ ਸੀ ਤੇ ਉਹਨੂੰ ਪੁੱਛਣ ਗਿਆ ਸੀ ਕਿ ਵਿਮਲ ਕੀਰਤੀ ਕੋ ਜਾਣਾ ਨਹੀਂ, ਉਹ ਕੋ ਨਾ ਜਾਇਓ। ਤੇ ਉਹ ਸਵਾਲ ਏਦਾਂ ਦੇ ਕਰਦਾ, ਤਾਰਾਂ ਖੜਕਾ ਦਿੰਦਾ ਬੰਦੇ ਦੇ ਅੰਦਰ। ਤੇ ਡਰਦਾ ਉਹਦੀ ਕੁਟੀਆ ਚ ਕੋਈ ਜਾਂਦਾ ਹੀ ਨਹੀਂ। ਬਿਮਾਰ ਬਹੁਤ ਸੀ ਵਿਮਲ ਕੀਰਤੀ। ਤੇ ਇੱਕ ਚਲਾ ਗਿਆ, ਮੰਜੂ ਪਤਾ ਨਹੀਂ ਏਦਾਂ ਦਾ ਕੋਈ ਨਾਂ ਸੀ। ਚਲੋ ਚਲਾ ਗਿਆ, ਉਹਨੇ ਵਿਮਲ ਕੀਰਤੀ ਨੂੰ ਪਹਿਲਾਂ ਹੀ ਸਵਾਲ ਕੀਤਾ। ਵਿਮਲ ਕੀਰਤੀ ਲੰਮਾ ਪਿਆ, ਕਹਿੰਦਾ ਕਿ ਤੁਸੀਂ ਸਵਸਥ ਜੋ? ਤੇ ਉਹ ਜਿਹੜਾ ਲੰਮੇ ਪਿਆ ਸੀ, ਜਿਹਨੂੰ ਪਤਾ ਨਹੀਂ ਕਿੰਨਾ ਕੁ ਨੁਕਸ ਸੀ, ਉਹ ਉੱਠ ਕੇ ਬਹਿ ਗਿਆ। ਤੇ ਇਹ ਵੀ ਮੰਜੂ ਵੀ ਡਰ ਗਿਆ ਕਿ ਇਹ ਤੇ ਹੁਣੇ ਲੰਮਾ ਪਿਆ, ਇੰਝ ਲੱਗਦਾ ਇਹਨੇ ਮਰ ਜਾਣਾ, ਤੇ ਉੱਠ ਕੇ ਬਹਿ ਗਿਆ। ਕਹਿੰਦਾ ਤੂੰ ਕਿਹੜਾ ਸਵਾਲ ਕੀਤਾ ਈ? ਕਹਿੰਦਾ ਸਵਸਥ। ਕਹਿੰਦਾ ਜਿਹੜਾ ਮੈਂ ਸਵੈ ਦੇ ਵਿੱਚ ਅਸਥ ਆ। ਓਏ ਮੂਰਖਾ, ਤੂੰ ਮਹਾਤਮਾ ਬੁੱਧ ਦਾ ਚੇਲਾ ਹੋ ਕੇ ਇੰਨਾ ਘਟੀਆ ਸਵਾਲ ਕੀਤਾ। ਇੱਕ ਛੋਟਾ ਸਵਾਲ ਕਰਤਾ ਕਿ ਪੁੱਛਣ ਦਿਆ ਤੂੰ ਸਵਸਥ ਜੋ? ਉਹ ਕਹਿੰਦਾ ਮੇਰੇ ਸਰੀਰ ਨੂੰ ਕੁਛ ਹੋ ਸਕਦਾ, ਮੈਨੂੰ ਕੁਛ ਨਹੀਂ ਹੋਣਾ। ਮੈਂ ਅਮਰ ਆ, ਮੈਂ ਮਰਦਾ ਨਹੀਂ, ਨਾ ਮੈਂ ਜੰਮਦਾ। ਠੀਕ ਹੈ, ਮੈਂ ਅਜਨਮਿਆ ਵਾਂ, ਮੈਂ ਚੇਤਨਾ ਵਾਂ, ਸੱਚ ਚਿੱਤ ਆਨੰਦ ਵਾਂ। ਤੇ ਉਹ ਗੱਲ ਮੈਂ ਮਹਿਸੂਸ ਕੀਤੀ। 3 ਦਿਨ ਨਜਸਾ ਪਹਿਲਾਂ ਬੁਖਾਰ ਚੜਿਆ, ਮੈਨੂੰ ਏਦਾਂ ਪਤਾ ਲੱਗ ਗਿਆ ਕਿ ਇਹ ਜਿਹੜਾ ਨੁਕਸ ਪਿਆ ਆਂਦਿਆ ਵਾ, ਇਹ ਬੁਖਾਰ ਮੇਰੇ ਸਰੀਰ ਨੂੰ ਚੜ੍ਹਨ ਦਿਆ, ਮੈਨੂੰ ਨਹੀਂ ਚੜਿਆ। ਆਪ ਦੇਖੋ ਇਹ ਚੀਜ਼ ਉਹ ਸੱਚੀ ਉਹ ਬੰਦਾ ਕਹਿੰਦੇ ਆ ਵਿਮਲ ਕੀਰਤੀ। ਇੱਕ ਸਮਾਂ ਆਉਣਾ ਹੈ ਜਦੋਂ ਤੁਹਾਡੀ ਸਮਾਧੀ ਗਹਿਰੀ ਹੋ ਗਈ ਨਾ, ਤੇ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਮੇਰੇ ਸਰੀਰ 'ਚ ਨੁਕਸ ਆ ਔਰ ਮੈਂ ਤੇ ਸਰੀਰ ਵੱਖ ਆ। ਮੈਂ ਇਸ ਮਸ਼ੀਨ ਨੂੰ ਯੂਜ਼ ਕਰ ਰਿਹਾ। ਔਰ ਜਿੱਦਾਂ ਇੱਕ ਮਸ਼ੀਨ ਹੁੰਦੀ ਹੈ ਨਾ, ਤੁਸੀਂ ਦੇਖੋ ਆਪਾਂ ਦੇਖੋ ਕਾਰ ਦੇ ਬਾਰੇ ਆਪਾਂ ਨੂੰ ਜ਼ਿਆਦਾ ਗਿਆਨ ਥੋੜੀ ਆ, ਉਹ 'ਚ ਕਿੱਦਾਂ ਮੈਕੈਨਿਜ਼ਮ ਕੰਮ ਕਰਦਾ। ਸਾਨੂੰ ਇੰਨਾ ਪਤਾ ਹੁੰਦਾ ਵਾ ਇਹ ਗੇਅਰ ਪੈਂਦਾ ਵਾ, ਬ੍ਰੇਕ ਆ, ਕਲੱਚ ਆ, ਸਟੀਅਰਿੰਗ ਆ, ਤੇ ਟਾਇਰ ਟੂਰ ਹੈਗੇ ਆ, ਇਹ ਛੋਟੀ ਮੋਟੀ ਮੇਨਟੇਨੈਂਸ। ਇੰਨਾ ਜਾਣਕਾਰੀ ਕਾਫੀ ਹੁੰਦੀ ਹੈ ਤੇ ਸੜਕ ਰੋਡ ਤੇ ਆਪਾਂ ਕਿੱਦਾਂ ਚਲਾਉਣਾ। ਬਾਕੀ ਡੀਪ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਨੂੰ ਨਹੀਂ ਪਤਾ। ਹੁਣ ਮੋਬਾਇਲ ਦੀ ਇਨਫੋਰਮੇਸ਼ਨ ਅੰਦਰ ਕੀ ਹੈ ਸਾਨੂੰ ਪਤਾ ਹੈ? ਤੁਹਾਨੂੰ ਪਤਾ ਹੈ? ਨਹੀਂ। ਆਪਾਂ ਨੂੰ ਕੇਵਲ ਥੋੜਾ ਬਹੁਤਾ ਪਤਾ ਹੈ, ਇੰਟਰਨੈਟ ਯੂਜ਼ ਕਰਨਾ ਹੈ, ਕਾਲ ਕਰਨੀ ਹੈ, ਫੋਟੋਆਂ ਭੇਜ ਦਿੰਦੇ ਨੇ। ਹੁਣ ਫੋਟੋ ਕਿੱਦਾਂ ਜਾਂਦੀ ਹੈ ਜੇ WhatsApp ਤੇ, ਉਹ ਇੱਕ ਬਹੁਤ ਵੱਡੀ ਇੱਕ ਟੈਕਨੀਕਲ ਚੀਜ਼ ਹੈ। ਸੋ ਕਹਿਣ ਤੋਂ ਭਾਵ ਹੈ ਕਿ ਸਾਨੂੰ ਓਨਾ ਕੀ ਪਤਾ ਵਾ ਜਿੰਨੀ ਕਿ ਸਾਡੀ ਜ਼ਰੂਰਤ ਹੈ। ਸੋ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਵਿਮਲ ਕੀਰਤੀ ਵਾਲਾ ਹਿਸਾਬ ਆ ਕਿ ਜਦੋਂ ਤੁਸੀਂ ਸਾਧਨਾ ਕੀਤੀ ਤੇ ਤੁਸੀਂ ਉਸ ਅਵਸਥਾ ਨੂੰ ਅਨੁਭਵ ਕਰਨਾ ਹੈ ਕਿ ਸਰੀਰ ਮੇਰੇ 'ਚ ਦੁੱਖ ਆ ਪਰ ਮੈਨੂੰ ਦੁੱਖ ਨਹੀਂ ਹੈਗਾ। ਉਹ ਜਿਹੜਾ ਭੌਰ ਵਿੱਚ ਉੱਡ ਜਾਂਦਾ ਹੈ ਨਾ, ਜਦੋਂ ਮੌਤ ਆਉਂਦੀ ਹੈ, ਇਹ ਸਰੀਰ 'ਚੋਂ ਕੱਢ ਲੈਂਦੇ ਆ ਮੌਤ, ਤੇ ਫਿਰ ਉਹ ਜਿਹੜਾ ਅਨੁਭਵ ਕਰਦਾ ਵਾ ਉਹ ਇੱਕ ਚੇਤਨਾ ਵਾ। ਆਪ ਜਸਟ ਦੇਖੋ, ਆਪ ਸੁੱਤੇ ਹੁੰਦੇ ਰਾਤ ਨੂੰ, ਨਿੱਜਾ ਸਾਹਿਬ ਦੱਸਦਾ ਵੀ ਰਾਤ ਨੂੰ ਕਿ ਹਾਂ ਵੀ ਸੁਪਨਾ ਕਿਹੜਾ ਮੈਨੇ ਵੇਖਿਆ। ਬਿਲਕੁਲ ਪੂਰੀਆਂ ਗੱਲਾਂ ਕਲੀਅਰ ਹੁੰਦੀਆਂ ਨੇ ਰਾਤ ਨੂੰ। ਜੇ ਤੁਹਾਨੂੰ ਕੋਈ ਸੁਪਨਾ ਨਹੀਂ ਵੀ ਆਇਆ ਨਾ, ਤੇ ਉਹ ਦੱਸਦੀ ਹੈ ਚੇਤਨਾ ਤੁਹਾਡੀ ਵੀ ਅੱਜ ਸੁਪਨਾ ਕੁਝ ਨਹੀਂ ਆਇਆ, ਮਨ ਨੇ ਕੁਛ ਵੀ ਨਹੀਂ ਵੇਖਿਆ, ਮਨ ਸੁੱਤਾ ਸੀ। ਤੇ ਦੱਸਦੇ ਨਹੀਂ ਆ ਆਪਾਂ ਅਸਕਰ। ਇਹ ਕੌਣ ਦੱਸਣ ਵਾਲਾ ਕਿ ਅੱਜ ਸੁਪਨਾ ਨਹੀਂ ਆਇਆ? ਸਹੀ ਹੈ ਨਾ ਜੱਸਾ? ਬਿਲਕੁਲ ਸਹੀ ਹੈ। ਇਹ ਜੇ ਜਿਉਂਦੇ ਜੀ ਇਹ ਕਰਨਾ ਹੈ, ਕਿਉਂਕਿ ਜਿਹੜਾ ਹੈਗਾ ਆਪਣੀਆਂ ਸਰੀਰ ਔਰ ਆਤਮਾ ਦੋਨੋਂ ਅਲੱਗ-ਅਲੱਗ ਹੈਗੇ ਆ। ਜਦ ਆਪਾਂ ਜਿਉਂਦੇ ਜੀ ਇਹ ਚੀਜ਼ ਨੂੰ ਅਲੱਗ ਕਰ ਲਿਆ ਤੇ ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਾਂ ਨੂੰ ਕੁਛ ਵੀ ਨਹੀਂ ਕਰ ਸਕਦੇ। ਹਾਂਜੀ ਵੀਰ ਜੀ। ਹਾਂ, ਇਹ ਜਿਹੜਾ ਇਹ ਭਗਤੀ ਦਾ ਮਤਲਬ ਇੰਨਾ ਵਾ ਕਿ ਇਹ 5 ਤੱਤਾਂ ਦਾ ਸਰੀਰ ਨੂੰ ਆਪਣੀ ਚੇਤਨਾ ਤੋਂ ਅਲੱਗ ਕਰਕੇ ਦੇਖਣਾ। ਔਰ ਉਤੋਂ ਅਲੱਗ ਕਰਨ ਦਾ ਇੱਕ ਸਿੰਪਲ ਜਿਹਾ ਤਰੀਕਾ, ਵਿਚਾਰਾਂ ਨੂੰ ਰੋਕ ਦਿਓ। ਕਿਉਂਕਿ ਚਿੱਤ ਦੇ ਵਿੱਚ ਵਿਚਾਰ ਪ੍ਰਗਟ ਹੁੰਦੇ ਆ ਤੇ ਇਹ ਸੰਸਾਰ ਹੈਗਾ।
ਚਿੱਤ ਜਦੋਂ ਨਿਰਵਿਚਾਰ ਹੋ ਜਾਂਦਾ ਹੈ ਤੇ ਫਿਰ ਨਿਰਾਕਾਰ ਹੀ ਰਹਿ ਜਾਂਦਾ ਹੈ। ਇਹ ਜ਼ਿਆਦਾ ਗਹਿਰੀ ਗੱਲ ਨਹੀਂ ਹੈਗੀ। ਇਸ ਲਈ ਕਹਿੰਦੇ ਨੇ ਕਬੀਰ ਜੀ, ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਮੈਂ ਮਤਲਬ ਕਿ ਵਿਚਾਰ ਆਇਆ ਤੇ ਮੈਂ ਪੈਦਾ ਹੋ ਗਿਆ, ਤੇ ਜਦੋਂ ਮੇਰੇ ਵਿਚਾਰ ਖਤਮ ਹੋ ਗਿਆ ਤੇ ਬ੍ਰਹਮ ਰਹਿ ਗਿਆ। ਬ੍ਰਹਮ ਜਦੋਂ ਨਿਰਵਿਚਾਰ ਚ ਆਪਾਂ ਅਨੁਭਵ ਕਰਦੇ ਹਾਂ ਤੇ ਮਲੀਨਤਾ ਆਪਣੇ ਆਪ ਹੀ ਦੂਰ ਹੋ ਜਾਣੀ ਆ, ਕਿਉਂਕਿ ਪ੍ਰਮਾਤਮਾ ਜਿਹੜਾ ਹੈਗਾ ਉਹ ਪਾਰਸ ਆ, ਪਵਿੱਤਰ ਆ। ਨਿਰਵਿਚਾਰ ਅਵਸਥਾ ਜਿਹੜੀ ਉਹ ਪਾਰਸ ਅਵਸਥਾ ਹੈ। ਉੱਥੇ ਜਿਹੜਾ ਵੀ ਬੰਦਾ ਪਹੁੰਚ ਜਾਂਦਾ ਹੈ ਉਹੀ ਬੰਦਾ ਬ੍ਰਹਮ ਗਿਆਨੀ ਬਣ ਜਾਏਗਾ। ਕੁਛ ਸੌਖਾ ਕੰਮ ਨਹੀਂ ਹੈਗਾ ਜੀ। ਕੇਵਲ ਤੁਸੀਂ ਉਸ ਪ੍ਰਮਾਤਮਾ ਦੇ ਗਾੜੀ ਬੰਦਗੀ ਕਰਨੀ ਆ ਔਰ ਉਹਦੀ ਭਗਤੀ ਕਰਦੇ ਜਾਣਾ। ਇੱਕ ਸਮਾਂ ਆਊਗਾ ਤੁਹਾਡੇ ਅੰਦਰ ਬ੍ਰਹਮ ਤੱਤ ਕਦੋਂ ਪ੍ਰਗਟ ਹੋ ਜਾਣਾ ਤੁਹਾਨੂੰ ਨਹੀਂ ਪਤਾ ਲੱਗਣਾ। ਜਿੱਦਾਂ ਮੈਂ ਇੱਕ ਵੇਲਾ ਪਿਆ ਵਾਂ ਕਿ ਜਿੱਦਾਂ ਸਮੁੰਦਰ ਦੀ ਜੜੀ, ਨਮਕ ਦੀ ਜੜੀ ਸਮੁੰਦਰ ਚ ਗਈ, ਉਹ ਤੇ ਸਮੁੰਦਰ ਦਾ ਤਲਾ ਲੱਭਣ ਗਈ, ਪਰ ਹੌਲੀ ਹੌਲੀ ਕਰਕੇ ਮੈਲਟ ਹੋ ਗਈ। ਇੱਕ ਸਮਾਂ ਆ ਗਿਆ ਉਹ ਸਮੁੰਦਰ ਹੀ ਰਹਿ ਗਿਆ। ਉਹ ਜਿਹੜੀ ਨਮਕ ਦੀ ਡਲੀ ਸੀ ਉਹ ਸਮੁੰਦਰ ਦਾ ਰੂਪ ਹੋ ਗਈ। ਹੁਣ ਦੁਬਾਰਾ ਉਹ ਪੈਦਾ ਨਹੀਂ ਹੋ ਸਕਦੀ। ਇਹੋ ਹਿਸਾਬ ਸਾਡਾ ਹੈ। ਜਦੋਂ ਵੀ ਕੋਈ ਜੀਵ ਭਗਤੀ ਕਰਦਾ ਹੈ ਔਰ ਉਸ ਪ੍ਰਮਾਤਮਾ ਨੂੰ ਜਾਣਨਾ ਚਾਹੁੰਦਾ ਹੈ ਜਿਹਨੇ ਇਹ ਸਾਰਾ ਰਚਨਾ ਕੀਤੀ ਹੈ, ਫਿਰ ਜਦੋਂ ਉਹਨੂੰ ਜਾਣਦਾ ਗਿਆ ਜਿੰਨਾ ਤੁਸੀਂ ਗਹਿਰਾ ਉਤਰਦੇ ਗਏ ਨਾ, ਤੇ ਇੱਕ ਸਮਾਂ ਆਉਣਾ ਬਹੁਤ ਗਹਿਰਾ ਤੁਸੀਂ ਉਤਰ ਜਾਣਾ। ਫਿਰ ਦੇਖੋਗੇ ਕਿ ਫਿਰ ਕਹਿੰਦੇ ਕਿ ਰਾਮ ਕਬੀਰਾ ਏਕ ਭੇਦ ਤੇ ਕੋਈ ਨਾ ਸਕੇ ਪਛਾਣੀ। ਫਿਰ ਨਮਕ ਦੀ ਡਲੀ ਵਾਲੀ ਕਹਾਣੀ ਹੋ ਜਾਣੀ ਆ, ਕਿਉਂਕਿ ਜਿਹੜਾ ਦੋਸ਼ ਕਰਨ ਵਾਲਾ ਔਗਣਾ ਦਾ ਭਰਿਆ ਸੀ ਉਹ ਨਸ਼ਟ ਹੋ ਗਿਆ। ਹੁਣ ਸੱਚ ਚਿੱਤ ਆਨੰਦ ਰਹਿ ਗਿਆ। ਉਸ ਅਵਸਥਾ ਚ ਤੁਹਾਨੂੰ ਦੁੱਖ ਨਹੀਂ। ਦੇਖੋ ਬਾਣੀ ਚ ਲਿਖਿਆ, ਜੋ ਨਰ ਸੁਖ ਮੈਂ ਸੁਖ ਨਾ ਮਾਨੇ ਦੁੱਖ ਮੈਂ, ਏਦਾਂ ਦੀ ਲਿਖੀ ਹੈ ਤੁੱਕ ਨੇ। ਦੁੱਖ ਮੈਂ ਦੁੱਖ ਨਹੀਂ ਜਾਣੇ। ਹਾਂਜੀ ਹਾਂ, ਸੁੱਖ ਤੇ ਦੁੱਖ ਦਾ ਉਹਨੂੰ ਗਿਆਨ ਹੋ ਜਾਂਦਾ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਸੁੱਖ ਤੇ ਦੁੱਖ ਨੂੰ ਅਨੁਭਵ ਕਰਨ ਵਾਲੀ ਜਿਹੜੀ ਸ਼ਕਤੀ ਆ ਉਹ ਇੱਕ ਚੇਤਨਾ ਵਾ, ਜਿਹਦੇ ਰਾਹੀਂ ਸਰੀਰ ਕਰਦਾ ਔਰ ਚੱਲਦਾ ਵੀ ਉਹਦੇ ਨਾਲ ਆ। ਪਰ ਉਹ ਜਿਹੜੀ ਚੇਤਨਾ ਹੈ ਉਹ ਕੰਮ ਨਹੀਂ ਕਰਦੀ, ਉਹ ਕੇਵਲ ਗਵਾਹੀ ਹੈ, ਸਾਖੀ ਹੈ। ਕੰਮ ਜੋ ਆਪਾਂ ਕਰਦੇ ਹਾਂ ਨਾ, ਤੁਸੀਂ ਦੇਖੋ ਕੰਮ ਆਪਾਂ ਕਰਦੇ ਹਾਂ, ਆਪਾਂ ਮਨ ਤੇ ਬੁੱਧੀ ਦੇ ਨਾਲ, ਠੀਕ ਹੈ। ਕਰੀਏ ਮਤ ਤੇ ਪਾਪ। ਹੁਣ ਮਤ ਕੀ ਹੈ? ਮਤ ਦਾ ਮਲੀਨ ਹੋ ਜਾਣਾ ਮਤਲਬ ਕਿ ਜਦੋਂ ਤੁਸੀਂ ਪ੍ਰਕਿਰਤੀ ਦੇ ਨਿਯਮ ਨੂੰ ਮੰਨਦੇ ਹੀ ਨਹੀਂ, ਤੁਸੀਂ ਆਪਣੀ ਮਰਜ਼ੀ ਕਰਦੇ ਜੋ, ਤੁਸੀਂ ਨਹੀਂ ਪਰਵਾਹ ਕਰਦੇ ਕਿ ਅਗਲਾ ਬੰਦਾ ਕੀ ਫੀਲ ਕਰਦਾ ਪਿਆ। ਤੁਸੀਂ ਮੂੰਹ 'ਚ ਜੋ ਆਇਆ ਬੋਲਤਾ। ਅਗਲਾ ਤੁਹਾਡੇ ਕੋਲ ਕੰਮ ਕਰਨ ਆਇਆ, ਤੁਸੀਂ ਕਿੱਲੋ ਗੱਲਾਂ ਸੁਣਾਤੀਆਂ, ਜੋ ਤੁਹਾਡਾ ਦਿਲ ਕੀਤਾ ਬੋਲਿਆ। ਤੁਸੀਂ ਪੈਸੇ ਲੋਕਾਂ ਨੂੰ ਘੱਟ ਦਿੱਤੇ ਆ, ਕੰਮ ਜ਼ਿਆਦਾ ਕਰਾਇਆ, ਜ਼ਿਆਦਾ ਚੀਟਿੰਗ ਕਰਦੇ ਜੋ, ਬੇਈਮਾਨੀ ਕਰਦੇ ਜੋ। ਇਹ ਚੰਗੀਆਂ ਚੀਜ਼ਾਂ ਥੋੜ੍ਹੀ ਹੈਗੀਆਂ। ਹੁਣ ਜਿਹਨੂੰ ਗਿਆਨ ਘੱਟ ਆ, ਤੁਸੀਂ ਉਹਨੂੰ ਚੀਟਿੰਗ ਕਰ ਲਈ ਆ, ਪੈਸੇ ਘੱਟ ਦਿੱਤੇ ਆ, ਚੀਜ਼ ਵੱਧ ਲੈ ਲਈ ਆ। ਸੋ ਬੰਦੇ ਨੂੰ ਤੇ ਨਹੀਂ ਪਤਾ, ਪਰ ਪ੍ਰਕਿਰਤੀ ਨੂੰ ਤੇ ਪਤਾ ਨਾ। ਉਹ ਤੇ ਵੇਹਲੀ ਪਈ ਹੈ ਨਾ। ਉਹ ਪ੍ਰਕਿਰਤੀ ਥੋੜੀ ਛੱਡਦੀ ਆ। ਪ੍ਰਕਿਰਤੀ ਤੇ ਕਹਿੰਦੀ ਸੱਜਾ ਪੈਰ ਚੁੱਕ ਖੱਬਾ ਚੁੱਕ, ਜਿੱਥੋਂ ਤੇ ਚੁੱਕ ਲਿਆ ਤੇ ਮੈਂ ਲਿਖ ਲੈਣਾ, ਤੇਰੇ ਅੰਦਰ ਹੀ ਲਿਖੂੰਗੀ, ਤੇਰੇ ਚਿੱਤ 'ਚ। ਬਿਲਕੁਲ ਠੀਕ ਹੈ। ਹੁਣ ਆਪਾਂ ਜਦੋਂ ਵੇਖੋ ਆਪ ਕਿ ਗੂਗਲ ਕੰਪਨੀ ਆ, ਗੂਗਲ ਕੰਪਨੀ 'ਚ ਅੱਜ ਤੋਂ 10 ਸਾਲ 15 ਸਾਲ ਜੇ ਪਹਿਲਾਂ ਵੀ ਜੇ ਤੁਸੀਂ ਕੋਈ ਕੰਮ ਕੀਤਾ, ਉਹਨਾਂ ਨੂੰ ਪਤਾ ਉੱਥੇ ਲਿਖਿਆ ਤੁਹਾਡਾ, ਤੁਸੀਂ ਕਿੱਧਰ ਘੁੰਮੇ ਜੋ। ਤੋ ਇਸੇ ਹੀ ਤਰ੍ਹਾਂ ਸਾਡਾ ਚਿੱਤ ਹੈਗਾ। ਚਿੱਤ ਪੂਰੀਆਂ ਫਿਲਮਾਂ ਸਾਂਭ ਕੇ ਰੱਖਦਾ, ਉਹੀ ਫਿਲਮਾਂ ਸਾਡੇ ਨਾਲ ਜਾਂਦੀਆਂ। ਉਹ ਜੇਕਰ ਫਿਲਮਾਂ ਚੰਗੀਆਂ ਨੇ ਤੇ ਥੋੜਾ ਵਧੀਆ ਜੀਵਨ ਮਿਲ ਜੂਗਾ, ਤੇ ਜੇ ਫਿਲਮਾਂ ਗੰਦੀਆਂ ਮੰਦੀਆਂ ਨੇ ਤੇ ਫਿਰ ਉਹਦਾ ਜੀਵਨ ਉਸੇ ਹਿਸਾਬ ਨਾਲ ਹੀ। ਕਿਉਂਕਿ ਬਾਣੀ 'ਚ ਕਹਿੰਦੇ ਨੇ ਕਿ ਵਸਤੂ ਜਿਹੋ ਜਿਹੀ ਤੂੰ ਲੈ ਕੇ ਆਏਂਗਾ ਤੇ ਤੈਨੂੰ ਚੀਜ਼ ਉਹਦੇ ਬਰਾਬਰ ਮਿਲਣੀ। ਬਿਲਕੁਲ ਉਹਦੇ ਬਰਾਬਰ ਮਿਲਣੀ। ਐਵੇਂ ਨਾ ਗਲਤ ਚੀਜ਼ ਚੁੱਕ ਕੇ ਲੈ ਜੀ। ਹੁਣ ਤੁਸੀਂ ਵੇਖੋ, ਜਿਹੜੀ ਤੁਹਾਡੇ ਕੋਲ ਵਸਤੂ ਆ ਕੀਮਤ ਹੈਗੀ ਹੈ, ਮੰਡੀ 'ਚ ਤੁਸੀਂ ਲੈ ਕੇ ਜਾਓ, ਖਰੀਦ ਉਹਨੂੰ ਵੇਚੋ ਤੇ ਚੀਜ਼ ਲੈ ਲਓ। ਚੰਗੀ ਵਸਤੂ ਤੇ ਚੰਗੀ ਕੀਮਤ ਹੈ, ਮਾੜੀ ਵਸਤੂ ਤੇ ਅਗਲੇ ਕਹਿੰਦੇ ਭਰਾਵਾ ਅਸੀਂ ਨਹੀਂ ਲੈਣੀ, ਤੂੰ ਕਿਤੇ ਹੋਰ ਵੇ। ਠੀਕ ਹੈ। ਪ੍ਰਕਿਰਤੀ ਕੁਛ ਨਹੀਂ ਕਰਦੀ। ਪ੍ਰਕਿਰਤੀ ਸਾਡੇ ਕੀਤੇ ਕਰਮਾਂ ਨੂੰ, ਸਾਨੂੰ ਉਸ ਦਾ ਜੋ ਇਵਜ ਬਣਦਾ ਹੈ, ਜੋ ਉਹਦਾ ਬਣਦਾ ਹੈ, ਉਹਦਾ ਬਰਾਬਰ ਦੀ ਚੀਜ਼ ਤੋਲ ਉਹ ਸਾਨੂੰ ਦੇ ਦਿੰਦੀ ਹੈ। ਫਿਰ ਉਹ ਕਹਿੰਦੇ ਨੇ ਕਿ ਕਲਯੁਗ ਦੇ ਕਾਮੀ ਆ। ਫਿਰ ਇਹ ਪੰਚਨ ਮੋਰੇ ਮਨ ਕੋ ਬਿਗਾੜਿਓ। ਇਹ ਆਪਾਂ ਕਰਨਾ ਹੈ ਗੁਰੂ ਸਾਹਿਬ। ਇਨ ਪੰਚਨ ਮੇਰੋ ਮਨ ਜੋ ਬਿਗਾੜਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮੇਰੇ ਮਨ ਨੂੰ ਐਸਾ ਖਰਾਬ ਕਰ ਦਿੱਤਾ ਆ, ਐਸਾ ਵਿਸ਼ੇ ਬਣਾ ਦਿੱਤਾ ਹੈ ਕਿ ਵਿਸ਼ੇ ਵਿਕਾਰਾਂ ਦੇ ਨਾਲ ਕੀ ਹੋ ਰਿਹਾ ਆ ਵੀ ਪਰਮਾਤਮਾ ਤੋਂ ਮੇਰੀ ਦੂਰੀ ਵਧੀ ਜਾ ਰਹੀ ਹੈ। ਮੇਰੀ ਦੂਰੀ ਪਰਮਾਤਮਾ ਤੋਂ ਪਲ ਪਲ ਦੂਰੀ ਵਧੀ ਜਾ ਰਹੀ ਹੈ। ਹਾਂਜੀ ਵੀਰ ਜੀ। ਹੁਣ ਦੇਖੋ, ਆਪ ਜਸਟ ਸੋਚੋ, ਇੱਕ ਸਿੰਪਲ ਜੀ ਗੱਲ ਹੈ। ਤੁਸੀਂ ਮਤਲਬ ਵਿਵੇਕ ਤੋਂ ਕੰਮ ਨਹੀਂ ਲੈਂਦੇ, ਤੁਸੀਂ ਫਲ ਦਾ ਪਰਵਾਹ ਨਹੀਂ ਕਰਦੇ, ਕੀ ਨਿਕਲਣਾ ਨਹੀਂ ਸੋਚਦੇ।
ਜੋ ਦਿਲ ਕਰਦਾ ਹੈ ਤੁਸੀਂ ਕਰ ਰਹੇ ਹੋ। ਕੀ ਹੋਊਗਾ? ਥੋੜਾ ਸਮਾਂ ਆਉਣਾ, ਜਿਹੜੀ ਤੁਹਾਡੇ ਅੰਦਰ ਵਿਵੇਕ ਹੈ ਨਾ ਉਹ ਖਤਮ ਹੋ ਜਾਣਾ। ਫਿਰ ਤੁਹਾਡੇ ਅੰਦਰ ਇੱਕ ਐਸੀ ਘਟੀਆ ਬੁੱਧੀ ਪੈ ਜਾਣੀ ਆ, ਉਹਨੇ ਮਾੜੇ ਕਰਮਾਂ ਨੂੰ ਕਹਿਣਾ ਬਹੁਤ ਵਧੀਆ। ਪਹਿਲਾਂ ਤੇ ਤੁਹਾਡੇ ਅੰਦਰ ਚੇਤਨਾ ਦੀ ਆਵਾਜ਼ ਨਹੀਂ ਆਉਂਦੀ, ਰੌਲਾ ਪਾ ਦਿੰਦੀ ਆ, ਨਾ ਨਾ ਚਰਨਜੀਤ ਇਹ ਨਾ ਕੰਮ ਕਰ, ਇਹ ਨਹੀਂ ਉਹ ਤੇਰਾ, ਹੱਥ ਨਾ ਲਾਵੀਂ। ਇਹ ਤੇ ਆਵਾਜ਼ ਬੜੀ ਜ਼ੋਰ ਨਾਲ ਆਉਂਦੀ ਹੈ। ਇਹ ਜਦੋਂ ਤੁਸੀਂ ਭਗਤੀ ਕੀਤੀ ਨਾ ਫਿਰ ਆਵਾਜ਼ ਬਹੁਤ ਪਾਵਰਫੁਲ ਹੋ ਜਾਣੀ ਹੈ, ਫਿਰ ਦੂਜੀ ਕਮਜ਼ੋਰ ਹੋ ਜਾਣੀ ਹੈ। ਹੁਣ ਇਹ ਪਾਵਰਫੁਲ ਹੈ ਦੂਜੀ, ਕਿਉਂਕਿ ਦੇਖੋ ਚਿੱਤ ਦੇ ਅੰਦਰ ਤੁਸੀਂ ਜਿੱਦਾਂ ਦਾ ਹੀ ਸਮਾਨ ਸੁੱਟਿਆ ਨਾ, ਚਿੱਤ ਨੇ ਉਸੇ ਹੀ ਤਰ੍ਹਾਂ ਦਾ ਰੂਪ ਅਖਤਿਆਰ ਕਰ ਲੈਣਾ ਨਿਜਰ ਸਾਹਿਬ। ਕਿਉਂਕਿ ਚਿੱਤ ਤੇ ਦਰਪਣ ਹੈ। ਉਹ ਹੁਣ ਮੈਜੋਰਟੀ ਵੇਖੋ ਆਪਣੇ ਇੰਡੀਆ ਦੀ ਇਲੈਕਸ਼ਨ ਚ ਕੈਂਡੀਡੇਟ ਭਾਵੇਂ ਜਿਹੜਾ ਮਰਜ਼ੀ ਖਲੋਤਾ ਹੈ, ਜਿੰਨੇ ਭੀੜ ਨੇ ਵੋਟ ਪਾਤੀ ਜਿੱਤ ਹੋ ਜਾਣਾ। ਜੋ ਭਾਵੇਂ ਇੱਕ ਪਾਗਲ ਬੰਦਾ ਪੀਐਮ ਬਣਾ ਲਓ ਇੰਡੀਆ ਦਾ, ਨਿਜਰ ਸਾਹਿਬ, ਬਿਲਕੁਲ ਕੋਈ ਮੈਟਰ ਨਹੀਂ ਕਰਦਾ। ਅੱਛਾ ਵੋਟਾਂ ਪਾਉਣ ਲੱਗਿਆ ਉਹ ਨਹੀਂ ਕਹਿੰਦੇ ਕਿ ਕ੍ਰਿਮੀਨਲ ਹੈ ਜਾਂ ਕੌਣ ਹੈ, ਉਹ ਕਹਿੰਦੇ ਵੋਟਾਂ ਪਈ ਭਾਵੇਂ ਜਿਹੜਾ ਮਰਜ਼ੀ, ਜਿਹਦੀਆਂ ਜ਼ਿਆਦੀਆਂ ਮਾਈਨੋਰਿਟੀ ਹੈਗਾ ਵਾ ਉਹ ਨਹੀਂ ਬਣੂਗਾ, ਮੈਜੋਰਟੀ ਵਾਲੇ ਬਣਨਗੇ। ਇਸੇ ਹੀ ਤਰ੍ਹਾਂ ਜੇਕਰ ਤੁਸੀਂ ਬਹੁਤੇ ਜ਼ਿਆਦਾ ਮਾੜੇ ਕਰਮ ਕੀਤੇ ਤੇ ਪਾਵਰ ਉਹਦੀ ਜੇ। ਮਾਈਨੋਰਿਟੀ ਨਹੀਂ, ਸੱਚੇ ਦੀ ਗੱਲ ਨਹੀਂ ਜੀ ਹੈਗੀ, ਇਹ ਸੱਚ ਹੈਗਾ ਜੀ ਨਿਜਰ ਸਾਹਿਬ। ਕਿਉਂਕਿ ਜ਼ਿਆਦਾ ਨੇ ਉਹ। ਹੁਣ ਜੇਕਰ ਆਪਾਂ ਬਹੁਤ ਜ਼ਿਆਦਾ ਮਾੜੇ ਕਰਮ ਕੀਤੇ ਆ ਤੇ ਉਹ ਚ ਬੁੱਧੀ ਆਪਣੀ ਕਿੰਨੀ ਕੁ ਹੋਣੀ, ਥੋੜੀ ਜਿਹੀ ਰਹਿ ਜਾਣੀ ਹੈ ਬਿਲਕੁਲ ਹੀ, ਕਿਉਂਕਿ ਉਹਨੇ ਤੇ ਖੁੱਡੇ ਲਾਇਆ ਆਪਾਂ। ਇੱਕ ਬੁੱਧੀ ਮਾਲਕ ਬਣ ਕੇ ਬਹਿ ਗਈ ਆ। ਫਿਰ ਕਬੂਦੀ ਨੇ ਮਨ ਨੂੰ ਕਨਵਿੰਸ ਕਰ ਦੇਣਾ ਵਾ 1 ਮਿੰਟ ਚ, ਕਿਉਂਕਿ ਉਹ ਕੋਲ ਬਹੁਤ ਜ਼ਿਆਦਾ ਸੋਰਸ ਨੇ। ਇਸੇ ਲਈ ਖਾਸ ਕਰਕੇ ਬਾਣੀ ਚ ਕਿਹਾ ਹੈ ਕਿ ਇਹ ਮਾਰਗ ਆਸਾਨ ਨਹੀਂ ਜੇ। ਕਬੀਰ ਜੀ ਨੇ ਵੀ ਕਿਹਾ ਹੈ, ਇਹ ਔਗਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ, ਕਿ ਇਹ ਆਸਾਨ ਘਾਟੀ ਨਹੀਂ ਆ। ਕਿਉਂਕਿ ਇਹ ਨਾ ਸੋਚੀਏ ਕਿ ਆਪਾਂ ਸਿੱਧੇ ਬ੍ਰਹਮ ਗਿਆਨੀ ਹੋ ਜਾਣਾ, ਕਿਉਂਕਿ ਗੱਡੀ ਨੂੰ ਮੋੜਨਾ ਹੈ ਤੇ ਪੂਰਾ ਜ਼ੋਰ ਲਾਉਣਾ ਪੈਣਾ। ਇਸ ਕਰਕੇ ਘਬਰਾਉਣਾ ਨਹੀਂ ਆ, ਕਿਉਂਕਿ ਇਹ ਮਾਰਗ ਏਦਾਂ ਦਾ ਹੀ ਡਿਜ਼ਾਈਨ ਕੀਤਾ ਹੈ ਤੇ ਇਸ ਲਈ ਉਹ ਆਪਾਂ ਨੂੰ ਇਹ ਸਮਝਾ ਰਹੇ ਨੇ। ਤੇ ਹੁਣ ਆਪਾਂ ਫਿਰ ਬਾਣੀ ਤੇ ਵਾਪਸ ਆਉਂਦੇ ਹਾਂ। ਅੱਜ ਤੋਂ ਨਿਜਰ ਸਾਹਿਬ ਅਗਲੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰਜੀ ਤੇ ਅੰਤਰ ਪਾਰਿਓ, ਜਤ ਦੇਖੋ ਤਤ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਮ ਪਏ ਸਾਖੀ। ਕਹਿੰਦੇ ਐਸਾ ਮੇਰਾ ਮਨ ਆ, ਜਿੱਧਰ ਵੀ ਦੇਖਦਾ ਹੈ ਇਹ ਜਿਹੜਾ ਹੈਗਾ ਔਗੁਣੀ ਖਰੀਦ ਰਿਹਾ ਹੈ, ਦੁੱਖਾਂ ਦੀ ਰਾਸ਼ੀ ਖਰੀਦ ਰਿਹਾ ਹੈ। ਇਹ ਜਿਹੜੇ ਸਵਾਸ ਮਿਲੇ ਹੋਏ, ਸਰੀਰ ਮਿਲਿਆ ਹੋਇਆ, ਇਹਨੂੰ ਭਜਾਇਆ ਹੀ ਜਾ ਰਿਹਾ ਆ। ਇਹ ਜਿਹੜੇ ਸਵਾਦਾਂ ਦੇ ਵਿੱਚ, ਇਹ ਰਸਾਂ ਕਸਾਂ ਦੇ ਵਿੱਚ, ਜਿੱਧਰ ਵੀ ਦੇਖਦਾ, ਜਦ ਵੀ ਦੇਖਦਾ ਹੈ ਇਸੇ ਪਾਸੇ ਲੱਗ ਰਿਹਾ ਹੈ। ਔਰ ਜਿੰਨਾ ਮਰਜੀ ਗਿਆਨ ਦੇ ਦਿਓ ਇਹਨੂੰ, ਅਜੋ ਨਾ ਪਤਿਆਏ, ਹਾਲੇ ਵੀ ਪਤੀਜਦਾ ਨਹੀਂ ਹੈ। ਨਿਗਮ ਪਏ ਸਾਖੀ, ਨਿਗਮ ਕਹਿੰਦੇ ਆ ਇਹ ਗਿਆਨ ਵੇਦ, ਕਹਿੰਦੇ ਉਹਨਾਂ ਦੀ ਸਿੱਖਿਆ ਵੀ ਦੇ ਲਈ। ਸਾਖੀ ਮਤਲਬ ਵੇਦ ਵੀ, ਗਿਆਨ ਵੀ ਇਹਨੂੰ ਦੇਤਾ। ਗਿਆਨ ਦੇ ਨਾਲ ਵੀ ਕਹਿੰਦੇ ਆਏ ਕਾਬੂ 'ਚ ਨਹੀਂ ਆ ਰਿਹਾ। ਜਤ ਦੇਖੋ ਤਤ ਦੁੱਖ ਕੀ ਰਾਸ਼ੀ, ਅਜੋ ਨਾ ਪਤਿਆਏ ਨਿਗਮ ਪਏ ਸਾਖੀ। ਹਾਂਜੀ ਵੀਰ ਜੀ। ਠੀਕ ਦੇਖ ਲਓ, ਕਹਿੰਦੇ ਆ ਕਿ ਜਤ ਦੇਖਿਓ ਤਤ ਦੇਖ ਦੁੱਖ ਕੀ ਰਾਸ਼ੀ। ਹਾਂਜੀ, ਦੁੱਖ ਕੀ ਰਾਸ਼ੀ। ਹਾਂਜੀ, ਜਦ ਦੇਖਿਓ ਤਤ ਦੁੱਖ ਕੀ ਰਾਸ਼ੀ। ਹੁਣ ਦੇਖੋ ਉਹ ਕਹਿੰਦੇ ਕਿ ਜਿੱਧਰ ਹੀ ਵਹਿੰਦਾ ਇਹ ਲੱਭਦਾ ਹੀ ਗਲਤ ਚੀਜ਼ਾਂ। ਚੰਗੀ ਚੀਜ਼ ਤੇ ਵਹਿੰਦੇ ਨਹੀਂ। ਹੁਣ ਤੁਸੀਂ ਵੇਖੋ, ਆਪਣੀ ਨਜ਼ਰ ਮਾਰੋ ਕਿ ਤੁਹਾਡੀ ਜ਼ਿੰਦਗੀ 'ਚ ਹੁਣ ਪਿਓਰਿਟੀ ਕਿਹਦੀ ਆ, ਚੰਗਿਆਈ ਦੀ ਹੈ ਜਾਂ ਬੁਰਿਆਈ ਦੀ ਹੈ। ਬੁਰਾਈ ਸਾਰਿਆਂ ਨੂੰ ਪਤਾ ਹੈ, ਚੰਗਿਆਈ ਵੀ ਸਭ ਨੂੰ ਪਤਾ ਹੈ, ਪਰ ਬਾਣੀ ਕਹਿੰਦੀ ਜਾਨਤ ਵੀ ਔਗਣ ਕਰੇ। ਪਤਾ ਹੈ ਇਹਨੂੰ ਸਭ, ਬਿਲਕੁਲ। ਫਿਰ ਵੀ ਕਰ ਲੈਂਦਾ, ਅੱਖਾਂ ਬੰਦ ਕਰ ਲੈਂਦਾ। ਸਾਰੀ ਰਾਤ ਲੋਕ ਸੁੱਤੇ ਹੁੰਦੇ ਆ, ਕੰਨ ਟੱਪ ਕੇ ਚੱਲ ਜਾਂਦਾ ਨਿੱਜਰ ਸਾਹਿਬ। ਬਿਲਕੁਲ, ਰਾਤ ਨੂੰ ਸਾਰੀ ਦੁਨੀਆ ਸੁੱਤੀ ਹੈ, ਚੋਰੀ ਕਰ ਲਿਆਉਂਦਾ ਸਮਾਨ, ਉੱਥੇ ਕਣਕ ਦੀ ਬੋਰੀ ਭਰ ਲਿਆਉਂਦਾ। ਐਡਾ ਸ਼ਰਾਰਤੀ, ਪਤਾ ਵੀ ਨਹੀਂ ਮੇਰੀ ਚੀਜ਼ ਹੈਗੀ, ਚੁੱਕ ਲਿਆਉਂਦਾ। ਅਗਲੇ ਦੀ ਸਕੂਟੀ ਤੇ ਚਾਬੀ ਲਾ ਲਿਆਉਂਦਾ, ਨਕਲੀ ਬਣਾ ਲੈਂਦਾ। ਜਾਨਤ ਕਿੰਨੀ ਚਲਾਕੀ ਨਾਲ ਚੱਲਦਾ ਹੈ। ਇਹਨੂੰ ਇਹ ਪਤਾ ਹੈ ਕਿ ਫੜ ਨਾ ਲਵੇ, ਕੈਮਰੇ ਗਾੜੀ ਕੱਪੜਾ ਪਾ ਆਉਂਦਾ। ਬਹੁਤ ਚਲਾਕ ਹੈ, ਪੂਰਾ ਪਲਾਨ ਕਰਦਾ। ਠੀਕ ਹੈ ਜੀ। ਇਸ ਲਈ ਬਾਣੀ ਚ ਮਨਾ ਕਰਦੇ ਨੇ ਕਿ ਇਹ ਤੂੰ ਇਹ ਨਹੀਂ ਕਹਿ ਸਕਦਾ ਰੱਬ ਦੇ ਗਾੜੀ ਚਿੱਤਰਗੁਪਤ ਦੇ ਸਾਹਮਣੇ ਮੈਨੂੰ ਪਤਾ ਨਹੀਂ ਲੱਗਾ। ਉਹਨਾਂ ਨੇ ਕਹਿਣਾ ਭਾਈ ਤੂੰ ਪੂਰੀ ਪਲਾਨ ਕੀਤੀ ਆ, ਤੇ ਜੇ ਰਿਸ਼ਵਤ ਹੀ ਲੈਣਾ ਤੂੰ ਖੁਦ ਨਹੀਂ ਲੈਂਦਾ, ਤੂੰ ਕਹਿੰਦਾ ਫਲਾਣੇ ਬੰਦੇ ਨੂੰ ਫੜਾ ਦੋ, ਮੈਂ ਉਹ ਤੋਂ ਲੈ ਲੂੰਗਾ ਆਪੇ। ਨਿੱਜਰ ਸਾਹਿਬ, ਬਿਲਕੁਲ। ਇਹਦਾ ਮਤਲਬ ਤੈਨੂੰ ਸਭ ਪਤਾ ਹੈ, A to Z ਪਤਾ ਹੈ। ਫਿਰ ਜਦੋਂ 2 ਨੰਬਰ ਤੇ ਪੈਸਿਆਂ ਦੀ ਜੇ ਕੋਈ ਜ਼ਮੀਨ ਵੀ ਖਰੀਦਣੀ ਤੂੰ ਆਪਣੇ ਨਾਂ ਤੇ ਨਹੀਂ ਖਰੀਦਦਾ, ਕਿਸੇ ਹੋਰ ਦੇ ਨਾਂ ਤੇ ਖਰੀਦਦਾ। ਇਹਦਾ ਮਤਲਬ ਤੂੰ ਪਲਾਨ ਕੀਤਾ ਹੈ। ਤੇ ਜੇ ਤੂੰ ਕਰਮ ਤੂੰ ਕੀਤੀ ਹੈ ਤੇ ਸਜ਼ਾ ਕੇ ਗੁਆਂਢੀ ਨੂੰ ਥੋੜੀ ਮਿਲਣੀ ਆ, ਉਹ ਤੈਨੂੰ ਮਿਲਣੀ ਆ। ਬਿਲਕੁਲ। ਇਹ ਚੀਜ਼ਾਂ ਆਪਾਂ ਜਸਟ ਸੋਚੀਏ, ਕਿਸੇ ਵੀ ਰੂਪ ਚ ਆਪ ਕਰਮ ਕਰਦੇ ਜੋ ਪ੍ਰਕਿਰਤੀ ਉਹਨਾਂ ਨੂੰ ਸਾਂਭ ਲੈਂਦੀ ਆ। ਇੱਕ ਪਾਣੀ ਦੇ ਉੱਤੇ ਵੇਖੋ, ਪਾਣੀ ਤੇ ਛੋਟੀ ਜਿਹੀ ਕਿਸ਼ਤੀ ਲੰਘਦੀ ਹੈ ਨਾ ਤੇ ਉਹਦੀਆਂ ਕਿੰਨੀਆਂ ਲੀਕਾਂ ਬਣ ਜਾਂਦੀਆਂ।
ਤੇ ਜੇਕਰ ਸੰਸਾਰ ਹੈ ਨਾ, ਜਿੱਧਰ ਤੁਸੀਂ ਇਹ ਨਾ ਸ਼ਤਰੰਜ ਦੀ ਗੇਮ ਆ, ਤੁਸੀਂ ਜਿੱਧਰ ਹੀ ਮੋਹਰਾ ਲੈ ਕੇ ਗਏ ਨਾ ਉੱਧਰ ਹੀ ਜਾਣਾ। ਤੇ ਜੇ ਤੁਸੀਂ ਨਹੀਂ ਨਾ ਛੇੜਿਆ ਉੱਥੇ ਰਹੂਗਾ, ਕਿਤੇ ਨਹੀਂ, ਆਪਣੇ ਆਪ ਨਹੀਂ ਜਾਵੇਗਾ। ਜੋ ਵੀ ਆਪਾਂ ਕੰਮ ਕਰਦੇ ਹਾਂ, ਕਰਮ ਨੂੰ ਆਪਾਂ ਰੋਕ ਨਹੀਂ ਸਕਦੇ, ਪਰ ਸਹੀ ਤੇ ਗਲਤ ਚ ਅਸੀਂ ਇੰਨਾ ਨਿਰਣਾ ਲੈ ਸਕਦੇ ਹਾਂ ਕਿ ਅਸੀਂ ਕਿੱਧਰ ਜਾਣਾ। ਠੀਕ ਹੈ ਜੀ। ਕਹਿੰਦੇ ਆ ਕਿ ਗਿਆਨ ਦੇ ਨਾਲ ਵੀ ਕਾਬੂ ਚ ਨਹੀਂ ਆ ਰਿਹਾ, ਗਿਆਨ ਦੇ ਨਾਲ ਵੀ ਗੱਲ ਨਹੀਂ ਬਣਦੀ। ਦੇਖੋ ਗੱਲੀ ਯੋਗ ਨਾ, ਇਹ ਬਾਣੀ ਚ ਲਿਖਿਆ, ਗੱਲੀ ਯੋਗ ਤੇ ਹੋਣਾ ਹੀ ਨਹੀਂ। ਬਾਣੀ ਚ ਵੀ ਲਿਖਿਆ ਹੈ ਕਿ ਜੇ ਤੂੰ ਗੱਲਾਂ ਦੇ ਨਾਲ ਸੋਚਦਾ ਹੈ ਨਾ, ਇਹ ਗੱਲ ਬਣ ਜੂਗੀ ਨਹੀਂ, ਕਿਉਂਕਿ ਗੱਲਾਂ ਇੱਕ ਅਲੱਗ ਚੀਜ਼ ਆ। ਗੱਲਾਂ ਕਰਨੀਆਂ ਬੜੀਆਂ ਆਸਾਨ ਆ। ਬਾਣੀ ਚ ਪਰਸੋਂ ਬਣੀ 2-3 ਦਿਨ ਤੋਂ ਪਹਿਲਾਂ ਆਈ ਸੀ, ਮੈਂ ਪੜ੍ਹੀ ਸੀ। ਉਹ ਕਹਿੰਦੇ ਕਿ ਕਾਲ ਕਰੇ ਕਿ ਛੱਤੋਂ ਖਾਏ, ਕਾਲ ਕਰੇ ਕਿ ਛੱਤੋਂ ਦੇ, ਨਾਨਕ ਰਾਹ ਪਛਾਣੇ ਸੇ। ਕੰਮ ਵੀ ਕਰ ਤੇ ਆਪਣੀ ਕਮਾਈ ਚੋਂ ਦੇ। ਇਹ ਕੀ ਸਮਝਾ ਰਹੇ ਨੇ? ਕਿਰਤ ਕਰਨ ਵਾਸਤੇ ਸਾਨੂੰ ਸਮਝਾ ਰਹੇ ਨੇ। ਫਿਰ ਉਹ ਕਹਿੰਦੇ ਨੇ ਕਿ ਮੈਂ ਗਿਆਨ ਦੀਆਂ ਗੱਲਾਂ ਪੜ੍ਹੀਆਂ। ਆਪ ਜਸਟ ਸੋਚੋ, ਗਿਆਨ ਦੀਆਂ ਗੱਲਾਂ ਜਿਹੜੀਆਂ ਪੜ੍ਹਨੀਆਂ ਉਹ ਫਰੂਟ ਦੇ ਬਾਰੇ ਗੱਲ ਕਰਨੀ ਹੈ। ਫਰੂਟ ਦੇ ਬਾਰੇ ਗੱਲ ਕਰਨਾ, ਪੇੜ ਦੇ ਬਾਰੇ ਗੱਲ ਕਰਨ ਨਾਲ ਕੀ ਆਪਾਂ ਨੂੰ ਫਲ ਪ੍ਰਾਪਤ ਹੋਊਗਾ? ਮੈਂ ਇੱਥੇ ਬੈਠਾ ਮੈਂ ਸਾਰਾ ਦਿਨ ਅੰਬ ਦੀਆਂ ਕਿਤਾਬਾਂ ਪੜ੍ਹੀ ਜਾਂਦਾ ਦਿਨ ਤੋਂ ਰਾਤ। ਕੀ ਸੱਚੀ ਉਹ ਅੰਬ ਦੀਆਂ ਗੱਲਾਂ ਕਰਨ ਦੇ ਨਾਲ ਉਹ ਕਿੰਨੇ ਫਲ ਲੱਗਣਗੇ, ਕਿੱਡੇ ਵੱਡੇ ਅੰਬ ਲੱਗਣਗੇ, ਕਿਹੜੇ ਰੰਗ ਦੇ ਅੰਬ ਲੱਗਣਗੇ, ਕਿੰਨੇ ਸਾਲ ਚ ਰੁੱਖ ਵੱਡਾ ਹੋ ਜਾਊਗਾ? ਮੈਂ ਭਾਵੇਂ 1000 ਕੀ ਲੱਖ ਕਿਤਾਬ ਲਿਖਦਾ ਨਿੱਜਰ ਸਾਹਿਬ, ਬਿਲਕੁਲ ਅੰਬ ਮਿਲੂ ਮੈਨੂੰ ਨਾ। ਇਸੇ ਕਰਕੇ ਬਾਣੀ ਇੱਥੇ ਕਹਿ ਰਹੇ ਨੇ, ਉਹ ਕਹਿੰਦੇ ਕਿ ਮੈਂ ਪੂਰੀ ਕੋਸ਼ਿਸ਼ ਕੀਤੀ, ਗ੍ਰੰਥਾਂ ਦਾ ਬਹੁਤ ਅਧਿਐਨ ਕੀਤਾ, ਪਰ ਗ੍ਰੰਥਾਂ ਚ ਤੇ ਲਿਖਿਆ ਕਰਮ ਕਰਨੇ ਆ, ਤੂੰ ਭਗਤੀ ਕਰਨੀ ਆ, ਨਾਲੇ ਗਿਆਨ ਯੋਗ, ਕਰਮ ਯੋਗ ਤੇ ਭਗਤੀ ਯੋਗ, ਇਹਨਾਂ ਦਾ ਸਮਿਲਨ ਕਰਨਾ ਸੀ। ਤੂੰ ਇੱਕ ਹੀ ਚੀਜ਼ ਫੜੀ, ਗਿਆਨ ਨੂੰ ਫੜ ਲਿਆ। ਕਈ ਇਕੱਲੇ ਕਰਮ ਦੇ ਪਿੱਛੇ ਲੱਗੀ ਜਾਂਦੇ ਆ, ਪਰ ਇੱਕ ਚੀਜ਼ ਹੈਗੀ ਹੈ, ਜਿਹੜਾ ਬੰਦਾ ਭਗਤੀ ਕਰਦਾ ਇਹਨੂੰ ਤਿੰਨੇ ਮਿਲ ਜਾਂਦੇ ਆ। ਫਿਰ ਅਗਲੇ ਚੱਲੀਏ, ਅਗਲੇ ਬੋਲੋ ਨਿੱਜਰ ਸਾਹਿਬ ਤੋਂ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਭਗ ਗਾਮੀ। ਇਹ ਕਹਿੰਦੇ ਵੱਡੇ ਵੱਡੇ ਜਿਹੜੇ ਹੈਗੇ ਅਵਤਾਰ ਜਿਹੜੇ ਪੈਦਾ ਹੋਏ ਆ, ਉਹਨਾਂ ਦੀਆਂ ਗੱਲਾਂ ਕਰ ਰਹੇ ਆ। ਕਹਿੰਦੇ ਮਹਾਰਾਜ ਤੁਸੀਂ ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੀ ਮਾਇਆ ਪਾਈ ਹੋਈ ਆ, ਇਹ ਵੱਡੇ ਵੱਡੇ ਅਵਤਾਰ ਜਿਨ੍ਹਾਂ ਦੀ ਲੋਕੀ ਪੂਜਾ ਕਰਦੇ ਆ, ਉਹਨਾਂ ਨੂੰ ਇਹ ਪੰਜਾਂ ਨੇ ਨਹੀਂ ਛੱਡਿਆ। ਗੌਤਮ ਨਾਰ ਉਮਾਪਤ ਸੁਆਮੀ, ਕਹਿੰਦੇ ਗੌਤਮ ਨਾਰ, ਗੌਤਮ ਰਿਸ਼ੀ ਦੀ ਨਾਰ ਜਿੱਤੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਇੰਦਰ ਦੇਵਤਾ ਮੋਹਿਤ ਹੋ ਗਿਆ ਸੀਗਾ। ਉਮਾਪਤ ਕਹਿੰਦੇ ਆ ਜਿਹੜੇ ਹੈਗੇ ਆ ਆਪਣੇ ਸ਼ੰਕਰ ਭਗਵਾਨ, ਇਹਨਾਂ ਨੇ ਜਿਹੜਾ ਹੈਗਾ ਬ੍ਰਹਮ ਹੱਤਿਆ ਕਰ ਦਿੱਤੀ ਸੀਗੀ। ਉਹ ਬ੍ਰਹਮ ਹੱਤਿਆ ਕੀਤੀ ਸੀਗੀ। ਸੀਸ ਧਰਨ ਸਹਿਸ ਭਗ ਗਾਮੀ, ਇਹਨਾਂ ਦੇ ਸੀਸ ਲੱਗ ਗਿਆ ਸੀਗਾ, ਸੀਸ ਚਿੰਬੜ ਗਿਆ ਸੀਗਾ ਇਹਨਾਂ ਦੇ ਹੱਥ ਨੂੰ, ਇਹ ਸ਼ਿਵ ਜੀ ਨੂੰ, ਕਿਉਂਕਿ ਇਹਨਾਂ ਨੇ ਉਹ ਜਿਹੜੇ ਹੈਗੇ ਬ੍ਰਹਮਾ, ਉਹਨਾਂ ਦੀ ਹੱਤਿਆ ਕਰਤੀ। ਕਿਉਂ? ਬ੍ਰਹਮਾ ਜਿਹੜੇ ਹੈਗੇ ਆਪਣੀ ਕੁੜੀ ਤੇ ਮੋਹਿਤ ਹੋ ਗਏ। 4 ਸਿਰ ਸੀ, ਕੁੜੀ ਜਿਹੜੇ ਪਾਸੇ ਜਾਂਦੀ ਸੀ ਉੱਧਰ ਸਿਰ ਉਹਨਾਂ ਦਾ ਹੁੰਦਾ ਸੀਗਾ, ਤੇ ਕੁੜੀ ਨੇ ਉੱਪਰ ਨੂੰ ਹੋ ਗਈ, ਕੁੜੀ ਜਿਹੜੀ ਆਕਾਸ਼ ਵੱਲ ਨੂੰ, ਤੇ ਉਹਨਾਂ ਨੇ ਜਿਹੜਾ ਹੈਗਾ ਕਰਨਪ੍ਰੀਤ ਨਹੀਂ ਕਰ ਲਿਆ ਜੀ, ਕਰਤਾ। ਤੇ ਉਹ ਜਿਹੜੇ ਹੈਗੇ ਉਸ ਬ੍ਰਹਮਾ ਦਾ ਸਿਰ ਹੀ ਉੱਪਰ ਨੂੰ ਵੀ ਬ੍ਰਹਮਾ ਨੇ ਸਿਰ ਬਣਾ ਲਿਆ। ਤੇ ਫਿਰ ਜਿਹੜਾ ਹੈਗਾ ਸ਼ੰਕਰ ਭਗਵਾਨ ਨੂੰ ਆਇਆ ਗੁੱਸਾ, ਤੇ ਇਹਨਾਂ ਨੇ ਵੱਢ ਕੇ ਪਰੇ ਮਾਰਿਆ ਸਿਰ, ਤੇ ਬ੍ਰਹਮ ਹੱਤਿਆ ਦਾ ਇਹਨਾਂ ਨੂੰ ਲੱਗ ਗਿਆ ਜਿਹੜਾ ਹੈਗਾ ਪਾਪ, ਤੇ ਸਿਰ ਚਿੰਬੜ ਗਿਆ ਇਹਨਾਂ ਦਾ। ਕਹਿੰਦੇ ਸੀਸ ਧਰਨ ਸਹਿਸ ਭਗ ਗਾਮੀ, ਔਰ ਉਹ ਜਿਹੜਾ ਇੰਦਰ ਦੇਵਤਾ ਸੀਗਾ ਉਹਨੇ ਗੌਤਮ ਨਾਰ ਨੂੰ, ਗੌਤਮ ਰਿਸ਼ੀ ਦੀ ਜਿਹੜੀ ਅਹਿਲਿਆ ਇਸਤਰੀ ਸੀਗੀ, ਉਹਨੂੰ ਜਿਹੜਾ ਹੈਗਾ ਉਹਦਾ ਸੰਗ ਕੀਤਾ। ਉਹਨੇ ਗੌਤਮ ਰਿਸ਼ੀ ਬਣ ਕੇ, ਗੌਤਮ ਰਿਸ਼ੀ ਦਾ ਰੂਪ ਧਾਰ ਕੇ ਉਹ ਜਿਹੜਾ ਹੈਗਾ ਉਹਨੇ ਇਸ ਤਰ੍ਹਾਂ ਉਹਦਾ ਸੰਗ ਕੀਤਾ, ਤੇ ਇਹਦੇ ਸਰੀਰ ਦੇ ਉੱਤੇ ਸਹਿਸ ਜਿਹੜੇ ਹੈਗੇ ਪੱਗ ਦੇ ਚਿੰਨ੍ਹ ਹੋ ਗਏ, ਜਿਹੜੇ ਹੈਗੇ ਫੀਮੇਲ ਜਿਹੜੇ ਹੈਗੇ ਸੈਕਸੁਅਲ ਪਾਰਟ, ਕਹਿੰਦੇ ਉਹਦੇ ਨਿਸ਼ਾਨ ਹੋ ਗਏ, ਇਹਦੇ ਹਜ਼ਾਰਾਂ ਨਿਸ਼ਾਨ ਪੈ ਗਏ। ਫਿਰ ਇਹ ਛੁਪਦਾ ਫਿਰੇ ਕਿਤੇ ਕਿਤੇ। ਕਹਿੰਦੇ ਇਨ ਦੂਤਨ ਖਲ ਬੱਧ ਕਰ ਮਾਰਿਓ, ਕਹਿੰਦੇ ਇਹ ਦੂਤਾਂ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਐਸਾ ਜਿਹੜਾ ਹੈਗਾ, ਕਹਿੰਦੇ ਐਸਾ ਖਲ, ਕਹਿੰਦੇ ਬਿਲਕੁਲ ਚੰਗੀ ਤਰ੍ਹਾਂ ਮੂਰਖ ਕਰਕੇ, ਕਹਿੰਦੇ ਆ ਔਰ ਬੱਧ ਕਰਕੇ, ਕਹਿੰਦੇ ਮੇਰਾ ਜਿਹੜਾ ਹੈਗਾ ਜੀਵਨ, ਆਤਮਿਕ ਜੀਵਨ ਦਾ ਬੱਧ ਹੀ ਕਰ ਦਿੱਤਾ ਇਹਨਾਂ ਨੇ। ਆਤਮਿਕ ਜੀਵਨ ਪੂਰੀ ਤਰ੍ਹਾਂ ਜਿਹੜਾ ਹੈਗਾ ਨਸ਼ਟ ਕਰ ਦਿੱਤਾ ਇਹਨਾਂ ਨੇ। ਇਨ ਦੂਤਨ ਖਲ ਬੱਧ ਕਰ ਮਾਰਿਓ, ਵੱਡੋ ਨਿਲਾਜ
ਅਜੂ ਨਹੀਂ ਹਾਰਿਓ। ਔਰ ਇੰਨੀ ਮਾਰ ਖਾ ਕੇ ਵੀ ਇੰਨਾ ਨਿਰਲੱਜ ਹੈਗਾ ਮੇਰਾ ਮਨ, ਕਹਿੰਦੇ ਆ ਹਾਲੇ ਵੀ ਹਾਰਦਾ ਨਹੀਂ ਹੈ। ਹਾਲੇ ਵੀ ਜਿਹੜਾ ਹੈਗਾ ਇਹ ਮਾਇਆ, ਇਹ ਪਦਾਰਥ, ਇਹ ਸਵਾਦ ਆਹੀ ਕੁਛ ਚਾਹੁੰਦਾ ਹੈ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਹੇ ਮੇਰੇ ਮਾਲਕਾ ਦੱਸ ਹੁਣ 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 ਤੇਰੇ ਤੋਂ ਇਲਾਵਾ ਜਿਹੜਾ ਹੈਗਾ, ਹੁਣ ਮੈਂ ਦੱਸ ਕੀ ਕਰਾਂ। ਹੁਣ ਤੇਰੇ ਤੋਂ ਇਲਾਵਾ ਕੌਣ ਆ ਮੈਨੂੰ ਜਿਹੜਾ ਹੈ ਇਸ ਜਗ੍ਹਾ 'ਤੇ ਜਿਹੜਾ ਹੈਗਾ ਮਦਦ ਕਰ ਸਕਦਾ ਹੈ। ਤੇਰੀ ਮਦਦ ਚਾਹੀਦੀ ਹੈ ਇਸ ਜਗ੍ਹਾ 'ਤੇ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸ਼ਰਨ ਕਾਕੀ ਲੀਜੈ। ਔਰ ਕਹਿੰਦੇ ਤੇਰੇ ਬਗੈਰ ਰਘੁਨਾਥ ਮਾਲਕ ਪਰਮਾਤਮਾ ਦੇ ਬਗੈਰ ਸ਼ਰਨ ਕਿਹਦੀ ਮੈਂ ਸ਼ਰਨ ਲਵਾਂ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹਦਾ ਰੂਪ ਨਹੀਂ ਹੈ, ਰੰਗ ਨਹੀਂ ਹੈ, ਰੇਖ ਨਹੀਂ ਹੈਗਾ, ਤਿੰਨਾਂ ਗੁਣਾਂ ਤੋਂ ਭਿੰਨ ਹੈਗਾ, ਉਹਦੀ ਸ਼ਰਨ ਕਿਵੇਂ ਲੈਣੀ ਆ। ਉਹਦੀ ਸ਼ਰਨ ਲੈਣੀ ਆ ਉਹਦਾ ਧਿਆਨ ਕਰਕੇ, ਉਹ ਮਾਲਕ ਦੇ ਨਾਲ ਜਿਹੜਾ ਹੈਗਾ ਉਹਦੇ ਨਾਲ ਉਹਦੇ ਸਿਮਰਨ ਕਰਕੇ ਉਹਦੀ ਸ਼ਰਨ ਲੈਣੀ ਆ ਭਾਈ, ਉਹਦੀ ਭਗਤੀ ਦੇ ਨਾਲ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਉੱਪਰ ਸਾਨੂੰ ਥੋੜੇ ਸਮਝਾ ਰਹੇ ਨੇ ਕਿ ਗੌਤਮ ਦੀ ਨਾਰੀ ਦੀ ਗੱਲ ਕੀਤੀ ਹੈ, ਫਿਰ ਸ਼ਿਵ ਜੀ ਦੀ ਗੱਲ ਕੀਤੀ ਹੈ, ਤੇ ਉਹ ਸਾਨੂੰ ਸਮਝਾ ਰਹੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਿੰਨੀਆਂ ਪਾਵਰਫੁਲ ਨੇ। ਇਹ ਏਡੇ ਏਡੇ ਵੱਡੇ ਗਿਆਨੀ ਵੀ ਇਸ ਤੋਂ ਨਹੀਂ ਬਚ ਸਕੇ। ਇਹ ਕਹਿੰਦੇ ਕਿ ਇਨ ਦੂਤਨ ਖਲ ਬਦ ਕਰ ਮਾਰਿਓ। ਇਹ ਕੀ ਮਤਲਬ ਕਿ ਵੇਖੋ ਏਦਾਂ ਦੇ ਹੈਗੇ ਨੇ ਇਹ ਭੈੜੀਆਂ ਆਦਤਾਂ ਜਿਹੜੇ ਔਗਣ, ਉਹ ਕਹਿੰਦੇ ਆ ਕਿ ਉਹ ਬਹੁਤ ਪਾਵਰਫੁਲ ਨੇ ਔਰ ਮਾਰ ਲੈਂਦੇ ਨੇ, ਮਤਲਬ ਬੰਦੇ ਨੂੰ ਹਰਾ ਦਿੰਦੇ ਨੇ। ਬਿਲਕੁਲ। ਆਪ ਜਸਟ ਸੋਚੋ, ਤੁਸੀਂ ਇੱਕ ਚੀਜ਼ ਨੂੰ ਨੋਟਿਸ ਕਰੋ, ਇਹ ਸ਼ਕਤੀ ਨੂੰ ਤੁਸੀਂ ਜਾਣਨਾ ਚਾਹੁੰਦੇ ਜੋ, ਤੁਹਾਡੇ ਮਨ ਚ ਕੋਈ ਮਾੜੇ ਔਗਣ ਨੂੰ ਕਰਨ ਵਾਸਤੇ ਵਿਚਾਰ ਪੈਦਾ ਹੋਇਆ, ਫਿਰ ਆਪਣੇ ਆਪ ਨੂੰ ਰੋਕ ਕੇ ਦੱਸੋ ਕਿ ਫਿਰ ਇਹ ਜੋ ਕਹਿ ਰਹੇ ਨੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਬ੍ਰਹਮ ਗਿਆਨੀ ਕੀ ਕਹਿਣਾ ਚਾਹੁੰਦੇ ਨੇ, ਇਹ ਮਨ ਕਿੰਨਾ ਪਾਵਰਫੁਲ। ਤੁਸੀਂ ਫ੍ਰਿਜ ਦਾ ਡੱਬਾ ਖੋਲੋ, ਉੱਥੇ ਚੀਜ਼ ਪਈ ਮਿਠਾਈ ਦੀ, ਤੁਸੀਂ ਕਹੋ ਮੈਂ ਨਹੀਂ ਖਾਣੀ, ਪਿੱਛੇ ਆ ਕੇ ਦਿਖਾਓ ਮੈਨੂੰ, ਪਤਾ ਲੱਗ ਜੂਗਾ ਕਿ ਤੁਸੀਂ ਦਰਵਾਜ਼ਾ ਬੰਦ ਕਰਨ ਦੇ ਲਾਇਕ ਹੈਗੇ ਜੀ। ਤੁਸੀਂ 5-6 ਦਿਨ ਕੀਤਾ, 7ਵੇਂ ਦਿਨ ਤੁਸੀਂ ਜਿਹੜੀ ਨੇ ਸਾਰੇ ਪੂਰਾ ਡੱਬਾ ਖਾਓਗੇ ਮੇਰੇ ਸਾਹਮਣੇ। ਠੀਕ ਹੈ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਤੁਸੀਂ ਇੱਕ ਪੀਸ ਨਹੀਂ ਨਾ ਖਾਦਾ 5-6 ਦਿਨ, 7ਵੇਂ ਦਿਨ ਪੂਰੇ ਦਾ ਪੂਰਾ ਡੱਬਾ ਖਾਓਗੇ, ਇਹ ਖਵਾ ਦੂਗਾ ਤੁਹਾਨੂੰ। ਇਹਦੀ ਪਾਵਰ ਵੇਖੋ, ਬਹੁਤ ਪਾਵਰਫੁਲ ਹੈ, ਸੂਖਮ ਹੈ। ਪਰ ਇਹਨੂੰ ਮਾਰਨ ਦਾ ਤਰੀਕਾ ਹੈਗਾ, ਇਹਨੂੰ ਯੁਕਤੀ ਨਾਲ ਮਾਰ ਸਕਦੇ ਹਾਂ, ਕਿਉਂਕਿ ਪਰਛਾਵੇਂ ਨੇ, ਇਹ ਔਗਣ ਨੇ, ਇਹ ਜਸ ਧੂੰਆਂ ਵਾ। ਧੂੰਏ ਨੂੰ ਕਿੱਥੋਂ ਕੈਦ ਕਰ ਲੋਗੇ? ਧੂੰਏ ਨੂੰ ਕਹਿ ਦੋਗੇ ਕੈਦ ਕਿੱਥੇ ਹੋਣਾ? ਉਹਨੂੰ ਵਿਧੀ ਨਾਲ ਹੈ ਕਿ ਧੂੰਆਂ ਆਉਂਦਾ ਕਿੱਥੋਂ ਪਿਆ, ਅੰਤਰਾਕਰਨ ਚ। ਫਿਰ ਕਹਿੰਦੇ ਆ ਕਿ ਵੱਡੇ ਬੋਲੋ ਨੇ ਜੈਸਾ ਤੋਂ ਇਨ ਦੂਤਨ ਖਲ ਬਦ ਕਰ ਮਾਰਿਓ, ਬੜੋ ਨਿਲਾਜ ਅਜੂ ਨਹੀਂ ਹਾਰਿਓ। ਕਹਿੰਦਾ ਇੰਨਾ ਨਿਰਲੱਜ ਹੈਗਾ ਨਾ ਮਨ, ਕਹਿੰਦੇ ਹਾਲੇ ਵੀ ਬਸ ਨਹੀਂ ਕਰ ਰਿਹਾ, ਇਹ ਬਸ ਨਹੀਂ ਕਰ ਰਿਹਾ। ਵੇਖ ਲਓ, ਬੰਦਾ ਬੁੱਢਾ ਹੋ ਜਾਂਦਾ ਵਾ ਤੇ ਉਹ ਕੀ ਦੇਖੋ ਹੋਰ ਚੌਗਣ ਘਟ ਜਾਂਦੇ ਆ ਨਾ, ਉਹਨੇ ਜਿਆਦੇ ਵੱਧ ਜਾਂਦੇ ਉਹਦੇ ਅੰਦਰ, ਕਿੰਨਾ ਜੜ ਹੋ ਜਾਂਦਾ। ਰੱਸੀ ਸੜ ਜਾਂਦੀ ਆ, ਉਹਦਾ ਵੱਲ ਨਹੀਂ ਖਤਮ ਹੁੰਦਾ। ਉਹਦੀ ਅੰਦਰ ਜਿਹੜੀ ਉਹਦੀ ਬੌਸੀ ਹੁੰਦੀ, ਉਹ ਕਿੱਥੇ ਬੰਦੇ ਦੀ? ਉਹ ਬੰਦੇ ਦੇ ਅੰਦਰ ਜਿਹੜੇ ਜਿੱਦਾਂ ਚਿੱਤ ਆ, ਜਿੱਦਾਂ ਦਾ ਉਹਨੇ ਚਿੱਤ ਦਾ ਨਿਰਮਾਣ ਕੀਤਾ ਹੈ 60-70 ਸਾਲ ਲਗਾਤਾਰ ਉਹਨੇ ਖੁਰਾਕ ਖਵਾਈ ਆਪਣੇ ਚਿੱਤ ਨੂੰ। ਹੁਣ ਚਿੱਤ ਦੇ ਵਿੱਚ ਏਡਾ ਖਤਰਨਾਕ ਮਨ ਬਣ ਕੇ ਬੈਠਾ ਹੈ। ਉਹ ਤੇ ਕਹਿੰਦਾ ਕਿ ਲੀਕ ਬਣਾਈ ਨਾ ਮੇਰੀ, ਇੱਥੇ ਲੋਕ ਤੁਰਨ। ਹੁਣ ਲੀਕ ਤੇ ਕਿਹੜਾ ਤੁਰੇ? ਬਿਲਕੁਲ, ਕਿਉਂਕਿ ਤੂੰ ਤੇ ਖੁਦ ਬਣਾਈ ਹੈ। ਤੂੰ ਤੇ ਵਾਹਵਾ ਟਾਈਮ ਦਾ ਵਿਹਲਾ ਹੋ ਗਿਆ, ਲੱਗਿਆ ਰਿਹਾ ਤੇ ਚੱਲ ਦੂਜੇ ਨੇ ਤੇ ਤੇਰਾ ਟਾਈਮ ਪਾਸ ਕੀਤਾ, ਹੁਣ ਨਵੇਂ ਆਏ ਨਾ ਰੌਲਾ ਪਾ ਦੇਣਾ। ਤੂੰ ਕਹਿਣ ਤੋਂ ਭਾਵ ਹੈ ਕਿ ਜਿਹੜਾ ਚਿੱਤ ਹੈ, ਚਿੱਤ ਦਾ ਨਿਰਮਾਣ ਆਪਾਂ ਜਿੱਦਾਂ ਦਾ ਕੀਤਾ, ਫਿਰ ਉਹ ਕਹਿ ਰਹੇ ਨੇ ਕਿ ਬੜਾ ਪਾਵਰਫੁਲ ਆ। ਸਾਰੀ ਜ਼ਿੰਦਗੀ ਮੇਰੀ ਲੰਘ ਗਈ। ਆਪ ਜਸਟ ਦੇਖੀਏ ਕਿ ਆਹ ਜੋ ਆਪਾਂ ਕਰਦੇ ਹਾਂ, ਗਲਤ ਕੰਮ ਕਰਦੇ ਹਾਂ, ਕਿ ਇਹਨਾਂ ਨੂੰ ਕਰਨ ਦੇ ਨਾਲ ਕਿਤੇ ਤ੍ਰਿਪਤੀ ਆਉਂਦੀ ਹੈ ਨਾ? ਕਿਤੇ ਭੋਗਾਂ ਨੂੰ ਕੁਝ ਹੀ ਖਾ ਕੇ ਵੇਖ ਲਓ, ਤ੍ਰਿਪਤੀ ਆਉਂਦੀ ਹੈ ਨਾ? ਕਿਉਂਕਿ ਆਉਣੀ ਵੀ ਨਹੀਂ ਹੈ। ਇੰਦਰੀਆਂ ਜਿਹੜੀਆਂ ਨੇ ਅਜਿੱਤ ਨੇ, ਇਹਨੂੰ ਕੋਈ ਜਿੱਤ ਨਹੀਂ ਸਕਦਾ। ਹਾਂ, ਜਦੋਂ ਸੁਰਤੀ ਜਿੱਤੀ ਗਈ, ਸੁਰਤੀ ਨਿਰਮਲ ਹੋ ਗਈ, ਇਹ ਆਪਣੇ ਜਿੱਤੀਆਂ ਜਾਣਗੀਆਂ। ਅਗਲੀ ਤੁਕ ਦੇਖੋ ਨੇ ਜੈਸਾ ਕਹਿ ਰਵਿਦਾਸ ਕਹਾਂ ਕੈਸੇ ਕੀਜੈ। ਕਹਿੰਦੇ ਹੋਰ ਕੋਈ ਕੀ ਤਰੀਕਾ ਹੈਗਾ? ਕੀ ਕੁਛ ਕਰ ਸਕਦਾ ਹੈ ਕੋਈ ਇਨਸਾਨ ਤੇਰੀ ਭਗਤੀ ਤੋਂ ਇਲਾਵਾ, ਬਗੈਰ ਤੇਰੀ ਸ਼ਰਨ ਤੋਂ ਇਲਾਵਾ? ਬਿਨ ਰਘੁਨਾਥ ਸ਼ਰਨ ਕਾਕੀ ਲੀਜੈ। ਕਹਿੰਦੇ ਤੇਰੀ ਭਗਤੀ ਦੇ ਨਾਲ ਇਹ ਵਿਚਾਰ ਜਿਹੜੇ ਆ, ਵਿਚਾਰਾਂ ਦੇ ਨਾਲ ਤਾਂ ਵਿਚਾਰ ਹੀ ਤਾਂ ਆਉਂਦਾ ਹੈ। ਕੋਈ ਰੂਪ ਦਾ ਵਿਚਾਰ ਆ ਗਿਆ, ਕੋਈ ਜਿਹੜਾ ਹੈਗਾ ਕਿਸੇ ਖਾਣ ਦਾ ਵਿਚਾਰ ਆ ਗਿਆ, ਕੋਈ ਸੁਣਨ ਦਾ ਵਿਚਾਰ ਆ ਗਿਆ, ਕਿਤੇ ਸਾਰੀ ਚੀਜ਼ ਜਿਹੜੀ ਹੈ ਵਿਚਾਰਾਂ ਦੇ ਉੱਤੇ ਖੜੀ ਹੋਈ ਹੈ। ਜਿਹੜੇ ਵਿਚਾਰ ਜਿਹੜੇ ਹੈਗੇ, ਔਰ ਭਗਤੀ ਦੇ ਨਾਲ ਵਿਚਾਰ ਬੰਦ ਹੁੰਦੇ ਆ। ਵਿਚਾਰ ਬੰਦ ਕਰਨਾ ਹੀ ਭਗਤੀ ਹੈਗੀ ਆ। ਤੇ ਬਸ ਜਦ ਵਿਚਾਰ ਬੰਦ ਹੋ ਗਏ, ਸੁਰਤ ਜਿਹੜੀ ਹੈਗੀ ਖੜ ਗਈ,
ਤੇ ਆਟੋਮੈਟਿਕਲੀ ਜਿਹੜਾ ਹੈਗਾ ਸਾਰਾ ਕੁਝ ਨਿਬੜ ਗਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਨੁਕਤੇ ਦੀ ਗੱਲ ਕਰਦੇ ਹਾਂ ਨਾ ਆਪਾਂ ਕਿ ਪਹਿਲੀ ਗੱਲ ਕਹਿੰਦੇ ਭਗਤੀ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ। ਹਾਂ, ਇੱਕ ਤੇ ਦੇਖੋ ਸਭ ਤੋਂ ਪਹਿਲਾਂ ਤੇ ਜਿਹੜਾ ਜ਼ਿੰਦਗੀ ਦਾ ਸਭ ਤੋਂ ਵੱਡਾ ਸਾਡਾ ਮਕਸਦ ਹੈ, ਪਹਿਲੀ ਗੱਲ ਤੇ ਅਸੀਂ ਆਪਣੇ ਆਪ ਨੂੰ ਜਾਣੀਏ ਅਸੀਂ ਹੈ ਕੀ। ਅਜੇ ਤੇ ਆਪਾਂ ਨੂੰ ਆਪਣੇ ਬਾਰੇ ਵੀ ਨਹੀਂ ਪਤਾ। ਅਸੀਂ ਸੋਚਦੇ ਹਾਂ ਮੈਂ ਚਰਨਜੀਤ ਸਿੰਘ ਆ ਜਾਂ ਹਰਜਿੰਦਰ ਸਿੰਘ ਜੀ ਹੈਗੇ ਨੇ ਨਿੱਜਰ, ਇਹ ਨੀ ਗੱਲ ਖਤਮ ਹੋ ਜਾਣੀ। ਤੁਸੀਂ ਨਾ ਸ਼ਾਮ ਨੂੰ ਸੌਣ ਤੋਂ ਪਹਿਲਾਂ 2 ਮਿੰਟ ਸਾਰੇ ਦਿਨ ਦੀ ਕਹਾਣੀ ਨੂੰ ਵਾਚੋ। ਅੱਜ ਦਾ ਦਿਨ ਕਿੱਦਾਂ ਲੰਘਿਆ, ਮੈਂ ਕਿਹਦੇ ਨਾਲ ਕੀ ਗੱਲ ਕੀਤੀ, ਕਿਹੜੀ ਗੱਲ ਸਹੀ ਸੀ, ਕਿਹੜੀ ਗੱਲ ਗਲਤ ਸੀ, ਕੀ ਉੱਥੇ ਮੇਰਾ ਬੋਲਣਾ ਜ਼ਰੂਰੀ ਸੀ ਜਾਂ ਉੱਥੇ ਮੇਰਾ ਚੁੱਪ ਰਹਿਣਾ ਜ਼ਰੂਰੀ ਸੀ। ਆਪ ਸ਼ਾਮੀ ਜਾ ਕੇ ਉਸ ਚੀਜ਼ ਨੂੰ ਵੇਖੋ। ਤੁਸੀਂ 15-20 ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਦੇਖਿਆ, ਤੁਹਾਨੂੰ ਪਤਾ ਲੱਗ ਜੂਗਾ ਕਿ ਤੁਸੀਂ ਕਿੰਨੇ ਕੁ ਸਹੀ ਜੋ ਤੇ ਕਿੰਨੇ ਕੁ ਗਲਤ। ਇਹ ਚੀਜ਼ ਸਾਨੂੰ ਦੇਖਣੀ ਪਵੇਗੀ। ਕੋਈ ਸਾਡੀ ਇਹ 'ਚ ਮਦਦ ਨਹੀਂ ਕਰ ਸਕਦਾ। ਇਹ ਮੂਰਤੀ ਵੀ ਅਸੀਂ ਹਾਂ, ਘੜਨ ਵਾਲੇ ਵੀ ਅਸੀਂ ਹਾਂ, ਗਾਈਡ ਵੀ ਅਸੀਂ ਹਾਂ, ਸਾਰਾ ਕੁਝ ਆਪਾਂ ਹੀ ਹਾਂ, ਬਾਹਰ ਤੇ ਕੁਛ ਵੀ ਨਹੀਂ ਹੈਗਾ। ਤੇ ਇੱਥੇ ਆਪਾਂ ਗ੍ਰੰਥਾਂ ਦੀ ਮਦਦ ਲੈਣੀ ਆ ਕਿ ਸਭ ਤੋਂ ਆਪਣੇ ਆਪ ਨੂੰ ਜਾਣ ਦਾ ਆਸਾਨ ਤਰੀਕਾ ਹੈ ਉਹ ਰਾਤ ਨੂੰ ਸੌਣ ਤੋਂ ਪਹਿਲਾਂ 10 ਮਿੰਟ ਲਾਓ, ਆਪਣੇ ਆਪ ਨੂੰ ਦੇਖੋ। ਹੁਣ ਅਗਲੇ ਦਿਨ ਕੀ ਕਰਨਾ? ਅਗਲੇ ਦਿਨ ਵੇਖੋ ਕਿ ਜਿਹੜੀਆਂ ਚੀਜ਼ਾਂ ਮੈਂ ਕੰਟਰੋਲ ਕਰ ਸਕਦਾ, ਸੱਚੀ ਮੈਂ ਕਰ ਸਕਦੇ ਹਾਂ ਆਪਾਂ। ਸਾਡੇ ਕੋਲ 5% ਹੁੰਦਾ ਉਹ ਆਪਣੀ ਸ਼ਕਤੀ, ਕਿਉਂਕਿ ਸਾਡੀ ਮਰਜ਼ੀ ਤੋਂ ਬਿਨਾਂ ਸਾਡਾ ਮਨ ਵੀ ਕੋਈ ਕੰਮ ਨਹੀਂ ਜੇ ਕਰ ਸਕਦਾ। ਮਨ ਨੇ ਇੱਛਾ ਜ਼ਾਹਰ ਕੀਤੀ ਆ, ਮੂੰਹ 'ਚ ਪਾਣੀ ਵੀ ਆ ਗਿਆ ਕਿ ਰਸਗੁੱਲਾ ਖਾਣਾ ਹੈ, ਖਾਣਾ ਜਾਂ ਨਹੀਂ ਖਾਣਾ ਇਹ ਫੈਸਲਾ ਸਾਡਾ ਵਾ ਨਿੱਜਰ ਸਾਹਿਬ। ਬਿਲਕੁਲ। ਇਹ ਨਾ ਕਹੋ ਕਿ ਮੇਰੇ ਮਨ ਨੇ ਮੈਨੂੰ ਕਰਾਤਾ। ਮਨ ਤੇ ਆਪਸ਼ਨ ਦੇਣ ਦਿਆ ਕਿ ਖੋਲ ਡੱਬਾ ਤੇ ਕੱਢ ਲਾ, ਕੌਣ ਵੇਂਦਾ ਪਿਆ। ਤੇ ਬੁੱਧੀ ਕਹਿੰਦੀ ਆ ਕਿ ਉਹ ਕੁੜੀ ਨਾ ਵੇਖ ਲੈ, ਮੁੰਡਾ ਨਾ ਵੇਖ ਲੈ, ਨੌਂ ਨਾ ਵੇਖ ਲੈ ਮੈਨੂੰ ਬਰਫੀ ਖਾਂਦੀ ਨੂੰ। ਤੇ ਮਨ ਕਹਿੰਦਾ, ਮਨ ਨੂੰ ਫਿਰ ਬੁੱਧੀ ਸਮਝਾਉਂਦੀ ਹੈ ਦੂਜੀ ਇੱਕ ਬੁੱਧੀ, ਉਹ ਕਹਿੰਦੀ ਸੁੱਤੇ ਆ ਸਾਰੇ, ਚੱਕ ਲਾ ਰਾਤ ਨੂੰ ਖਾ ਲਾਂਗੇ। ਏਦਾਂ ਕਰਦੇ ਨੇ ਲੋਕ। ਤਾਂ ਕਹਿਣ ਤੋਂ ਭਾਵ ਹੈ ਕਿ ਆਪ ਜੋ ਵੀ ਕਰਦੇ ਜੋ ਪਹਿਲਾਂ ਉਹ ਤੇ ਨਜ਼ਰ ਮਾਰੋ ਸ਼ਾਮ ਨੂੰ 5-10 ਮਿੰਟ, ਤਾਂ ਜੋ ਉਹ ਜਿੱਥੇ ਮੈਂ ਗਲਤ ਹਾਂ ਮੈਨੂੰ ਪਤਾ ਲੱਗੇ। ਫਿਰ ਹੁਣ ਮੰਨ ਲਓ ਕਿਤੇ ਮੈਂ ਗਲਤ ਵੀ ਬੋਲਿਆ 2 ਮਿੰਟ, ਅੱਜ ਮੈਂ ਬੋਲ ਦਿੱਤਾ, ਹੁਣ ਇੱਕ ਹੋਰ ਮੌਕਾ ਬੜਾ ਵਧੀਆ। ਹੁਣ ਰਾਤ ਨੂੰ ਜਦੋਂ ਸੌਣਾ ਹੈ ਫਿਰ ਵੇਖੋ ਕਿ ਹਾਂ ਮੈਂ ਇੱਥੇ ਗਲਤ ਬੋਲਿਆ। ਹੁਣ ਫਿਰ ਉੱਥੇ ਰਾਤੀ ਇੱਕ ਵੇਖਣੀ ਚੀਜ਼ ਕਿ ਜੇ ਪ੍ਰਮਾਤਮਾ ਨਾ ਕਰੇ ਫਿਰ ਸਮੱਸਿਆ ਏਦਾਂ ਦੀ ਆ ਜੇ ਕਿ ਜਿਹੜੇ ਮੇਰੇ 2-4 ਅੱਖਰ ਹੈਗੇ ਆ ਮੈਂ ਉਹਨਾਂ ਨੂੰ ਨਾ ਕਰਾਂ ਤੇ ਚੰਗਾ ਨਹੀਂ ਹੈ ਨਿੱਜਰ ਸਾਹਿਬ। ਬਿਲਕੁਲ। ਕਹਿੰਦੇ ਲੜਾਈ ਕੋਈ ਵੀ ਹੁੰਦੀ ਹੈ ਨਾ, ਉਹ ਲੜਾਈ ਦੇ ਵਿੱਚ ਨਾ ਬੇਸ਼ੱਕ ਨਿੱਜਰ ਸਾਹਿਬ ਦੂਜੇ ਬੰਦੇ ਦਾ 99% ਗਲਤ ਹੋਵੇ, ਕਸੂਰ ਹੋਵੇ, ਉਹਦੇ ਚ 1% ਜਿਹੜਾ ਹੁੰਦਾ ਨਾ ਉਹ ਸਾਡਾ ਹੁੰਦਾ ਵਾ। ਉਹ ਸਾਡਾ 1% ਤੀਲੀ ਦਾ ਕੰਮ ਕਰਦਾ ਉਹ। ਬਿਲਕੁਲ ਸਹੀ ਗੱਲ। 99% ਤੇ ਮੈਂ ਵੀ ਮੰਨਦਾ ਆਪਾਂ ਨਹੀਂ ਉਹ ਕੱਢ ਸਕਦੇ ਤੇ ਨਾ ਉਹਨੂੰ ਬਦਲ ਸਕਦੇ, ਪਰ ਕਮ ਸੇ ਕਮ 1% ਤੇ ਆਪਾਂ ਰਾਤ ਨੂੰ ਸੋਚੀਏ ਕਿ ਜਿਹੜਾ ਮੈਂ 1% ਵਿੱਚ ਅੱਗ ਲਾਈ ਸੀ ਮੈਂ ਨਾ ਲਾਉਂਦਾ ਜਾਂ ਨਾ ਲਾਉਂਦੀ, ਇਹਦੇ ਨਾਲ ਜੀਵਨ ਕਾਫੀ ਸੌਖਾ ਹੋ ਸਕਦਾ। ਤਾਂ ਪਲੀਜ਼ ਇਹ ਗੱਲ ਹੈਗੀ, ਧਿਆਨ ਦਿਓ। ਇਹ ਅਭਿਆਸ ਕਰੋ। ਦੇਖੋ ਅਭਿਆਸ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਪ੍ਰਾਪਤ ਹੋਣਾ। ਆਪਾਂ ਸਕੂਲੇ ਜਾਂਦੇ ਹਾਂ, ਇੱਕ ਦਿਨ ਚ ਥੋੜੀ ਯੂਨੀਵਰਸਿਟੀ ਦੀ ਡਿਗਰੀ ਮਿਲ ਜਾਂਦੀ ਆ। ਉੱਥੇ ਲਗਾਤਾਰ ਜਾਈਦਾ, ਪੜ੍ਹੀਦਾ, ਪੇਪਰ ਹੁੰਦੇ ਨੇ, ਛੋਟੇ-ਛੋਟੇ ਸਮੈਸਟਰ ਆਉਂਦੇ ਨੇ, ਫਿਰ ਉਹ ਚ ਪਾਸ ਹੋਈਦਾ। ਜਿੱਥੇ ਗਲਤੀਆਂ ਕਰੀਦੀਆਂ ਫਿਰ ਨਹੀਂ ਕਰੀਦੀਆਂ, ਪਹਿਲਾਂ ਕੱਚੇ ਪੇਪਰ ਫਿਰ ਪੱਕੇ ਪੇਪਰ, ਤੋਂ ਤਿਆਰੀ ਹੈ। ਤੋ ਇਸੇ ਤਰ੍ਹਾਂ ਆਪਾਂ ਇਹ ਜੀਵਨ ਨੂੰ ਚੰਗੇ ਤਰੀਕੇ ਨਾਲ ਬਤੀਤ ਕਰਨਾ ਹੈ ਤੇ ਕੋਸ਼ਿਸ਼ ਕਰਿਆ ਕਰੋ ਲੋਕਾਂ ਲਈ ਜ਼ਿਆਦਾ ਜੱਜਮੈਂਟ ਨਾ ਰੱਖਿਆ ਕਰੋ। ਆਪਾਂ ਕਈ ਵਾਰੀ ਨਾ ਆਪਾਂ ਪਿਕਚਰ ਬਹੁਤ ਹੀ ਨਹੀਂ ਦੇਖਦੇ, ਆਪਾਂ ਥੋੜਾ ਜਿਹਾ ਦੇਖਦੇ ਹਾਂ ਤੇ ਆਪਾਂ ਆਪਣੇ ਕੋਲੋਂ ਸਟੇਟਮੈਂਟ ਦੇ ਦਿੰਦੇ ਹਾਂ ਕਿ ਦੂਜਾ ਬੰਦਾ ਕੀ ਹੈ ਜਾਂ ਕੀ ਨਹੀਂ ਹੈ। ਉਹ ਦੇਣਾ ਕੋਈ ਬਹੁਤਾ ਸਹੀ ਨਹੀਂ ਹੁੰਦਾ। ਉਹ ਕਈ ਲੋਕਾਂ ਦੇ ਕਈ ਮਸਲੇ ਹੁੰਦੇ ਨੇ, ਉਹ ਅੰਦਰ ਖਾਤੇ ਹੁੰਦੇ ਨੇ, ਪਰ ਬੰਦਾ ਫਸਿਆ ਹੁੰਦਾ, ਬੰਦਾ ਚਾਹ ਕੇ ਵੀ ਉਹ ਚੀਜ਼ਾਂ ਨਹੀਂ ਕਰ ਪਾਉਂਦਾ। ਇਹਦਾ ਕਾਰਨ ਹੁੰਦਾ ਵਾ, ਮੈਨੂੰ ਫਾਦਰ ਸਾਹਿਬ ਦੀ ਅਜੇ ਮੈਨੂੰ ਗੱਲ ਚੇਤੇ ਆਉਂਦੀ ਹੈ, ਨਿੱਜਰ ਸਾਹਿਬ ਉਹ ਕਹਿੰਦੇ ਆ ਕਿ ਜਿਹੜਾ ਭਲਵਾਨ ਹੁੰਦਾ ਨਾ, ਹਾਂਜੀ, 2 ਭਲਵਾਨ ਘੁਲਦੇ ਤੇ ਕਹਿੰਦਾ ਮੇਰੇ ਵਰਗਾ ਲਾਗੇ ਖਲੋਤਾ ਨਾ, ਤੇ ਉਹ ਕਹਿੰਦਾ ਉਹਦੀ ਲੱਤ ਖਿੱਚ, ਇਹਦੀ ਗਿੱਚੀ ਤੇ ਗੋਡਾ ਮਾਰ। ਤੇ ਹੁਣ ਜਿਹੜਾ ਘੁਲਦਾ ਹੁੰਦਾ ਉਹਨੂੰ ਪਤਾ ਵਾ ਕਿ ਗੋਡਾ ਮਾਰਨਾ ਕਿੰਨਾ ਆਸਾਨ ਹੈ, ਇਹਦੀ ਲੱਤ ਖਿੱਚਣੀ ਕਿੰਨੀ ਆਸਾਨ ਹੈ। ਤੋ ਕਈ ਵਾਰੀ ਬੰਦਾ ਜਿਹੜਾ ਫਸਿਆ ਹੁੰਦਾ ਉਹ ਵਿਚਾਰਾ ਇੰਨਾ ਟੈਟ ਹੁੰਦਾ ਵਾ, ਉਹ ਵਿਚਾਰਾ ਨਾ ਉਹ ਭਲਵਾਨ ਵਾਂਗੂ ਫਸਿਆ ਹੁੰਦਾ ਵਾ, ਉਹਨੂੰ ਵਿਚਾਰੇ ਨੂੰ ਸੋਚਦਾ ਹੀ ਨਹੀਂ ਕਿ ਜਾਨ ਕਿੱਦਾਂ ਛਡਾਉਣੀ ਹੈ। ਤੋ ਇਸ ਲਈ ਕਹਿੰਦੇ ਨੌਨ ਜੱਜਮੈਂਟਲ ਸਾਨੂੰ ਰੱਖਣਾ ਚਾਹੀਦਾ ਆਪਣੀ ਸੋਚ ਨੂੰ, ਕਿਉਂਕਿ ਆਪਾਂ ਉਹ ਪਿਕਚਰ ਨੂੰ ਪੂਰੀ ਤਰ੍ਹਾਂ ਨਹੀਂ ਵੇਖਦੇ। ਹਾਂ, ਜਦੋਂ ਉਸ ਚੀਜ਼ ਸਾਡੇ ਦੇ ਆ ਕੇ ਡਿੱਗੀ ਨਾ ਤੇ ਫਿਰ ਵੇਖਿਓ ਕਿ ਉਹ ਜਿਹੜੀ ਤੁਹਾਡੀ ਆਈਡੀਆ ਹੈਗੀ ਉਹ ਭਲਾ ਕਿੰਨੇ ਕੁ ਕੰਮ ਕਰਦੇ ਆ।
ਮੇਜਰ ਸਾਹਿਬ ਬਿਲਕੁਲ ਸਹੀ ਆ ਜੀ। ਉਹ ਆਈਡੀਆ ਤੁਹਾਡੇ ਲੱਭਣੇ ਨਹੀਂ। ਉਹ ਦੂਜੇ ਨੂੰ ਸਲਾਮਾਂ ਦਿੱਤੀ ਜਾਂਦੀਆਂ, ਜੇ ਸਿਰ 'ਚ ਆ ਕੇ ਵੱਜਦੀ ਨਾ ਬੰਦੇ ਨੂੰ ਤੇ ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਜਾਣਾ ਕਹਿਣੂ ਆ। ਬਿਲਕੁਲ। ਸੋ ਪਲੀਜ਼ ਕੋਸ਼ਿਸ਼ ਕਰਿਆ ਕਰੋ, ਨਾ ਕਰਿਆ ਕਰੋ। ਤੇ ਅੱਜ ਦੀ ਵਿਚਾਰ ਇੱਥੇ 22 ਮਿੰਟ ਉੱਪਰ ਹੋ ਗਏ। ਬਾਪ ਰੇ ਬਾਪ। ਠੀਕ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆ ਕਾਲ ਮੂਰਤ ਆਜੂਨੀ ਸਹਿਬੰਗ ਗੁਰਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ, ਬਖਸ਼ਣੀ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਚ ਵਸਾਉਣਾ। ਮੇਰੇ ਮਾਲਿਕ ਮਿਹਰ ਕਰੋ। ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਆਪ ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਹੁਣ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ